ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਂਟੀ ਤੁਸੀਂ ਬੋਲਣਾ ਕੁਛ ਵਿੱਚ। ਤੇ ਨਿੱਜਰ ਸਾਹਿਬ ਆ ਜਾਓ ਮਾਈਕ ਤੇ। ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹਾਂਜੀ ਨਿੱਜਰ ਸਾਹਿਬ। ਬਾਕੀ ਮਾਈਕ ਬੰਦ ਕਰ ਦੇਣਗੇ। ਮਾਈਕ ਬੰਦ ਕਰ ਦਿਓ ਜੀ ਦਾ ਮਾਈਕ ਔਨ। ਹਾਂਜੀ। ਤੇ ਨਿੱਜਰ ਸਾਹਿਬ ਅੱਜ ਦਾ ਨਾ ਟੌਪਿਕ ਬੜਾ ਤਗੜਾ ਸੀ ਤੇ ਮੈਂ ਸੋਚਿਆ ਕਿ ਥੋੜਾ ਜਿਹਾ ਮੈਂ ਹੋਮਵਰਕ ਕਰ ਲਾਂ। ਬਹੁਤ ਵਧੀਆ ਜੀ। ਤੇ ਟੌਪਿਕ ਸੀ ਸ਼ਿਵ ਤੇ ਸ਼ਕਤੀ ਦਾ। ਤੇ ਮੈਂ ਸੋਚਿਆ ਮੈਂ ਰੱਬ ਦੀ ਗੱਲ ਕਰੀ ਜਾਂਦਾ ਵਾ, ਭਗਤ ਦੀ ਗੱਲ ਕਰੀ ਜਾਂਦਾ, ਦੁਨੀਆ ਦੀ ਗੱਲ ਕਰੀ ਜਾਂਦਾ, ਤੇ ਜਿਹੜਾ ਜੀਵਨ ਸਾਥੀ ਉਹਦੇ ਬਾਰੇ ਤੇ ਗੱਲ ਹੋਈ ਨਾ। ਲੋਕਾਂ ਦੇ ਮਸਲਾ ਸਭ ਤੋਂ ਵੱਡਾ ਤੇ ਜੀਵਨ ਸਾਥੀ ਦੇ ਨਾਲ ਹੈ। ਤੇ ਇਹ ਟੌਪਿਕ ਛੁੱਟ ਗਿਆ ਸੀ ਤੇ ਮੈਂ ਅੱਜ ਵੇਖਣ ਤੇ ਕਥਾ ਵਿੱਚ ਵੀ ਆਉਣ ਡਿਆ ਸ਼ਿਵ ਤੇ ਸ਼ਕਤੀ ਦੀ ਗੱਲ ਹੋਣੀ ਆ। ਤੇ ਮੈਂ ਸੋਚਿਆ ਕਿ ਅੱਜ ਇਹਦੇ ਬਾਰੇ ਆਪਾਂ ਥੋੜਾ ਡਿਸਕਸ ਕਰਾਂਗੇ। ਇਹ ਜਿਹੜਾ ਰਿਸ਼ਤਾ ਹੈ ਏਡਾ ਜ਼ਬਰਦਸਤ ਰਿਸ਼ਤਾ ਹੈ ਔਰ ਥੋੜੀ ਜਿਹੀ ਮਿਸਅੰਡਰਸਟੈਂਡਿੰਗ ਕਰਕੇ ਆਪਾਂ ਲੋਕ ਇਸ ਰਿਸ਼ਤੇ ਨੂੰ ਇੱਕ ਬੋਝ ਬਣਾ ਲੈਂਦੇ ਆ। ਰਿਕਾਰਡਿੰਗ ਚਾਲੂ ਆ? ਹਾਂਜੀ ਹਾਂਜੀ। ਤੇ ਬਸ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਸੰਗਤ ਜੀ। ਅੱਜ ਕੋਸ਼ਿਸ਼ ਕਰਿਓ ਤੇ ਉਹਦੇ ਤੋਂ ਕੁਝ ਸਿੱਖਾਂਗੇ ਤੇ ਕੁਝ ਇੰਪਰੂਵਮੈਂਟ ਕਰਾਂਗੇ। ਕੁਝ ਮੈਂ ਵੀ ਇੰਪਲੀਮੈਂਟ ਕਰਾਂਗਾ ਆਪਣੇ ਜੀਵਨ ਚ, ਤੁਸੀਂ ਵੀ ਥੋੜਾ ਬਹੁਤਾ ਕਰੋ ਤੇ ਇਹਦੇ ਨਾਲ ਕੀ ਹੋਊਗਾ, ਆਪਣਾ ਜੀਵਨ ਨਾ ਕਾਫੀ ਸੌਖਾ ਹੋ ਜਾਊ। ਨਹੀਂ ਤੇ ਜੇਕਰ ਆਪਾਂ ਬਾਹਰੋਂ ਭਾਵੇਂ ਕਿੰਨੇ ਮਰਜ਼ੀ ਸੰਪੱਤੀ ਸਾਡੇ ਕੋਲ ਆ, ਭਾਵੇਂ ਸਾਡੇ ਕੋਲ ਬਹੁਤ ਅਮੀਰ ਹੈ, ਅਸੀਂ ਬਹੁਤ ਸਾਰਾ ਸਾਡੇ ਕੋਲ ਧਨ ਆ, ਔਰ ਜੇਕਰ ਸਾਡੇ ਲਾਈਫ ਪਾਰਟਨਰ ਦੇ ਨਾਲ ਸਾਡੀ ਹੈਪੀਨੈਸ ਨਹੀਂ ਆ, ਉਹਦੇ ਨਾਲ ਖੁਸ਼ ਨਹੀਂ ਹੈਗੇ, ਉਹਦੇ ਪਿੱਛੇ ਕਾਰਨ ਹੈਗਾ ਬਹੁਤ ਵੱਡਾ। ਤੇ ਅੱਜ ਆਪਾਂ ਡਿਸਕਸ ਕਰਾਂਗੇ ਔਰ ਉਹਦਾ ਕੀ ਕਾਰਨ ਆ, ਉਹਦੇ ਨੁਕਸਾਨ ਕੀ ਆ, ਫਾਇਦੇ ਕੀ ਆ। ਫਾਇਦਾ ਤਾਂ ਕੋਈ ਨਹੀਂ ਹੈਗਾ, ਉਹਦਾ ਨੁਕਸਾਨ ਬਹੁਤ ਜ਼ਿਆਦਾ। ਤੋ ਅੱਜ ਦੀ ਕਥਾ ਦੇ ਵਿੱਚ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤੋ ਇਹਦੇ ਨਾਲ ਸਾਰਿਆਂ ਦਾ ਭਲਾ ਹੋਊਗਾ। ਤੇ ਨਿੱਜਰ ਸਾਹਿਬ, ਹਾਂਜੀ ਅੱਜ ਦੀ ਕਥਾ ਸ਼ੁਰੂ ਕਰੀਏ। ਕੱਲ ਜਿਹੜਾ ਹੈਗਾ ਮਹਾਰਾਜ ਨੇ ਆਪਾਂ ਆਨੰਦ ਸਾਹਿਬ ਲੈ ਰਹੇ ਹਾਂ ਜੀ, 920 ਅੰਕ ਤੋਂ ਸ਼ੁਰੂ ਕਰਾਂਗੇ। ਇੱਥੋਂ 24ਵਾਂ ਅੰਕ ਹੈਗਾ, ਨੰਬਰ ਪਾਏ ਆ ਮਹਾਰਾਜ ਨੇ ਆਨੰਦ ਸਾਹਿਬ ਦੇ ਵਿੱਚ 40। ਤੇ ਉਸ ਤੋਂ ਪਹਿਲਾਂ ਕੱਲ ਜਿਹੜਾ ਆਪਾਂ ਨੇ ਲਿਆ ਸੀਗਾ ਵੀ ਸਿੱਖਾਂ ਦੇ ਵਾਸਤੇ, ਜਿਹੜੇ ਸਿੱਖ ਹੈਗੇ, ਜਿਹੜੇ ਗੁਰੂ ਦੇ ਸਿੱਖ ਹੈਗੇ ਆ, ਜਿਹੜੇ ਗੁਰੂ ਦੇ ਰਸਤੇ ਤੇ ਚੱਲਣਾ ਚਾਹੁੰਦੇ ਆ, ਉਹਨਾਂ ਦੇ ਵਾਸਤੇ ਮਹਾਰਾਜ ਨੇ ਪਿਆਰ ਨਾਲ ਪੁਕਾਰਿਆ ਸੀਗਾ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਹਿੰਦੇ ਸੱਚੀ ਬਾਣੀ ਗਾਓ, ਜਿਹੜੀ ਬਾਣੀ ਨੇ ਸੱਚ ਦੇ ਨਾਲ ਜੋੜ ਦੇਣਾ ਹੈ, ਜਿਹੜੀ ਬਾਣੀ ਨੇ ਆਪਾਂ ਨੂੰ ਸੱਚ ਬਣਾ ਦੇਣਾ ਆ। ਗੁਰੂ ਦੀ ਬਾਣੀ ਹੈਗੀ ਉਹ, ਬਾਣੀਆਂ ਸਿਰ ਬਾਣੀ ਹੈ, ਸਿਰੇ ਦੀ ਬਾਣੀ ਹੈਗੀ ਉਹ। ਉਸ ਤੋਂ ਉੱਪਰ ਹੋਰ ਕੋਈ ਤਰੀਕਾ ਨਹੀਂ ਹੈਗਾ ਭਾਈ ਮਾਲਕ ਪਰਮੇਸ਼ਰ ਦੇ ਵਿੱਚ ਜੁੜਨ ਦਾ, ਆਪਣੀ ਆਤਮਾ ਦੇ ਵੱਲ ਗਤੀ ਕਰਨ ਦਾ। ਔਰ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਮਾਲਕ ਪਰਮਾਤਮਾ ਦੀ, ਉਹਨਾਂ ਦੇ ਹਿਰਦੇ ਦੇ ਅੰਦਰ ਇਹ ਬਾਣੀ ਪ੍ਰਗਟ ਹੋ ਜਾਂਦੀ ਹੈ ਔਰ ਅੰਮ੍ਰਿਤ ਆ ਜਾਂਦਾ ਹੈ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ। ਕਹਿੰਦੇ ਇਸ ਤਰ੍ਹਾਂ ਜਿਹੜਾ ਹੈਗਾ ਫਿਰ ਅਭਿਆਸੀ ਇਸ ਨੂੰ ਅੰਦਰ ਧਿਆਨ ਸਿਮਰਨ ਕਰਦਾ ਹੈ, ਜਿਵੇਂ ਕਿ ਸਾਰੰਗ ਪਕਸ਼ੀ ਜਿਹੜਾ ਹੈਗਾ, ਪਪੀਹਾ ਜਿਹੜਾ ਹੈਗਾ ਸ਼ਾਂਤੀ ਦੀ ਬੂੰਦ ਵਾਸਤੇ ਜਿਹੜਾ ਹੈਗਾ ਪੀਓ ਪੀਓ ਕਰਦਾ ਹੈ। ਔਰ ਮਹਾਰਾਜ ਕਹਿੰਦੇ ਆ ਜੀਵਨ ਮਿਲਿਆ ਜਦ ਤੱਕ ਸਵਾਸ ਹੈਗੇ, ਜਦ ਤੱਕ ਸਰੀਰ ਹੈਗਾ, ਜਦ ਤੱਕ ਪ੍ਰਾਣ ਹੈਗੇ ਤੇਰੇ, ਤਦ ਤੱਕ ਭਾਈ ਸਦਾ ਗਾਵੋ ਇਹ ਸੱਚੀ ਬਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹੁਣ ਇਸ ਤੋਂ ਬਾਅਦ ਅਗਲਾ ਅੰਕ ਆ ਗਿਆ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਮਹਾਰਾਜ ਕਹਿੰਦੇ ਦੇਖ, ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ, ਸਤਿਗੁਰੂ ਤੋਂ ਬਗੈਰ ਕਹਿੰਦੇ ਆ ਜੋ ਕੁਛ ਵੀ ਹੈਗਾ, ਜੋ ਵੀ ਸੇਧ ਹੈਗੀ ਆ, ਜੋ ਵੀ ਬਾਣੀ ਹੈਗੀ ਆ, ਕਹਿੰਦੇ ਉਹ ਕੱਚੀ ਹੈਗੀ ਭਾਈ। ਉਹਦੇ ਨਾਲ ਜਿਹੜਾ ਹੈਗਾ ਇਹ ਜੀਵਨ ਯਾਤਰਾ ਕਰਨੀ ਬਹੁਤ ਮੁਸ਼ਕਲ ਹੈਗੀ ਆ। ਇਹ
ਸੁਰਤ ਆਤਮਾ ਵੱਲ ਨੂੰ, ਆਤਮਾ ਦੇ ਵਿੱਚ ਲਿਜਾਣੀ, ਆਤਮ ਦਰਸ਼ਨ ਕਰਨਾ ਬਹੁਤ ਔਖਾ ਹੈਗਾ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੀ ਹੈ ਬਾਣੀ ਭਾਈ ਸਤਿਗੁਰੂ ਤੋਂ ਬਗੈਰ। ਹੋਰ ਬਥੇਰਾ ਜਿਹੜਾ ਹੈਗਾ ਗਿਆਨ, ਬ੍ਰਹਮ ਗਿਆਨ ਤੋਂ ਇਲਾਵਾ ਕਹਿੰਦੇ ਸਾਰਾ ਗਿਆਨ ਜਿਹੜਾ ਹੈਗਾ ਕੱਚਾ ਹੈਗਾ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕਹਿੰਦੇ ਕਹਿਣ ਵਾਲੇ ਵੀ ਕੱਚੇ ਆ, ਸੁਣਨ ਵਾਲੇ ਵੀ ਕੱਚੇ ਆ ਭਾਈ। ਗੋਡੀ ਪੱਕਦੀ ਨਹੀਂ ਆ, ਤ੍ਰਿਗੁਣੀ ਮਾਇਆ ਤੋਂ ਉੱਪਰ ਨਹੀਂ ਉੱਠਦੇ। ਕੱਚੇ ਦਾ ਮਤਲਬ ਆ ਤ੍ਰਿਗੁਣੀ ਮਾਇਆ ਤੋਂ, ਤਮੋ ਰਜੋ ਸਤੋ ਤ੍ਰਿਗੁਣੀ ਮਾਇਆ, ਇਹ ਪ੍ਰਕਿਰਤੀ ਤੋਂ ਬਾਹਰ ਨਹੀਂ ਨਿਕਲ ਪਾਉਂਦਾ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਆਖ ਕੇ ਵਖਾਣਨ ਵਾਲੇ ਜਿਹੜੇ ਹੈਗੇ ਉਹ ਵੀ ਕੱਚੇ ਆ ਭਾਈ। ਉਹਨਾਂ ਨੇ ਕੱਚੀ ਗੱਲ ਕੀਤੀ ਆ। ਹਰ ਹਰ ਨਿਤ ਕਰਹਿ ਰਸਨਾ, ਕਹਾ ਕਛੂ ਨਾ ਜਾਣੀ। ਕਹਿੰਦੇ ਉਹ ਜਿਹੜੇ ਹੈਗੇ ਆ ਆਪਣੇ ਹੁਦਰੇ, ਆਪ ਹੁਦਰੇ ਜਿਹੜੇ ਹੈਗੇ ਆ, ਕਿਸੇ ਦੇ ਹੋਰ ਸੋ ਕਾਲ ਜਿਹੜੇ ਹੈਗੇ ਆ ਮਹਾਂਪੁਰਖ ਜਿਹੜੇ ਹੈਗੇ ਉਹਨਾਂ ਦੇ ਪਿੱਛੇ ਲੱਗ ਕੇ ਇਹ ਭਗਤੀ ਜ਼ਰੂਰ ਕਰਦੇ ਆ। ਹਰ ਹਰ ਨਿਤ ਕਰੇ, ਨਿਤ ਕਰਦੇ ਆ। ਵਾਹਿਗੁਰੂ ਵਾਹਿਗੁਰੂ, ਅੱਲਾਹੁ ਅੱਲਾਹੁ, ਹਰੀ ਓਮ ਹਰੀ ਓਮ, ਰਾਮ ਰਾਮ ਕਰਤਾ ਜਗ ਫਿਰੈ, ਸਭ ਜਗ ਫਿਰੇ ਰਾਮ ਨਾ ਪਾਇਆ ਜਾਏ। ਕਹਿੰਦੇ ਹਰ ਹਰ ਨਿਤ ਕਰੈ ਰਸਨਾ, ਜੀਵ ਦੇ ਨਾਲ ਕਹਿਆ ਕਛੂ ਨਾ ਜਾਣੀ। ਪਰ ਜਿਹੜਾ ਹੈਗਾ ਜੋ ਕਹਿੰਦੇ ਆ ਉਹਨੂੰ ਬੁੱਝਦੇ ਹੀ ਨਹੀਂ ਆ, ਉਹਨੂੰ ਜਾਣਦੇ ਹੀ ਨਹੀਂ ਆ ਬਈ ਇਹ ਜਿਹੜੀ ਹੈਗੇ ਆ ਇਹ ਗੁਰੂ ਦੀ ਮੱਤ ਜਿਹੜੀ ਹੈ ਗਿਆਨ ਕਹਿ ਕੀ ਰਿਹਾ ਆ, ਕਿਵੇਂ ਕਰਨੀ ਹੈ ਭਗਤੀ, ਕੀ ਕਰਨਾ ਆ, ਇਸ ਗੱਲ ਨੂੰ ਨਹੀਂ ਸਮਝਦੇ। ਚਿੱਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਔਰ ਇੰਨੀ ਤੇਜ਼ੀ ਦੇ ਨਾਲ ਦੇਖ ਲਓ ਆਪਾਂ ਪਾਠ ਕਰੀ ਜਾਂਦੇ ਆ, ਪਾਠ ਕਰ ਲਿਆ, ਨਾਮ ਵੀ ਜਪ ਰਹੇ ਆ, ਔਰ ਉਦੋਂ ਹੀ ਪਤਾ ਲੱਗਦਾ ਜਪਜੀ ਸਾਹਿਬ ਸ਼ੁਰੂ ਕੀਤਾ ਸੀ ਵੀ ਲੈ ਵੀ ਇਹ ਤਾਂ ਜਿਹੜਾ ਹੈਗਾ ਇਹ ਖਤਮ ਵੀ ਹੋ ਗਿਆ ਜਪਜੀ ਸਾਹਿਬ। ਔਰ ਚਿੱਤ ਕਿੱਧਰ ਗਿਆ? ਚਿੱਤ ਜਿਹੜਾ ਹੈ ਮਾਇਆ ਨੇ ਚੁਰਾਇਆ ਹੋਇਆ ਸੀਗਾ। ਚਿੱਤ ਜਿਨਕਾ ਹਿਰ ਲਿਆ ਮਾਇਆ, ਮਾਇਆ ਨੇ ਚੁਰਾਇਆ ਹੋਇਆ ਸੀ ਚਿੱਤ। ਬੋਲਣ ਪਏ ਰਵਾਨੀ, ਬੜੀ ਰਵਾਨੀ ਦੇ ਨਾਲ ਪਾਠ ਕਰਦੇ ਆ, ਬੜੀ ਰਵਾਨੀ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਆ, ਪਰ ਚਿੱਤ ਜਿਹੜਾ ਹੈਗਾ ਉਹਨੂੰ ਕੰਟਰੋਲ ਹੀ ਨਹੀਂ ਕਰਦੇ, ਵਿਚਾਰਾਂ ਨੂੰ ਕੰਟਰੋਲ ਹੀ ਨਹੀਂ ਕਰਦੇ। ਚਿੱਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਭਾਈ ਗੁਰੂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਇਹ ਭਗਤੀ ਕਰਨੀ ਆ। ਤੇ ਭਗਤੀ ਕਰਨ ਦੇ ਵਾਸਤੇ ਵੀ ਇੰਸਟਰਕਸ਼ਨ ਹੈਗੀ ਭਾਈ। ਭਗਤੀ ਕਿਵੇਂ ਕਰਨੀ ਹੈ ਇਹਦੇ ਵਾਸਤੇ ਵੀ ਸੇਧ ਹੈਗੀ ਭਾਈ। ਇਹ ਦਵਾਈ ਹੈਗੀ, ਦਵਾਈ ਕਿਵੇਂ ਲੈਣੀ ਆ ਇਹ ਵੀ ਜਿਹੜਾ ਹੈਗਾ ਬਹੁਤ ਜ਼ਰੂਰੀ ਹੈਗਾ। ਹਾਂਜੀ ਗੁਰਕੀ ਸਾਹਿਬ, ਹਾਂ ਇਹ ਹੈਗਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ, ਸਤਿਗੁਰੂ ਤੋਂ ਬਗੈਰ ਹੋਰ ਜੋ ਵੀ ਇੰਸਟਰਕਸ਼ਨ ਹੈਗੀ ਆ, ਜੋ ਵੀ ਜਿਹੜੀ ਹੈਗੀ ਆ ਇਸ ਰਸਤੇ ਦੇ ਉੱਤੇ ਜਿਹੜੀ ਹੈਗੀ ਆ ਗਿਆਨ ਹੈਗਾ, ਕਹਿੰਦੇ ਭਾਈ ਉਹ ਕੱਚਾ ਹੈਗਾ। ਬਾਣੀ ਤਾਂ ਕੱਚੀ, ਦੁਬਾਰਾ ਕਹਿ ਰਹੇ ਮਹਾਰਾਜ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਬਾਣੀ ਕੱਚੀ ਹੈ ਭਾਈ, ਪਰਮੇਸ਼ਰ ਦੇ ਨਾਲ ਨਹੀਂ ਜੋੜ ਸਕਦੀ, ਇਹ ਸੰਸਾਰ ਸਮੁੰਦਰ ਤੋਂ ਨਹੀਂ ਬਾਹਰ ਕੱਢ ਸਕਦੀ। ਸਤਿਗੁਰੂ ਤੋਂ ਬਗੈਰ ਸਾਰੀ ਕੱਚੀ ਬਾਣੀ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਬਾਣੀ ਕੱਚੀ ਕਿਹਾ ਗਿਆ। ਕੱਚੀ ਕਿਹੜੀ ਬਾਣੀ ਹੁੰਦੀ ਹੈ ਉਹਦਾ ਕਾਰਨ ਵੀ ਹੁੰਦਾ ਤੇ ਥੋੜਾ ਜਿਹਾ ਆਪਾਂ ਨਾ ਬੈਕ ਹਿਸਟਰੀ 'ਚ ਜਾਣਾ। ਆਪਾਂ ਜਿੱਦਾਂ ਸਾਧ ਸੰਗਤ ਜੀ ਤੁਸੀਂ ਦੇਖੋ, ਕਬੀਰ ਜੀ ਮੈਰਿਡ ਸਨ, ਉਹਨਾਂ ਦੇ ਬੱਚੇ ਸਨ। ਗੁਰੂ ਨਾਨਕ ਪਾਤਸ਼ਾਹ, ਆਪਣੇ ਸਾਰੇ ਗੁਰੂ। ਮੇਰਾ ਕੀ ਕਸੂਰ ਹੈ ਇਹਦੇ ਚ? ਉਹਨਾਂ ਦੇ ਉੱਤੇ ਕਰਦੇ ਆ। ਤੇ ਇਹ ਮਤਲਬ ਸਾਰਿਆਂ ਨੇ ਮੈਰਿਜ ਕੀਤੀ, ਵਿਆਹ ਕੀਤਾ। ਸ਼ਿਵ ਤੇ ਸ਼ਕਤੀ ਅੱਗੇ ਬਾਣੀ ਚਾਹੂਗਾ। ਸ਼ਿਵ ਤੇ ਸ਼ਕਤੀ ਦੋ ਸ਼ਕਤੀਆਂ ਨੇ ਸੰਸਾਰ ਦੇ ਉੱਤੇ। ਇਹ ਪ੍ਰਕਿਰਤੀ ਜਿਹੜੀ ਹੈ ਸ਼ਕਤੀ ਹੈ, ਤੇ ਸ਼ਿਵ ਜਿਹੜਾ ਪੁਰਸ਼ ਹੈ ਜਿਹਨੂੰ ਆਪਾਂ ਪਰਮਾਤਮਾ ਕਹਿ ਦਿੰਦੇ। ਸਾਰਾ ਕੁਝ ਉਹੀ ਆ, ਕੁਛ ਵੀ ਨਹੀਂ ਹੈਗਾ।
ਉਹ ਵੱਡਾ ਇੱਕ ਪਰਮਾਤਮਾ ਹੈ, ਵੱਡੀ ਸ਼ਕਤੀ ਹੈ, ਉਹਦੇ ਕੰਮ ਵੱਡੇ ਵੱਡੇ ਨੇ। ਉਸੇ ਹੀ ਤਰ੍ਹਾਂ ਇੱਕ ਪਤੀ ਪਤਨੀ ਹੈ, ਉਸੇ ਵਾਲਾ ਹੀ ਕਾਰਜ ਕਰ ਰਹੇ ਨੇ, ਪਰ ਛੋਟੇ ਲੈਵਲ ਤੇ ਕਰ ਰਹੇ ਨੇ। ਬਿਲਕੁਲ ਹੀ ਸੇਮ ਸਿਸਟਮ ਚੱਲ ਰਿਹਾ। ਔਰ ਫਿਰ ਅਰਥ, ਫਿਰ ਕਾਮ ਤੇ ਫਿਰ ਮੋਕਸ਼। ਇਹ ਚਾਰਾਂ ਦੇ ਵਿੱਚ ਸਾਰਾ ਸਿਸਟਮ ਹੈ, ਸਾਰਾ ਬ੍ਰਹਮੰਡ ਜੋ ਦਿਖ ਰਿਹਾ ਨੇ, ਇਹਦੇ ਅੰਦਰ ਹੀ ਚੱਲ ਰਿਹਾ। ਉਹ ਕੋਈ ਵੀ ਜੀਵ ਹੈ, ਇਹ ਚਾਰੇ ਬੜੇ ਜ਼ਰੂਰੀ ਨੇ। ਇਹ ਤੋਂ ਪਹਿਲਾਂ ਤਿੰਨ ਆਪਣੇ ਸਹੀ ਚੱਲੇ ਨਾ, ਤੇ ਚੌਥੇ ਦੀ ਪ੍ਰਾਪਤੀ ਹੋ ਜਾਣੀ ਹੈ। ਇਹ ਤੋਂ ਪਹਿਲੇ ਤਿੰਨਾਂ ਦੇ ਵਿੱਚ ਆਪਣੀ ਗੜਬੜੀ ਹੋ ਗਈ, ਮੰਨ ਲਓ ਧਰਮ ਗਿਆ ਤੇ ਅਰਥ ਤੇ ਕਾਮ ਬਚਿਆ, ਤੇ ਬੰਦਾ ਭ੍ਰਿਸ਼ਟ ਹੋ ਜਾਊਗਾ। ਕਾਮ ਵੀ ਜ਼ਰੂਰੀ ਹੈ, ਕਿਉਂਕਿ ਇਹ ਵੀ ਸਰੀਰਕ ਸੁੱਖ ਹੈ। ਇਹ ਪਤੀ ਪਤਨੀ ਦਾ ਰਿਸ਼ਤਾ ਤਾਂ ਹੀ ਉਹ ਬਣਾਇਆ ਆਪਣੇ ਗੁਰੂਆਂ ਨੇ, ਤਾਂ ਹੀ ਉਹ ਵਿਆਹ ਕਰਾਏ ਨੇ। ਕਿਉਂਕਿ ਉਹ ਇੱਕ ਦੇਖੋ ਕੁਦਰਤੀ ਤੌਰ ਤੇ ਕੁਦਰਤ ਇਸੇ ਤਰ੍ਹਾਂ ਹੀ ਚੱਲ ਰਹੀ ਹੈ। ਇੱਕ ਬੰਦਾ ਇੱਕ ਔਰਤ ਇਕੱਠੇ ਰਹਿੰਦੇ ਨੇ, ਜੀਵਨ ਬਤੀਤ ਕਰਦੇ ਨੇ। ਉਹ ਇੱਕ ਇਸ ਧਰਤੀ ਤੇ ਆਪਣੇ ਬੱਚੇ ਛੱਡ ਕੇ ਜਾਂਦੇ ਨੇ, ਔਰ ਉਹ ਫਿਰ ਉਹੀ ਬੱਚੇ ਇੱਕ ਚੰਗਾ ਜੀਵਨ ਬਤੀਤ ਕਰਦੇ ਨੇ। ਕੁਦਰਤ ਨੇ ਹਰ ਇੱਕ ਬੰਦੇ ਨੂੰ ਨਾ ਧੰਦੇ ਦੇ ਲਾਇਆ ਹੈ। ਜਾਨਵਰ ਵੇਖੋਗੇ ਉਹ ਵੀ ਇਸੇ ਚੱਕਰ 'ਚ ਬੈਠੇ ਨੇ, ਉਹ ਵੀ ਇੱਕ ਡਿਊਟੀ ਨਿਭਾ ਰਹੇ ਨੇ। ਜਿੱਦਾਂ ਮਤਲਬ ਕੋਈ ਸ਼ਕਤੀ ਆ ਜਿਹੜੀ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ, ਔਰ ਉਸ ਪ੍ਰੇਰਨਾ ਦੇ ਸਿਰ ਤੇ ਉਹ ਆਪਣਾ ਜੀਵਨ ਬਤੀਤ ਕਰ ਰਹੇ ਨੇ। ਉਹਨਾਂ ਨੂੰ ਕਿਹਨੇ ਸਮਝਾਇਆ? ਨਿੱਜਰ ਸਾਹਿਬ। ਅਸਕਰ ਤੇ ਕੋਈ ਤੇ ਹੈ ਉਹਨਾਂ ਦੇ ਅੰਦਰ ਚੀਜ਼ ਨਾ। ਬਿਲਕੁਲ। ਹਾਂ, ਛੋਟਾ ਜਿਹਾ ਕੀੜਾ ਵੇਖੋ, ਇੱਥੇ ਨਿੱਕੀਆਂ ਨਿੱਕੀਆਂ ਕੀੜੀਆਂ, ਮੱਖੀਆਂ, ਮੱਛਰ ਵਗੈਰਾ, ਉਹ ਵੀ ਪ੍ਰੋਸੈਸ ਦੇ ਵਿੱਚ ਬੈਠੇ ਨੇ। ਇਹਦਾ ਮਤਲਬ ਕੁਦਰਤੀ ਹੈ, ਨੈਚੁਰਲ ਹੈ, ਹਨਾ। ਤੇ ਹੁਣ ਕਈਆਂ ਨੇ ਕੀ ਕੀਤਾ ਕਿ ਕਈ, ਚਲੋ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੋਕ ਮਤਲਬ ਭ੍ਰਸ਼ਟ ਹੋ ਜਾਂਦੇ ਨੇ। ਹੋ ਸਕਦਾ 2-1%, ਬਟ ਰੇਅਰ ਰਹਿ ਗਏ ਨੇ, ਰੇਅਰ ਘੱਟ ਚਾਂਸ ਹੁੰਦਾ। ਇੱਕ ਰੁੱਖ ਤੋਂ ਫਲ ਪੱਕ ਕੇ ਡਿੱਗ ਜਾਣਾ, ਇੱਕ ਫਲ ਨੂੰ ਤੋੜ ਦੇਣਾ, ਫਰਕ ਹੁੰਦਾ। ਹੁਣ ਆਮ ਦੋ ਧਰਮਾਂ ਦੀ ਮੈਂ ਗੱਲ ਕਰਦਾ। ਇੱਕ ਜਿਹੜੇ ਕ੍ਰਿਸਚਨ ਲੋਕ ਹੈਗੇ ਨੇ, ਇੱਕ ਜਿਹੜੇ ਬੁੱਧਿਸਟ ਲੋਕ ਨੇ। ਇਹਨਾਂ ਲੋਕਾਂ ਨੇ ਕੀ ਕੀਤਾ ਕਿ ਸੰਨਿਆਸ ਲੈ ਲਿਆ, ਕੁੜੀਆਂ ਨੇ ਵੀ ਸੰਨਿਆਸ ਲੈ ਲਿਆ, ਮੁੰਡਿਆਂ ਨੇ ਵੀ ਸੰਨਿਆਸ ਲੈ ਲਿਆ। ਇਹ ਕ੍ਰਿਸਚਨ 'ਚ ਵੀ ਹੈਗੇ ਨੇ, ਤੁਸੀਂ ਇਹਨਾਂ ਦੇ ਚਰਚ ਵੇਖੋਗੇ ਨਾ, ਕੁੜੀਆਂ ਦੇ ਚਰਚ ਹੁੰਦੇ ਨੇ, ਨਨ ਬਣ ਜਾਂਦੀਆਂ ਨੇ। ਤੇ ਉਹ ਬੰਦਾ ਵੀ ਨੀ ਵਿਆਹ ਕਰਾਉਂਦਾ, ਜਨਾਨੀ ਵੀ ਨੀ ਵਿਆਹ ਕਰਾਉਂਦੀ। ਫਿਰ ਇੱਕ ਸਮਾਂ ਆਉਂਦਾ ਭ੍ਰਿਸ਼ਟ ਹੋ ਜਾਂਦੇ ਨੇ ਨਿੱਜਰ ਸਾਹਿਬ। ਕੋਸ਼ਿਸ਼ ਤੇ ਕਰਦੇ ਨੇ, ਪਰ ਉਹ ਇੱਕ ਸਮਾਂ ਆਊਗਾ। ਦੇਖੋ ਪਤਾ ਕੀ ਹੁੰਦਾ, ਜਿਹੜੀ ਕੋਈ ਵੀ ਚੀਜ਼ ਹੈਗੀ ਆ ਨਾ, ਉਹਨੂੰ ਕਿਸੇ ਤਰੀਕੇ ਨਾਲ ਹੀ ਆਪਾਂ ਹੈਂਡਲ ਕਰ ਸਕਦੇ ਹਾਂ। ਜਿੱਦਾਂ ਰੂੜੀ ਆ, ਜੇਕਰ ਰੂੜੀ ਨੂੰ ਆਪਾਂ ਰੁੱਖਾਂ ਦੇ ਥੱਲੇ ਪਾ ਦਈਏ ਜਾਂ ਪੌਦਿਆਂ ਥੱਲੇ ਪਾ ਦਈਏ, ਤੇ ਉਹ ਕੀ ਹੁੰਦੀ ਕਿ ਉਹਦੀ ਸ਼ਕਤੀ ਨੂੰ ਆਪਾਂ ਟਰਾਂਸਫਾਰਮ ਕਰਤਾ, ਉਹਦੀ ਬੈਡ ਸਮੈਲ ਨੂੰ ਚੰਗੀ ਜਗ੍ਹਾ 'ਚ ਆਪਾਂ ਟਰਾਂਸਫਰ ਕਰਤਾ। ਇਸੇ ਤਰ੍ਹਾਂ ਜਿਹੜੀ ਸਰੀਰਕ ਸ਼ਕਤੀ ਆ, ਇਸ ਨੂੰ ਵੀ ਭਗਤੀ ਦੇ ਨਾਲ ਹੀ ਟਰਾਂਸਫਾਰਮ ਕਰ ਸਕਦੇ ਹਾਂ ਆਪਾਂ। ਇਹ ਹੋ ਸਕਦਾ ਕਿ ਹੁਣ ਆਪਣੇ ਵੇਖ ਲਓ, ਕਈ ਲੋਕ, ਇਹ ਮੇਰੀ ਗੱਲ ਦਾ ਮਾਈਂਡ ਨਹੀਂ ਕਰਨਾ, ਕਈ ਲੋਕ ਜੋਸ਼ 'ਚ ਆ ਜਾਂਦੇ ਨੇ। ਉਹ ਜੋਸ਼ 'ਚ ਆ ਕੇ ਲੋਕਾਂ ਦੇ ਕਹਿਣ ਤੇ ਅੰਮ੍ਰਿਤ ਛਕ ਲੈਂਦੇ ਨੇ। ਉਹ ਮੁੜ ਕੇ ਇਹਨਾਂ ਕੋ ਅੰਮ੍ਰਿਤ ਉਹ ਛਕ ਤੇ ਆਉਂਦੇ ਨੇ, ਉਹ ਬਾਅਦ ਦੇ ਵਿੱਚ ਉਹਨਾਂ ਕੋਲ ਕੰਟਰੋਲ ਹੀ ਨਹੀਂ ਹੁੰਦਾ। ਔਰ ਕਈ ਲੋਕ ਜਿਹੜੇ ਹੁੰਦੇ ਨੇ, ਮਤਲਬ ਉਹ ਮੁੜ ਕੇ ਜਦੋਂ ਨਸ਼ਾ ਪੱਤਾ ਕਰਨਾ ਹੈ ਜਾਂ ਮੀਟ ਮੱਛੀ ਖਾਣੀ ਆ, ਫਿਰ ਉਹ ਲਾ ਲੈਂਦੇ ਨੇ, ਉਹਨਾਂ 'ਚ ਲਾ ਕੇ ਰੱਖਦੇ ਨੇ, ਫਿਰ ਖਾ ਕੇ ਫਿਰ ਪਾ ਲੈਂਦੇ ਨੇ। ਉਹਦਾ ਕਾਰਨ ਪਤਾ ਕੀ ਹੁੰਦਾ ਕਿ ਕਿਸੇ ਤਰੀਕੇ ਨਾਲ ਅੰਤਰਾਕਰਨ ਜਿਹੜਾ ਤ੍ਰਿਪਤ ਨਹੀਂ ਹੋਇਆ। ਫਲ ਪੱਕਿਆ ਨਹੀਂ, ਫਲ ਦੇ ਅੰਦਰੋਂ ਡਿਮਾਂਡ ਹੈਗੀ ਹੈ। ਜਿਹਦਾ ਜ਼ਬਰਦਸਤੀ ਤੋੜ ਲਿਆ ਉਹਨੇ, ਪਰ ਉਹਨੇ ਛੱਡਿਆ ਨਹੀਂ, ਉਹਨੇ ਰਸ ਚੂਸਿਆ ਨਹੀਂ। ਜਦੋਂ ਰਸ ਚੂਸ ਲੈਂਦਾ ਨਿੱਜਰ ਸਾਹਿਬ, ਤੇ ਜਿਹੜਾ ਫਲ ਆ ਨਾ, ਉਹ ਰੁੱਖ ਤੋਂ ਆਪਣੇ ਆਪ ਹੀ ਅਲੱਗ ਹੋ ਜਾਂਦਾ, ਉਹ ਦੁਬਾਰਾ ਜੁੜੇਗਾ ਨਹੀਂ। ਤੇ ਜਦੋਂ ਕੋਈ ਚੀਜ਼ ਅਧੂਰੀ ਰਹਿ ਜਾਂਦੀ ਹੈ ਨਾ, ਉਹ ਬੰਦਾ ਧੱਕੇ ਨਾਲ ਜੋ ਮਰਜ਼ੀ ਕਰ, ਉਹ ਸਮਾਜ ਦੇ ਤੌਰ ਤੇ ਬੰਦੇ ਨੂੰ ਦੇਈ ਜਾਂਦੇ ਨੇ। ਹੁਣ ਕਈ ਬੰਦੇ ਵੇਖੋ, ਉਹ ਘਰ ਬਾਹਰ ਤੇ ਛੱਡ ਕੇ ਆ ਜਾਂਦੇ ਨੇ, ਫਿਰ ਉਹ ਕੋਈ ਮੰਦਿਰ ਬਣਾ ਲੈਂਦਾ ਹੈ, ਕੋਈ ਗੁਰਦੁਆਰਾ ਬਣਾ ਲੈਂਦਾ ਹੈ, ਕੋਈ ਡੇਰਾ ਬਣਾ ਲੈਂਦਾ ਹੈ,
कोई मठ बना लेता है और उत्थे ਉਹੀ ਪਰਿਵਾਰ ਫਿਰ ਇਕੱਠਾ ਕਰਕੇ ਬਹਿ ਜਾਂਦਾ। ਇਹ ਕੁਦਰਤੀ ਇੱਕ ਚੀਜ਼ ਆ, ਬੰਦਾ ਜਿਹੜੀ ਚੀਜ਼ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਨਾ, ਜਦੋਂ ਆਪਾਂ ਜ਼ਬਰਦਸਤੀ ਕਿਸੇ ਚੀਜ਼ ਨੂੰ ਧੱਕਦੇ ਨਾ ਆਪਣੇ ਤੋਂ ਦੂਰ, ਉਹ ਉਨੇ ਹੀ ਪ੍ਰੈਸ਼ਰ ਨਾਲ ਸਾਡੇ ਵੱਲ ਆਉਂਦੀ ਆ। ਇਸੇ ਕਰਕੇ ਗੁਰੂਆਂ ਨੇ ਸਹਿਜ ਮਾਰਗ ਰੱਖਿਆ। ਸਹਿਜ ਮਾਰਗ ਮਤਲਬ ਗ੍ਰਸਤੀ ਦੇ ਵਿੱਚ ਹੀ ਰਹਿਣਾ ਹੈ, ਇੱਥੇ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ ਔਰ ਗ੍ਰਸਤੀ ਦੇ ਵਿੱਚ ਹੀ ਸੰਨਿਆਸੀ ਹੋ ਜਾਣਾ। ਮਤਲਬ ਨਾਰੀਅਲ ਦੀ ਗਿਰੀ ਵਾਂਗੂ ਸੰਸਾਰ ਤੋਂ ਭੱਜਣਾ ਨਹੀਂ ਆ, ਸੰਸਾਰ ਦੇ ਵਿੱਚ ਹੀ ਰਹਿਣਾ ਔਰ ਇੱਥੇ ਆਪਣੇ ਕਾਰਜ ਕਰਦੇ ਜਾਣਾ ਔਰ ਆਪਣਾ ਅੰਤਿਮ ਸਮਾਂ ਆਉਣ ਤੋਂ ਪਹਿਲਾਂ ਇੱਕ ਸੰਨਿਆਸੀ ਹੋ ਜਾਣਾ, ਇੱਕ ਰਿਟਾਇਰਮੈਂਟ ਲੈ ਲੈਣੀ ਹੈ ਸੰਸਾਰ ਤੋਂ। ਔਰ ਇਹ ਕੰਮ ਇੱਕਦਮ ਨਹੀਂ ਹੋ ਸਕਦਾ, ਇਸ ਲਈ ਸਲੋਲੀ ਤੁਹਾਨੂੰ ਕੰਮ ਕਰਨਾ ਪਊਗਾ। ਤੇ ਉਹ ਉਸੇ ਬਾਰੇ ਅੱਜ ਵਿਚਾਰ ਵੀ ਕਰਨੀ ਆਪਾਂ। ਸੋ ਪਹਿਲਾ ਧਰਮ ਦਾ ਮਤਲਬ ਹੈਗਾ ਚੰਗਾ ਕੰਮ ਕਰਨਾ, ਮਾਫ ਕਰ ਦੇਣਾ, ਦਇਆ ਕਰਨੀ, ਸੱਚ ਬੋਲਣਾ, ਅਹਿੰਸਾ ਕਰਨੀ। ਧਰਮ ਦਾ ਮਤਲਬ ਪਤਾ ਕੀ ਹੈਗਾ ਜੀ? ਧਰਮ ਦਾ ਮਤਲਬ ਹੈਗਾ ਜਦੋਂ ਆਪਾਂ ਬਾਜ਼ਾਰ 'ਚ ਜਾਂਦੇ ਹਾਂ ਨਿੱਜਰ ਸਾਹਿਬ, ਤੇ ਸੜਕਾਂ ਤੇ ਟ੍ਰੈਫਿਕ ਲਾਈਟਾਂ ਲੱਗੀਆਂ ਹੁੰਦੀਆਂ ਨਾ, ਟ੍ਰੈਫਿਕ ਲਾਈਟਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਨੂੰ ਰੋਕਣਾ, ਉਹ ਸਾਨੂੰ ਥੋੜਾ ਜਿਹਾ ਸਬਰ ਸਿਖਾਉਂਦੀਆਂ ਨੇ ਕਿ ਦੂਜਿਆਂ ਨੂੰ ਵੀ ਲੰਘਣ ਦਾ ਮੌਕਾ ਦੇ। ਪਰ ਅਕਸਰ ਵੇਖਿਆ ਕਈ ਲੋਕ ਟ੍ਰੈਫਿਕ ਦਾ ਸਿਗਨਲ ਤੋੜ ਕੇ ਵੀ ਲੰਘ ਜਾਂਦੇ ਨੇ। ਜੇਕਰ ਇਨਸਾਨ ਟ੍ਰੈਫਿਕ ਦਾ ਸਿਗਨਲ ਤੋੜ ਕੇ ਲੰਘ ਜਾਂਦਾ ਹੈ ਤੇ ਜੇ ਟ੍ਰੈਫਿਕ ਦੀਆਂ ਲਾਈਟਾਂ ਨਾ ਹੋਣ ਤੇ ਬੰਦਾ ਕੀ ਕਰੂਗਾ ਦੱਸੋ? ਨਜਰ ਸਾਹਿਬ ਬਿਲਕੁਲ ਜਦ ਉਹਦੀ ਸਜ਼ਾ ਵਾ। ਇਹਦਾ ਮਤਲਬ ਕਈ ਜਗ੍ਹਾ ਦੇ ਉੱਤੇ ਹੀ ਜਾਣ-ਬੁੱਝ ਕੇ ਕਰਦੇ ਹਾਂ। ਅਬ ਜਸਟ ਸੋਚੋ, ਜੇਕਰ ਇਹ ਸਮਾਜ ਨਾ ਹੋਵੇ, ਸਿਸਟਮ ਨਾ ਹੋਵੇ ਤੇ ਬੰਦਾ ਇੱਥੇ ਜੰਗਲ ਬਣਾ ਦੇ ਧਰਤੀ ਤੇ। ਇੱਕ ਪਤਾ ਵਾ ਇੱਥੇ $50 $70 $100 ਫਾਈਨ ਹੈਗਾ, ਇਹਦੇ ਬਾਵਜੂਦ ਵੀ ਬੰਦਾ ਸਿਗਨਲ ਤੋੜ ਦਿੰਦਾ। ਇਹਦਾ ਮਤਲਬ ਤੇ ਇਹੋ ਹੀ ਆ ਨਾ ਕਿ ਕੁਝ ਐਸੀ ਚੀਜ਼ ਚਾਹੀਦੀ ਆ ਜਿਹਦੇ ਨਾਲ ਬੰਦੇ ਦੀ ਸ਼ਕਤੀ ਨੂੰ, ਬੰਦੇ ਦੇ ਦਿਮਾਗ ਨੂੰ, ਬੰਦੇ ਦੇ ਮਨ ਨੂੰ ਰੈਗੂਲੇਟ ਕੀਤਾ ਜਾਵੇ। ਉਸੇ ਲਈ ਧਰਮ ਬਹੁਤ ਜ਼ਰੂਰੀ ਆ। ਸਹੀ ਹੈ ਨਜਰ ਸਾਹਿਬ? ਬਿਲਕੁਲ ਸਹੀ ਆ। ਧਰਮ ਮਤਲਬ ਰੈਗੂਲੇਸ਼ਨ ਹੈਗਾ ਭਾਈ, ਜੀਵਨ ਜਾਂਚ ਆ। ਹਾਂ, ਜੀਵਨ ਦੀ ਜਾਂਚ ਆ। ਤੇ ਸਮਝ ਲਓ ਲਾਈਟਾਂ ਨੇ, ਉਹ ਰੈੱਡ ਲਾਈਟਾਂ, ਉਹ ਗ੍ਰੀਨ ਹੈ, ਯੈਲੋ ਵੀ ਆ ਤੇ ਰੈੱਡ ਵੀ ਆ। ਧਰਮ ਸਾਨੂੰ ਰੋਕਦਾ ਹੈ। ਮੈਂ ਬਹੁਤੀ ਉੱਚੀ ਬੋਲ ਰਿਹਾ, ਧਰਮ ਮੈਨੂੰ ਕਹਿੰਦਾ ਹੈ ਕਿ ਤੂੰ ਬੋਲਦੇ ਰਿਹਾ, ਸਾਹਮਣੇ ਤੇਰਾ ਪਿਓ, ਧਿਆਨ ਨਾਲ ਬੋਲ। ਇਹੋ ਕਹਿੰਦੇ ਧਰਮ, ਹੋਰ ਕੁਛ ਨਹੀਂ ਕਹਿੰਦੇ। ਚੰਗਾ ਜੀਵਨ, ਜੀਵਨ ਦੀ ਜਾਂਚ। ਪਰ ਇਹਦੇ ਦੋ ਤਰੀਕੇ ਹੈਗੇ ਨੇ। ਧਰਮ ਕੋਲ ਇੱਕ ਭਗਤੀ ਵੀ ਹੈਗੀ ਆ। ਜੇ ਮੰਨ ਲਓ ਮੇਰੇ ਤੇ ਸ਼ਕਤੀ ਨਹੀਂ ਹੈਗੀ, ਮੇਰੇ ਕੋ ਆਪਣੇ ਔਗਣਾਂ ਤੇ ਕੰਟਰੋਲ ਨਹੀਂ ਹੋ ਰਿਹਾ, ਫਿਰ ਭਗਤੀ ਕਰੋ। ਫਿਰ ਤੁਹਾਡੇ ਅੰਦਰ ਜੇ ਸ਼ਕਤੀ ਨਹੀਂ ਹੈ, ਸ਼ਕਤੀ ਪੈਦਾ ਹੋ ਜਾਊਗੀ, ਤੁਸੀਂ ਔਗਣਾਂ ਨੂੰ ਦੂਰ ਕਰ ਲਓਗੇ ਆਪਣੇ ਆਪ। ਜਿੱਦਾਂ ਬੰਦਾ ਆਦੀ ਨਹੀਂ ਹੋ ਜਾਂਦਾ, ਬੰਦੇ ਨੂੰ ਨਸ਼ੇ ਦੀ ਆਦਤ ਪੈ ਜਾਂਦੀ, ਭਗਤੀ ਕਰਨ ਨੂੰ ਵੀ ਉਹ ਤੋਂ ਛੁੱਟ ਸਕਦੀ ਹੈ। ਹਾਂਜੀ, ਇੱਥੇ ਪਹਿਲਾ ਹੋ ਗਿਆ ਧਰਮ ਦੀ ਗੱਲ ਹੋ ਗਈ। ਧਰਮ ਦਾ ਮਤਲਬ ਪਹਿਲੀਆਂ ਗੱਲਾਂ। ਅਰਥ ਦਾ ਮਤਲਬ ਹੁੰਦਾ ਧਨ ਸੰਪੱਤੀ। ਹਰ ਕੋਈ ਮਨੁੱਖ ਸੁੱਖ ਚਾਹੁੰਦਾ। ਉਹ ਚਾਹੁੰਦਾ ਕਿ ਮੇਰੀਆਂ ਜ਼ਰੂਰਤਾਂ ਪੂਰੀਆਂ ਹੋਣ, ਮੇਰੇ ਬੱਚੇ ਚੰਗੀ ਜਗ੍ਹਾ ਪੜ੍ਹਨ, ਮੇਰੇ ਬੱਚਿਆਂ ਨੂੰ ਚੰਗੇ ਕੱਪੜੇ ਮਿਲਣ ਔਰ ਮੈਂ ਇੱਕ ਚੰਗੇ ਘਰ 'ਚ ਰਹਾਂ। ਇਹ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕੋਈ ਮਾੜੀ ਚੀਜ਼ ਨਹੀਂ ਆ। ਇਹ ਨੋਰਮਲ ਹੈ, ਸਾਡੀਆਂ ਨੀਡਸ। ਸਾਡੇ ਕੋਲ ਗੱਡੀ ਹੋਣੀ ਚਾਹੀਦੀ ਹੈ, ਮੋਟਰਸਾਈਕਲ, ਕਾਰ, ਜੋ ਵੀ ਆ, ਸਾਡੇ ਕੋਲ ਸੰਦ ਹੋਣੇ ਚਾਹੀਦੇ ਤੇ ਇਹ ਵੀ ਜ਼ਰੂਰੀ ਆ। ਅਰਥ ਤੋਂ ਬਿਨਾਂ ਫਿਰ ਜੀਵਨ ਦਾ ਮਨੋਰਥ ਕੀ ਹੋਇਆ? ਫਿਰ ਬੰਦਾ ਤਰੱਕੀ ਨਾ ਕਰੂ। ਇਹਦਾ ਕਾਰਨ ਹੀ ਹੈ ਤੇ ਅਸੀਂ ਜਾਨਵਰਾਂ ਤੋਂ ਥੋੜਾ ਫਰਕ ਹੈਗੇ ਆ। ਸਾਡਾ ਸਰੀਰ ਫਰਕ ਹੈ, ਸਾਨੂੰ ਬੁੱਧੀ ਦਿੱਤੀ ਰੱਬ ਨੇ, ਸਾਨੂੰ ਸ਼ਬਦ ਦਿੱਤੇ ਆ, ਅਸੀਂ ਚੰਗੀ ਤਰ੍ਹਾਂ ਗੱਲਬਾਤ ਕਰ ਸਕਦੇ ਹਾਂ। ਔਰ ਜਾਨਵਰਾਂ ਕੋਲ ਤੇ ਕੋਈ ਭਾਸ਼ਾ ਹੈ ਲੜਨਾ, ਪਰ ਸਾਡੇ ਕੋਲ ਕਮਿਊਨੀਕੇਸ਼ਨ ਹੈਗਾ। ਇਹੋ ਚੀਜ਼ ਦੀ ਪ੍ਰੋਬਲਮ ਆ, ਅਸੀਂ ਉਸ ਚੀਜ਼ ਨੂੰ ਵਰਤ ਨਹੀਂ ਪਾਉਂਦੇ ਤੇ ਕਈ ਵਾਰੀ ਅਸੀਂ ਜਾਨਵਰਾਂ ਨੂੰ ਲੜਦੇ ਰਹਿੰਦੇ ਹਾਂ। ਕਈ ਵਾਰੀ ਨਹੀਂ, ਅਕਸਰ ਹੀ ਲੜਦੇ ਹਾਂ। ਤੇ ਉਹਦਾ ਕਾਰਨ ਇਹ ਹੁੰਦਾ ਵਾ ਕਿ ਅਸੀਂ ਕੀ ਕਰਦੇ ਹਾਂ ਕਿ ਉਹ ਚੀਜ਼ ਨੂੰ ਉਹਦੇ ਰੂਪ 'ਚ ਵੇਖ ਨਹੀਂ ਪਾਉਂਦੇ। ਔਰ ਫਿਰ ਕੀ ਹੁੰਦਾ ਵਾ, ਔਰ ਫਿਰ ਤੁਹਾਨੂੰ ਪਤਾ ਹੀ ਹੈ ਜੀਵਨ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ। ਔਰ ਫਿਰ ਕਈ ਵਾਰੀ ਤੇ ਇੰਨੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ, ਉਹਨਾਂ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ। ਫਿਰ ਬੰਦਾ ਸੋਚਦਾ ਵਾ ਕਿ ਜ਼ਿੰਦਗੀ 'ਚ ਇੰਨਾ ਤੂਫਾਨ ਕਿੱਥੋਂ ਆ ਗਿਆ। ਔਰ ਉਸ ਚੀਜ਼ ਵੱਲ ਜੇਕਰ ਉਹ ਧਿਆਨ ਮਾਰੇ ਨਾ, ਔਰ ਬਹੁਤ ਹੱਦ ਤੱਕ ਅਸੀਂ ਖੁਦ ਜ਼ਿੰਮੇਵਾਰ ਹੁੰਦੇ। 99% ਜਦੋਂ ਅਗਲੇ ਬੰਦੇ ਦਾ ਕਸੂਰ ਹੁੰਦਾ ਨਾ, ਉਹ 1% ਨਿੱਜਰ ਸਾਹਿਬ ਸਾਡਾ ਵੀ ਕਸੂਰ ਹੁੰਦਾ।
ਬਿਲਕੁਲ ਸਹੀ ਗੱਲ ਹੈ। ਹਾਂਜੀ ਨਿੱਜਰ ਸਾਹਿਬ, ਮੈਂ ਤਾਂ ਕਹਿੰਦਾ ਆਪਣਾ ਜ਼ਿਆਦਾ ਹੀ ਹੁੰਦਾ ਆਪਣਾ ਜ਼ਿਆਦਾ ਹੀ ਹੁੰਦਾ ਹੈ ਗੁਰਕੀ ਸਾਹਿਬ। ਦੋ ਹੀ ਸਿਸਟਮ ਹੈ, ਤੀਜਾ ਸਿਸਟਮ ਕੋਈ ਨਹੀਂ ਹੈਗਾ। ਹੱਥ ਜ਼ਿਆਦਾ ਖਰਾਬ ਹੋ ਗਿਆ, ਵੱਢ ਕੇ ਵਗਾ ਕੇ ਮਾਰੋ। ਕੀ ਕਰੋਗੇ ਹੱਥ ਨੂੰ ਜਦੋਂ ਤੁਹਾਨੂੰ ਮੌਤ ਦੇ ਮੂੰਹ 'ਚ ਲੈ ਕੇ ਜਾ ਰਿਹਾ? ਜੇ ਜੀਵਨ ਸਾਥੀ ਜ਼ਿਆਦਾ ਹੀ ਗੜਬੜ ਕਰ ਰਿਹਾ, ਤੁਸੀਂ ਸੋਚਦੇ ਕਿ ਨਹੀਂ ਇਹ ਕੁਛ ਹੋ ਸਕਦਾ, ਫਿਰ ਵੱਢ ਕੇ ਛੱਡੋ ਤੇ ਗੱਲ ਖਤਮ ਹੋ ਗਈ। ਪਰ ਇੱਕ ਦੂਜੀ ਗੱਲ ਆ, ਤੁਸੀਂ ਐਸੀ ਸਿਚੁਏਸ਼ਨ 'ਚ ਨਹੀਂ ਹੈਗੇ ਜਿਹਨੂੰ ਵੱਢ ਕੇ ਨਹੀਂ ਸੁੱਟ ਸਕਦੇ, ਉਹਦੇ ਨਾਲ ਰਹਿਣਾ ਪੈਣਾ। ਤੇ ਫਿਰ ਕਾਰਨ ਲੱਭਣੇ ਪੈਣੇ ਨੇ ਜਿਹੜੇ ਸਾਡੀ ਹੈਲਪ ਕਰਨ, ਜਿਹੜੇ ਸਾਨੂੰ ਇੱਕ ਦੂਜੇ ਦੇ ਲਾਗੇ ਲੈ ਕੇ ਆਉਣ। ਤੁਸੀਂ ਦੇਖੋ ਸਾਧ ਸੰਗਤ ਜੀ, ਲੋਕਾਂ ਨੇ ਐਵੇਂ ਕਿਤਾਬਾਂ 'ਚ ਕਹਾਣੀਆਂ ਪਾ ਦਿੱਤੀਆਂ ਕਿ ਪਿਆਰ ਜੀ ਪਹਿਲੀ ਆਖਣਾ ਹੋ ਜਾਂਦਾ ਵਾ, ਪਹਿਲੀ ਵਾਰੀ ਮਿਲਿਆ ਪਿਆਰ ਹੋ ਜਾਂਦਾ। ਉਹ ਪਿਆਰ ਨਹੀਂ ਹੁੰਦਾ, ਉਹ ਅਟਰੈਕਸ਼ਨ ਹੁੰਦੀ ਹੈ। ਇਹ ਲੋਕਾਂ ਨੇ ਨਾ ਮਿਸਗਾਈਡ ਕਰਤਾ ਸਮਾਜ ਨੂੰ, ਫਿਲਮਾਂ ਨੇ, ਨਾਵਲਾਂ ਨੇ, ਕਹਾਣੀਆਂ ਨੇ। ਤੇ ਬੱਚੇ ਵੀ ਵਹਿੰਦੇ ਰਹਿੰਦੇ ਨੇ ਕਿ ਆਹ ਦੇਖ ਲਿਸਟਾਂ ਬਣਾਈਆਂ ਨੇ ਕਿ ਆਹ ਦੇਖ ਇਹ ਬੰਦੇ ਜਿੰਨੀਆਂ ਗੱਲਾਂ ਹੈਗੀਆਂ ਤੇ ਜੇ ਮੇਰਾ ਲਵ ਆ, ਜੇ ਨਹੀਂ ਗੱਲਾਂ ਹੈਗੀਆਂ ਮੇਰਾ ਕੋਈ ਲਵ ਨਹੀਂ। ਪਿਆਰ ਪਿਓਰ ਕੁਝ ਨਹੀਂ ਹੁੰਦਾ, ਉਹ ਅਟਰੈਕਸ਼ਨ ਹੁੰਦੀ ਹੈ। ਜਦੋਂ ਇੱਕ ਔਰਤ ਇੱਕ ਬੰਦੇ ਨੂੰ ਦੇਖਦੀ ਹੈ ਤੇ ਅਟਰੈਕਟ ਹੁੰਦੀ ਹੈ, ਜਦ ਬੰਦਾ ਔਰਤ ਨੂੰ ਦੇਖਦਾ ਅਟਰੈਕਟ ਹੁੰਦਾ। ਪਿਆਰ ਇੱਕ ਜ਼ਮੀਨ ਹੈ, ਉਹਦੇ ਵਿੱਚ ਇੱਕ ਪੌਦਾ ਲਾਉਣਾ ਪੈਂਦਾ ਹੈ, ਉਸ ਪੌਦੇ ਨੂੰ ਸਾਂਭਣਾ ਪੈਂਦਾ ਹੈ, ਉਹਦੀ ਸੇਵਾ ਕਰਨੀ ਪੈਂਦੀ ਹੈ, ਉਹਨੂੰ ਖਾਦ ਪਾਉਣੀ ਪੈਂਦੀ ਹੈ, ਉਹਨੂੰ ਪਾਣੀ ਪਾਉਣਾ ਪੈਂਦਾ ਹੈ, ਉਹਨੂੰ ਜਾਨਵਰਾਂ ਤੋਂ ਬਚਾਉਣਾ ਪੈਂਦਾ ਹੈ, ਸਮਾਜ ਤੋਂ। ਜਾਨਵਰ ਤੋਂ ਮਤਲਬ ਸਮਾਜ ਤੋਂ। ਉਹਦੀ ਪਰਵਰਿਸ਼ ਕਰਨੀ ਪੈਂਦੀ ਹੈ, ਉਹਦੀ ਵਾੜ ਕਰਨੀ ਪੈਂਦੀ ਹੈ, ਉਹਨੂੰ ਕਲਟੀਵੇਟ ਕਰਨਾ ਪੈਂਦਾ ਹੈ। ਜਿੱਦਾਂ ਆਪਾਂ ਫਸਲਾਂ ਨੂੰ ਉਗਾਉਂਦੇ ਹਾਂ ਨਾ, ਜਿੱਦਾਂ ਜੱਟ ਇੱਕ ਫਸਲ ਨੂੰ ਉਗਾਉਂਦਾ ਹੈ, ਫਸਲਾਂ ਸੁਪਨੇ 'ਚ ਨਹੀਂ ਉਗਦੀਆਂ, ਉੱਥੇ ਮਿਹਨਤ ਲੱਗਦੀ ਹੈ। ਇਸੇ ਤਰ੍ਹਾਂ ਰਿਸ਼ਤਾ ਕੋਈ ਵੀ ਹੋਵੇ, ਚਾਹੇ ਮਾਂ ਬਾਪ ਦਾ, ਭੈਣ ਭਰਾ ਦਾ, ਪਤੀ ਪਤਨੀ ਦਾ, ਉਹਨੂੰ ਮਜ਼ਬੂਤ ਕਰਨ ਦੇ ਲਈ ਬੜੀ ਲੌਂਗ ਹਿਸਟਰੀ ਹੈ। ਆਪਾਂ ਸੋਚਦੇ ਹਾਂ ਕਿ ਅਗਲਾ ਨਜੂਮੀ ਹੋਵੇ, ਸਾਡੇ ਦਿਲ ਦੀਆਂ ਗੱਲਾਂ ਪੜ੍ਹ ਲੇ। ਏਦਾਂ ਦਾ ਕੋਈ ਜੀਵਨ ਸਾਥੀ ਤੁਹਾਨੂੰ ਮਿਲਣਾ ਨਹੀਂ ਆ। ਉਹ ਸੁਪਨਿਆਂ ਦੇ ਵਿੱਚ ਹੈਗੀਆਂ ਸੀ ਗੱਲਾਂ। ਹਾਂ, ਤੁਹਾਨੂੰ ਕੋਈ ਜ਼ਰੂਰਤ ਹੈ, ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਦੱਸਣਾ ਪਊਗਾ ਬਈ ਤੈਨੂੰ ਮੈਨੂੰ ਟਾਈਮ ਦੇਣਾ ਪਊਗਾ, ਜਾਂ ਮੈਨੂੰ ਕੋਈ ਕੱਪੜੇ ਦੀ ਲੋੜ ਹੈ, ਜਾਂ ਮੈਨੂੰ ਲੱਤੇ ਦੀ ਲੋੜ ਹੈ, ਜਾਂ ਮੈਨੂੰ ਰਿਸਪੈਕਟ ਦੀ ਲੋੜ ਆ। ਉਹ ਵੀ ਉਦੋਂ ਗੱਲ ਕਰਨੀ ਜਦੋਂ ਬੰਦਾ ਨੋਰਮਲ ਟੈਂਪਰੇਚਰ 'ਚ ਬੈਠਾ ਹੈ। ਜਦੋਂ ਤਾਂ ਫਸਲ ਆਪਾਂ ਬੀਜਦੇ ਹਾਂ, ਸੀਜ਼ਨ ਹੁੰਦਾ, ਉਸੇ ਤਰ੍ਹਾਂ ਗੱਲ ਕਰਨ ਦਾ ਵੀ ਟਾਈਮ ਹੁੰਦਾ। ਅੱਜ ਤਲਾਕ ਕਿਉਂ ਵੱਧ ਰਹੇ ਨੇ ਧਰਤੀ 'ਚ? ਕਿਉਂਕਿ ਅਸੀਂ ਲੋੜ ਤੋਂ ਜ਼ਿਆਦਾ ਐਕਸਪੈਕਟ ਕਰ ਰਹੇ ਹਾਂ। ਲੜਾਈ ਵੀ ਜ਼ਰੂਰੀ ਆ ਜੀਵਨ ਦੇ ਵਿੱਚ। ਇੱਥੇ ਲੜਾਈ ਨਹੀਂ, ਉੱਥੇ ਉਹਦੀ ਡਿਕਟੇਟਰਸ਼ਿਪ ਹੋ ਗਈ। ਹੁਣ ਕਈ ਕਹਿੰਦੇ, ਮੈਨੂੰ ਕਹਿੰਦੇ ਕਿ ਵੀਰ ਜੀ ਸਾਡੇ ਘਰ ਲੜਾਈ ਨਹੀਂ ਹੁੰਦੀ। ਮੈਂ ਅੱਛਾ, ਮੈਂ ਇਹ ਕਿਹੜਾ ਘਰ ਹੈ? ਉਹ ਨਹੀਂ ਸਾਡੇ ਘਰ। ਮੈਂ ਜਾਂ ਤੇ ਫਿਰ ਘਰ ਦੀ 'ਚ ਪਾਵਰ ਜ਼ਿਆਦਾ, ਜਾਂ ਫਿਰ ਘਰ ਦੇ 'ਚ ਪਾਵਰ ਜ਼ਿਆਦਾ। ਉਦਾਂ ਲੜਾਈ ਤੇ ਨਿੱਜਰ ਸਾਹਿਬ ਇਹੀ ਆ ਨਾ ਕਾਰਨ। ਬਿਲਕੁਲ। ਇੱਕ ਬੰਦਾ ਦੂਜੇ ਨੂੰ ਨੱਪ ਰਿਹਾ, ਤਾਂ ਹੀ ਉਹ ਵਿਚਾਰਾ ਚੁੱਪ ਕੇ ਬਹਿ ਗਿਆ, ਉਹਨੇ ਆਪਣੇ ਆਪ ਨੂੰ ਸਮਝੌਤਾ ਕਰ ਲਿਆ। ਮੈਂ ਜਿੱਥੇ ਦੋ ਸਰਕਾਰਾਂ ਬੈਠੀਆਂ ਨੇ ਉੱਥੇ ਤੇ ਬਹਿਸ ਹੋਣੀ ਆ। ਕਈ ਗੱਲਾਂ ਨਾਲ ਅਗਲੇ ਨੇ ਸਹਿਮਤ ਹੋਣਾ, ਕਈ ਗੱਲਾਂ ਜਿਹੜੀਆਂ ਤੁਹਾਡੀਆਂ ਸਹੀ ਨਹੀਂ ਆ। ਤੁਸੀਂ ਰਾਤ ਨੂੰ 3 ਵਜੇ ਆਓ, 12 ਵਜੇ ਆਓ, 1 ਵਜੇ ਆਓ, ਅਗਲੀ ਚੁੱਪ ਕਰਕੇ ਬੈਠੀ ਰਵੇ। ਇਹ ਕਿਹੜਾ ਇਹ ਸਹੀ ਤਰੀਕਾ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਅਗਲੀ ਨੇ ਤਾਂ ਕਹਿਣਾ ਬਈ ਨਿੱਕੇ ਨਿੱਕੇ ਬੱਚੇ ਆ, ਤੂੰ ਰਾਤ ਨੂੰ 2 ਵਜੇ ਆਉਂਦੇ ਆ, ਇਹ ਬੱਚਿਆਂ ਦੇ ਮਨ ਦੇ ਉੱਤੇ ਕੀ ਪ੍ਰਭਾਵ ਪਊਗਾ ਤੇਰਾ, ਚਾਹੇ ਔਰਤ ਹੈ ਜਾਂ ਮਰਦ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਹੁਣ ਬੱਚੇ ਸਾਨੂੰ ਵੀ ਵੇਖ ਕੇ ਸਿੱਖ ਰਹੇ। ਹੁਣ ਮੰਨ ਲਓ ਮਾਂ ਪਿਓ ਲੜੀ ਜਾਂਦੇ ਬਿਨਾਂ ਮਤਲਬ ਤੇ, ਉਹ ਬੱਚਿਆਂ ਦੇ ਮਨ 'ਚ ਇੱਕ ਨਫ਼ਰਤ ਬਹਿ ਜਾਣੀ ਆ ਕਿ ਵਿਆਹ ਕਰਾਉਣਾ ਸੱਚੀ ਮਾੜੀ ਚੀਜ਼ ਆ। ਜੋ ਕਥਾ ਕਰਦਾ ਮੈਂ, ਹੁਣ ਕਈਆਂ ਲੋਕਾਂ ਨਾਲ ਮੇਰਾ ਮੇਲ ਹੁੰਦਾ ਵਾ, ਉਹਨਾਂ ਨਾਲ ਮੈਂ ਗੱਲਾਂ ਕਰਦਾ ਵਾਂ, ਅੰਡਰਸਟੈਂਡਿੰਗ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸ਼ੁਕਰਾਤ ਦੀ ਘਰ ਦੀ ਵੇਖ ਲਓ, ਜੀਵਨ ਭਰ ਉਹਦੇ ਨਾਲ ਲੜਦੀ ਰਹੀ, ਪਰ ਉਹਨੂੰ ਬਦਲਿਆ ਨਹੀਂ ਨਿੱਜਰ ਸਾਹਿਬ। ਕਿਉਂ? ਕੋਈ ਜਨਾਨੀਆਂ ਦੀ ਕਮੀ? ਇਹੋ ਤਾਂ ਗੱਲ ਹੁੰਦੀ ਆ। ਕਹਿੰਦੇ ਚੱਜੇ ਨਾਲ ਤੇ ਸਾਰੇ ਕੱਟ ਲੈਂਦੇ, ਕੋਈ ਚੱਜੇ ਨਾਲ ਕੱਟਣੀ ਔਖੀ ਆ। ਉੱਥੇ ਤੇ ਪਤਾ ਲੱਗਦਾ। ਹਨੇਰੇ ਵਿੱਚ ਦੀਵਾ ਤੇ ਸਾਰੇ ਬਾਲ ਲੈਂਦੇ ਨੇ, ਮਜ਼ਾ ਤਾਂ ਆਉਂਦਾ ਜਦੋਂ ਕੋਈ ਹਨੇਰੀ 'ਚ ਦੀਵਾ ਬਾਲ ਦੇ। ਉੱਥੇ ਤੇ ਗੱਲ ਬਣਦੀ, ਉੱਥੇ ਪਤਾ ਲੱਗਦਾ। ਕੁਦਰਤ ਕਈ ਵਾਰੀ ਸਾਨੂੰ ਹਾਰਡ ਗੇਮ ਪਾਉਂਦੀ ਆ, ਹੁੰਦੇ ਕਰਮਾਂ ਦਾ ਹਿਸਾਬ ਤਾਂ ਵੀ ਆ। ਤੇ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਆਪਾਂ ਵਿਚਾਰ ਕਰਨੀਆਂ ਨੇ। ਕੁੜੀਆਂ ਬਹੁਤੀਆਂ। ਅਗਲੇ ਬੰਨੇ ਆ ਗਿਆ ਸੁੱਖ ਦੇ ਵਿੱਚ ਵੀ ਬੜੀ ਜ਼ਰੂਰਤ ਆ। ਇਹ ਕਾਮ ਆ ਗਿਆ, ਕਾਮ ਦੇ ਵਿੱਚ ਆ ਜਾਂਦਾ ਸਰੀਰਕ ਸੁੱਖ। ਚਲੋ ਇਹਦੇ ਨਾਲ ਪ੍ਰਕਿਰਤੀ ਵੀ ਚੱਲਦੀ ਹੈ, ਚਲੋ ਇਹ ਵੀ ਜ਼ਰੂਰੀ ਹੈ। ਤੇ ਉਸ ਤੋਂ ਅੱਗੇ ਆ ਗਈ ਮੋਕਸ਼।
ਇਹ ਚਾਰ ਹੈਗੇ ਨੇ ਹੈ ਸਾਰੇ ਪੁਰਾਤਨ ਗ੍ਰੰਥਾਂ 'ਚ ਇਹਨਾਂ ਦਾ ਵਰਣਨ ਆਉਂਦਾ ਹੈ। ਇਹ ਚਾਰਾਂ ਦੇ ਵਿੱਚ ਹੀ ਜੀਵਨ ਚੱਲਦਾ ਹੈ ਮਨੁੱਖ ਦਾ, ਧਰਮ, ਅਰਥ, ਕਾਮ ਤੇ ਮੋਕਸ਼। ਹੁਣ ਜਦੋਂ ਧਰਮ ਦਾ ਮਤਲਬ ਹੈਗਾ ਇੱਕ ਬੈਲੈਂਸ, ਜਿਹਦਾ ਤਕੜੀ ਦੇ ਵਿੱਚ ਪੈਂਡੂਲਮ ਲੱਗਾ ਹੁੰਦਾ ਨਾ ਨਿੱਜਰ ਸਾਹਿਬ, ਉਹ ਦੋਨੋਂ ਪੱਲੂਆਂ ਨੂੰ ਬਰਾਬਰ ਕਰਦਾ। ਧਰਮ ਨੇ ਬੈਲੈਂਸ ਕਰਨਾ ਹੈ ਅਰਥ ਤੇ ਕਾਮ ਨੂੰ। ਇਹ ਨਾ ਹੋਵੇ ਕਿ ਬੰਦਾ ਧਨ ਦੇ ਪਿੱਛੇ ਭੱਜ ਕੇ ਤੇ ਉਹ ਜੀਵਨ ਦਾ ਸਮਾਂ ਸਾਰਾ ਬਰਬਾਦ ਕਰ ਦੇ, ਜਾਂ ਇਹ ਨਾ ਹੋਵੇ ਕਿ ਉਹ ਇੱਕ ਚੀਜ਼ ਨੂੰ ਸਾਧ ਸੰਗਤ ਜੀ, ਮੇਰੀ ਗੱਲ ਨੂੰ ਬੁਰਾ ਨਹੀਂ ਮੰਨਣਾ, ਕੁਦਰਤ ਸਾਨੂੰ ਵੇਂਦੀ ਪਈ ਹੈ, ਚਾਹੇ ਆਦਮੀ ਚਾਹੇ ਔਰਤ, ਜੇਕਰ ਉਹ ਆਪਣੇ ਨੇ ਉਸ ਘਰ ਦੇ ਵਿੱਚ ਸੁੱਖ ਤੇ ਸ਼ਾਂਤੀ ਨਹੀਂ ਰਹਿਣ ਦੇਣੀ। ਜੋ ਇਹ ਗੱਲ ਮੇਰੀ ਪੱਥਰ ਤੇ ਲਕੀਰ ਲਿਖਾ ਲੈਣਾ, ਜਿੱਥੇ ਵੀ ਪਤੀ ਪਤਨੀ, ਸ਼ਿਵ ਤੇ ਸ਼ਕਤੀ ਅਗਲੇ ਬੰਨੇ ਆਉਣੀ ਹੈ, ਉਹ ਘਰ ਵਿੱਚ ਆਉਣੀ ਹੈ ਤੁਕ। ਸ਼ਿਵ ਤੇ ਸ਼ਕਤੀ, ਦੋ ਸ਼ਕਤੀਆਂ ਦਾ ਮਿਲਣ, ਚਾਹੇ ਸ਼ਿਵ ਧੋਖਾ ਦੇਵੇ ਚਾਹੇ ਸ਼ਕਤੀ ਧੋਖਾ ਦੇਵੇ, ਉਸ ਘਰ ਦੇ ਵਿੱਚ ਕੋਈ ਚੰਗੀ ਚੀਜ਼ ਨਹੀਂ ਹੈ। ਜੇਕਰ ਤੁਹਾਡੇ ਘਰ ਵਿੱਚ ਅਸ਼ਾਂਤੀ ਹੈ, ਲੜਾਈ ਝਗੜਾ ਹੈ, ਤੇ ਇਹਦਾ ਕਾਰਨ ਹੈ ਜਾਂ ਤੇ ਤੁਸੀਂ ਕਿਸੇ ਔਰਤ ਦੇ ਨਾਲ ਉਹਦਾ ਬਣਦਾ ਹੱਕ ਨਹੀਂ ਦੇਂਦੇ, ਚਾਹੇ ਨੌਂ ਹੈ, ਚਾਹੇ ਸੱਸ ਹੈ, ਚਾਹੇ ਮਾਂ ਹੈ, ਚਾਹੇ ਪਿਓ ਹੈ, ਚਾਹੇ ਪਤੀ ਹੈ, ਚਾਹੇ ਪਤਨੀ ਹੈ। ਜੇਕਰ ਆਪਾਂ ਉਹਨਾਂ ਦਾ ਬਣਦਾ ਜਾਇਜ਼ ਹੱਕ, ਚਾਹੇ ਬੱਚੇ ਹਨ, ਉਹਨਾਂ ਦਾ ਹੱਕ ਨਹੀਂ ਦੇ ਰਹੇ, ਉਹਨਾਂ ਨੂੰ ਜ਼ਬਰਦਸਤੀ ਨੱਪਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਉਹਨਾਂ ਲਈ ਕੁਛ ਐਸੀਆਂ ਸਿਚੁਏਸ਼ਨ ਪੈਦਾ ਕਰ ਰਹੇ ਹਾਂ, ਜਾਂ ਉਹਨਾਂ ਨੂੰ ਮਜਬੂਰ ਕਰ ਰਹੇ ਹਾਂ, ਔਰ ਉਹਨਾਂ ਦਾ ਜੀਵਨ ਆਪਾਂ ਹਰਾਮ ਕਰਦਾ ਹੈ, ਉਸ ਘਰ ਦੇ ਵਿੱਚ ਪੈਸੇ ਤੇ ਬਹੁਤ। ਬਲਬੀਰ ਜੀ ਮਾਈਕ ਬੰਦ ਕਰੋ, ਤੁਹਾਡਾ ਮਾਈਕ ਔਨ। ਮੈਂ ਕਰਦਾ ਜੀ ਬਲਬੀਰ ਜੀ ਠੀਕ। ਇਹ ਚੀਜ਼ਾਂ ਬੜੀਆਂ ਪੁਆਇੰਟ ਵਾਲੀਆਂ ਨੇ ਸਾਧ ਸੰਗਤ ਜੀ, ਇਹਨਾਂ ਨੂੰ ਬੜੇ ਚੰਗੀ ਤਰ੍ਹਾਂ ਸ਼ਾਂਤੀ ਦੇ ਨਾਲ ਦਿਮਾਗ 'ਚ ਬਿਠਾ ਲੈਣਾ। ਇਹ ਕਿਉਂਕਿ ਧਰਮ ਜਿਹੜਾ ਹੈ ਸਾਨੂੰ ਬੜਾ ਕੁਝ ਸਿਖਾਉਂਦਾ ਹੈ, ਕੱਲੀ ਭਗਤੀ ਨਾਲ ਗੱਲ ਨਹੀਂ ਜ਼ਬਾਨੀ। ਜੇ ਮੈਂ ਘਰੇ ਆਪਣੀ ਘਰ ਦੀ ਨੂੰ ਮਾੜਾ ਚੰਗਾ ਬੋਲਦਾ, ਜਾਂ ਉਹਦੇ ਪਰਿਵਾਰ ਨੂੰ ਮਾੜਾ ਚੰਗਾ ਬੋਲਦਾ, ਜਾਂ ਉਹ ਤੋਂ ਮੈਂ ਨਫ਼ਰਤ ਕਰਦਾ, ਔਰ ਇਹਦੇ ਬਾਵਜੂਦ ਮੈਂ ਜਿੰਨੀ ਮਰਜ਼ੀ ਭਗਤੀ ਕਰ ਰਿਹਾ ਜਾਂ ਜਿੰਨਾ ਮਰਜ਼ੀ ਮੈਂ ਗੁਰਦੁਆਰੇ ਜਾ ਕੇ ਸੇਵਾ ਕਰ ਰਿਹਾ, ਉਹ ਨਹੀਂ ਮਨਜ਼ੂਰ ਹੋਣੀ। ਜੋ ਨਿੱਜਰ ਸਾਹਿਬ ਸਹੀ ਆ? ਬਿਲਕੁਲ ਠੀਕ ਹੈ ਜੀ। ਮੈਂ ਜ਼ਿਆਦਾ ਤਾਂ ਨਹੀਂ ਬੋਲ ਗਿਆ ਅੱਜ? ਨਾ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇਹ ਜਿਹੜੇ ਨੇ ਦੇਖੋ ਸਮਾਜ ਦੇ ਤੌਰ ਤੇ ਆਪਾਂ ਨੂੰ ਇਨਸਾਫ ਹੀ ਕਰਨਾ ਪੈਣਾ ਕਿਸੇ ਰੂਪ ਚ ਵੀ, ਨਹੀਂ ਤੇ ਜੀਵਨ ਤੁਹਾਡਾ ਇਹ ਤਿੰਨ ਚੀਜ਼ਾਂ ਚ ਤੁਸੀਂ ਅੱਗੇ ਨਹੀਂ ਲੰਘ ਸਕਦੇ। ਧਰਮ ਹੈਗਾ ਜੀਵਨ ਨੂੰ ਜਿਉਣ ਦਾ ਸੁਚੱਜ, ਜੇ ਨਹੀਂ ਆਉਂਦੇ ਤਾਂ ਭਗਤੀ ਕਰੋ, ਭਗਤੀ ਪੈਦਾ ਕਰੂਗੀ ਸਾਡੇ ਅੰਦਰ, ਫਿਰ ਸਾਡੇ ਅੰਦਰ ਚੰਗਿਆਈ ਪੈਦਾ ਹੋਊ, ਔਰ ਫਿਰ ਸਾਡੇ ਅੰਦਰ ਕੀ ਹੋਊਗਾ? ਵਿਸ਼ਵਾਸ ਬੜਾ ਜੀਵਨ ਚ ਜ਼ਰੂਰੀ ਹੈ। ਬੇਸ਼ੱਕ ਜੀਵਨ ਸਾਥੀ ਸਾਡੇ ਨਾਲ ਨਹੀਂ ਹੈਗਾ, ਦੂਰ ਹੈਗਾ, ਔਰ ਜੇਕਰ ਅਸੀਂ ਉਸ ਦੇ ਲਈ ਉਸਦਾ ਜੋ ਸਾਡੇ ਲਈ ਵਿਸ਼ਵਾਸ ਹੈ, ਜੇ ਅਸੀਂ ਉਹਨੂੰ ਕੰਟੀਨਿਊ ਨਹੀਂ ਕਰ ਪਾ ਰਹੇ, ਤਾਂ ਸਾਡੇ ਲਈ ਕੋਈ ਚੰਗੀ ਗੱਲ ਨਹੀਂ ਹੈ, ਚਾਹੇ ਉਹ ਪਤਨੀ ਹੈ ਜਾਂ ਪਤੀ ਹੈ। ਕਿਉਂਕਿ ਗਲਾ ਲਾਗੇ ਤੇ ਨਹੀਂ ਬੈਠਾ, ਪਰ ਫਿਰ ਵੀ ਉਸ ਵਿਸ਼ਵਾਸ ਨੂੰ ਸਹੀ ਤਰ੍ਹਾਂ ਬਣਾਈ ਰੱਖਣ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ, ਔਰ ਇਹ ਸਾਨੂੰ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਅਗਲੇ ਬੰਨੇ ਅਰਥ ਆ, ਅਰਥ ਦਾ ਮਤਲਬ ਇਹੋ ਹੀ ਆ, ਸੰਪਤੀ ਸੁੱਖ ਜੋ ਸਾਨੂੰ ਚਾਹੀਦੇ ਨੇ, ਕਿਉਂਕਿ ਜੀਵਨ ਦੇ ਵਿੱਚ ਅਸੀਂ ਜਿਉਣਾ ਹੈ, ਤੇ ਜੇ ਬਿੱਲ ਦੇਣੇ, ਲਾਈਟ ਦੇ ਬਿੱਲ ਦੇਣੇ ਆ, ਗੱਡੀ ਦੇ ਕਿਸ਼ਤਾਂ ਦੇਣੀਆਂ, ਤੇ ਕੰਮ ਕਰਨਾ ਪਊਗਾ। ਤੇ ਕਾਮ ਦਾ ਮਤਲਬ ਹੈ ਇਹ ਵੀ ਸਰੀਰਕ ਸੁੱਖ ਵੀ ਹੈ, ਇਸ ਲਈ ਆਪਾਂ ਵਿਆਹ ਕਰਵਾਉਂਦੇ ਹਾਂ, ਫਿਰ ਬੱਚੇ ਪੈਦਾ ਕਰਦੇ ਹਾਂ, ਫਿਰ ਉਹ ਵੀ ਸਾਡੀ ਇੱਕ ਜ਼ਿੰਮੇਵਾਰੀ ਹੈ। ਕੁਦਰਤ ਨੇ ਇੱਥੋਂ ਤੱਕ ਕਿ ਹਿੰਦੂਆਂ ਦੇ ਵਿੱਚ ਨਿੱਜਰ ਸਾਹਿਬ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਬੰਦੇ ਦਾ ਕੋਈ ਬੱਚਾ ਨਹੀਂ ਹੈ ਨਾ, ਉਹ ਜੱਗ ਨਹੀਂ ਕਰਾ ਸਕਦਾ। ਨਿੱਜਰ ਸਾਹਿਬ ਆਪ ਜਸਟ ਸੋਚੋ, ਉਹ ਕਹਿੰਦਾ ਜੱਗ ਦਾ ਹੱਕਦਾਰ ਨਹੀਂ ਹੈਗਾ, ਕਿਉਂਕਿ ਕੁਦਰਤ ਨੂੰ ਇਹਦੀ ਕੁਦਰਤੀ ਸੇਵਾ ਹੈ। ਇੱਕ ਸੰਸਾਰ ਤੇ ਆਪਾਂ ਜੋ ਵੀ ਕਰ ਰਹੇ ਹਾਂ, ਮਤਲਬ ਇਹ ਮੈਂ ਨਹੀਂ ਕਹਿੰਦਾ ਕਿ ਜੋ ਕਈਆਂ ਦੇ ਬੱਚੇ ਨਹੀਂ ਹੋਏ, ਉਹ ਗੱਲ ਵੱਖਰੀ ਆ, ਉਹ ਕੇਸ ਅਲੱਗ ਹੈ, ਕਥਾ ਸਾਰਿਆਂ ਨੇ ਸੁਣਨੀ। ਉਹ ਚਲੋ ਪ੍ਰਮਾਤਮਾ ਨੇ ਇੱਕ ਸਿਸਟਮ ਬਣਾਇਆ, ਕਈ ਵਾਰੀ ਦਿੰਦਾ ਹੈ, ਨਹੀਂ ਵੀ ਦਿੰਦਾ, ਤੇ ਉਹਦੀ ਦਾਤ ਹੈ। ਪਰ
ਇਹ ਵੀ ਇੱਕ ਆਪਣੀ ਜ਼ਿੰਮੇਵਾਰੀ ਹੈ। ਇੱਕ ਐਸਾ ਬੱਚਾ, ਇੱਕ ਬੱਚਾ, ਦੋ ਬੱਚੇ, ਜਿੰਨੇ ਵੀ ਸਾਡੀ ਹਿੰਮਤ ਆ, ਉਹ ਸੰਸਾਰ 'ਚ ਦੇ ਕੇ ਜਾਣੇ, ਉਹਨਾਂ ਦੀ ਪਰਵਰਿਸ਼ ਸਹੀ ਤਰੀਕੇ ਨਾਲ ਕਰਨੀ। ਕਿਉਂਕਿ ਜੇ ਆਪਾਂ ਗਲਤ ਬੱਚੇ ਨੂੰ ਸੰਸਾਰ 'ਚ ਛੱਡ ਕੇ ਜਾਂਦੇ ਹਾਂ, ਫਿਰ ਇੱਕ ਐਸੀ ਲੀਕ ਪੈ ਜਾਂਦੀ ਹੈ, ਉਹ ਲੀਕ ਨੇ ਵੱਡੀ ਹੋਈ ਜਾਣਾ, ਛੋਟੀ ਨਹੀਂ ਹੋਣਾ। ਤੋ ਅੱਜ ਦੀ ਆਪਾਂ ਕਥਾ ਸ਼ੁਰੂ ਕਰੀਏ ਨੇ ਸਰ, ਅੱਗੇ ਚੱਲੀਏ। ਹਾਂਜੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਸਤਿਗੁਰੂ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਜੋ ਕੁਛ ਵੀ ਜਿਹੜਾ ਹੈਗਾ ਗਿਆਨ ਅਵੇਲੇਬਲ ਹੈਗਾ, ਡਾਇਰੈਕਸ਼ਨ ਅਵੇਲੇਬਲ ਹੈਗੀ ਆ, ਕਹਿੰਦੇ ਉਹ ਜਿਹੜੀ ਹੈਗੀ ਕੱਚੀ ਹੈਗੀ ਆ। ਉਹ ਤੁਹਾਨੂੰ ਜਿਹੜਾ ਹੈਗਾ ਪਰਮੇਸ਼ਰ ਦੇ ਨਾਲ ਜਿਹੜੀ ਹੈਗੀ ਆਤਮਾ ਵੱਲ ਜਿਹੜੀ ਹੈਗੀ ਆ ਨਹੀਂ ਗਤੀ ਕਰਾ ਸਕੇਗੀ ਭਾਈ। ਉਹਦੇ ਵਿੱਚ ਜਿਹੜਾ ਹੈਗਾ ਇਹਦੇ ਵਾਸਤੇ ਉਹ ਚਾਹੀਦਾ ਹੈ ਗਿਆਨ ਜਿਹੜਾ ਕਿ ਜਿਨ੍ਹਾਂ ਨੇ ਯਾਤਰਾ ਕੀਤੀ ਹੈ ਉਹਨਾਂ ਦਾ ਜਿਹੜਾ ਹੈਗਾ ਪ੍ਰੈਕਟੀਕਲ ਜਿਹੜਾ ਹੈਗਾ ਨੌਲੇਜ, ਪ੍ਰੈਕਟੀਕਲ ਐਕਸਪੀਰੀਅੰਸ, ਔਰ ਜੋ ਮਾਲਕ ਪਰਮਾਤਮਾ ਨੇ ਜੋ ਧਰਮ ਜਿਹੜਾ ਹੈਗਾ ਇਸ ਦੇ ਵਾਸਤੇ ਜੋ ਮਾਲਕ ਪਰਮਾਤਮਾ ਵੱਲੋਂ ਨਿਰਧਾਰਿਤ ਜਿਹੜਾ ਰਸਤਾ ਹੈਗਾ, ਉਸੇ ਰਸਤੇ ਥਾਣੀ ਆਪਾਂ ਬਾਹਰ ਨਿਕਲ ਸਕਦੇ ਹਾਂ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਸਤਿਗੁਰੂ ਤੋਂ ਬਗੈਰ ਕਹਿੰਦੇ ਹੋਰ ਬਾਣੀ ਜਿਹੜੀ ਹੈਗੀ ਆ ਉਹ ਸੱਚ ਦੇ ਨਾਲ ਨਹੀਂ ਜੋੜ ਸਕਦੀ ਭਾਈ। ਬਾਣੀ ਤਾਂ ਕੱਚੀ, ਕਿਉਂਕਿ ਜਿਹਨੇ ਸਤਿਗੁਰੂ ਦਾ ਕੀ ਮਤਲਬ ਹੈ? ਸਤਿਗੁਰੂ ਹੈ ਜਿਨ੍ਹਾਂ ਨੇ ਯਾਤਰਾ ਕਰ ਲਈ, ਜਿਨ੍ਹਾਂ ਨੇ ਐਕਸਪੀਰੀਅੰਸ ਕਰ ਲਿਆ, ਜਿਹੜੇ ਇਸ ਰਸਤੇ ਤੇ ਚੱਲ ਕੇ ਪਾਰ ਹੋ ਗਏ ਸੰਸਾਰ ਸਮੁੰਦਰ ਤੋਂ। ਹੁਣ ਜਿਹੜੇ ਬਾਕੀ ਫਿਰ ਜਿਹੜੇ ਸਤਿਗੁਰੂ ਤੋਂ ਬਿਨਾਂ ਕੀ ਹੈਗਾ? ਸਤਿਗੁਰੂ ਤੋਂ ਬਿਨਾਂ ਉਹ ਹੈਗਾ ਜਿਨ੍ਹਾਂ ਨੇ ਯਾਤਰਾ ਹੀ ਨਹੀਂ ਕੀਤੀ, ਜਿਨ੍ਹਾਂ ਨੇ ਆਪ ਯਾਤਰਾ ਹੀ ਨਹੀਂ ਕੀਤੀ ਔਰ ਗਿਆਨ ਲੈ ਕੇ ਜਿਹੜਾ ਹੈਗਾ ਕੋਟੀ ਜਾ ਰਹੇ ਆ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਉਹ ਤਾਂ ਫਿਰ ਕੱਚੀ ਹੈ ਭਾਈ, ਉਹਦੇ ਨਾਲ ਗੱਲ ਨਹੀਂ ਬਣਨੀ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਉਹਨਾਂ ਨੇ ਇੱਕ ਬੜੀ ਕਲੀਅਰ ਦੀ ਗੱਲ ਕੀਤੀ ਹੈ ਗੁਰੂਆਂ ਨੇ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਉਹ ਕਹਿੰਦੇ ਆ ਕਿ ਬ੍ਰਹਮ ਗਿਆਨੀ ਜਿਹੜਾ ਬੰਦਾ ਹੈ ਉਹ ਤੇ ਬਾਣੀ ਉਚਾਰਨ ਕਰੇ, ਉਹ ਦੱਸੇ ਤੇ ਬੜੀ ਵਧੀਆ ਗੱਲ ਹੈ। ਪਰ ਜਿਹੜੇ ਬੰਦੇ ਨੇ ਉਹ ਯਾਤਰਾ ਨਹੀਂ ਕੀਤੀ, ਹਾਂ, ਔਰ ਉਹ ਨਕਸ਼ਾ ਬਣਾ ਦੇ, ਹੁਣ ਉਹ ਜਿਹੜਾ ਨਕਸ਼ਾ ਬਣਾਉਣਾ ਵਾ ਉਹ ਤੇ ਅਗਲੇ ਬੰਨੇ ਚੀਜ਼ ਹੈ ਹੀ ਨਹੀਂ, ਤੇ ਫਿਰ ਉਹ ਕਿੱਥੇ ਪਹੁੰਚੂਗਾ? ਉਹ ਫਿਰ ਅਗਲੇ ਬੰਨੇ ਬਾਣੀ 'ਚ ਲਿਖਣਾ ਉਹਨਾਂ ਨੇ। ਕਿਉਂਕਿ ਜਦੋਂ ਮੁੱਢ ਤੁਹਾਡੇ ਕੋਲ ਗਲਤ ਆ, ਸਵਾਲ ਸ਼ੁਰੂ ਜਿਹਨੇ ਕਰਾਤਾ ਉਹ ਬੰਦਾ ਹੀ ਗਲਤ ਆ। ਉਹਨੇ ਦਾਤਾ ਵੀ ਐਨੂੰ ਚੱਲ ਜਾਓ, ਉਧਰ ਤੇ ਮੰਜ਼ਿਲ ਹੈ ਹੀ ਨਹੀਂ। ਔਰ ਉਹਨੇ ਤੇ ਆਪਣੇ ਸਵਾਰਥ ਦੇ ਲਈ ਤੁਹਾਨੂੰ ਕੁਛ ਵੀ ਕਹਿ ਦੇਣਾ। ਇਹਦਾ ਮਤਲਬ ਇਹ ਨਹੀਂ ਕਿ ਸਾਡੇ ਮਨ ਦੇ ਵਿੱਚ ਇੱਛਾ ਹੈਗੀ ਆ ਦਿੱਲੀ ਜਾਣ ਦੇ ਲਈ, ਪਰ ਜਿਹੜੀ ਦਿੱਲੀ ਬੱਸ ਜਾਂਦੀ ਆ ਉਹ ਬੱਸਾਂ ਘੱਟ ਨੇ ਤੇ ਵੱਖਰੀਆਂ ਬੱਸਾਂ ਨੇ, ਸਾਰੀਆਂ ਬੱਸਾਂ ਦਿੱਲੀ ਨਹੀਂ ਜਾਂਦੀਆਂ। ਤੇ ਜੇ ਅਸੀਂ ਕਿਤੇ ਹੋਰ ਬੱਸ ਤੇ ਬਹਿ ਗਏ ਆ, ਬੇਸ਼ੱਕ ਸਾਡੇ ਮਨ 'ਚ ਇੱਛਾ ਹੈਗੀ ਆ ਦਿੱਲੀ ਜਾਣ ਦੀ, ਫਿਰ ਵੀ ਦਿੱਲੀ ਨਹੀਂ ਪਹੁੰਚਾਂਗੇ। ਕਿਉਂ ਨਹੀਂ ਪਹੁੰਚਾਂਗੇ? ਅਸੀਂ ਗਲਤ ਬੱਸ ਤੇ ਚੜ ਗਏ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਜਿਹੜਾ ਇਹ ਮਾਰਗ ਤੇ ਚੱਲਣਾ ਚਾਹੁੰਦਾ ਹੈ, ਧਰਮ, ਉਹ ਆ ਗਿਆ ਨਾ ਧਰਮ, ਅਰਥ ਤੇ ਮੋਕਸ਼, ਕਾਮ ਤੇ ਮੋਕਸ਼। ਧਰਮ ਦੀ ਜਿਹੜੀ ਪਹਿਲੀ ਬਾਣੀ ਆ ਉਹ ਆ ਕਿ ਉਸ ਬੰਦੇ ਦੀ ਗਾਈਡੈਂਸ ਲਈ ਜਾਵੇ, ਉਹਨਾਂ ਬ੍ਰਹਮ ਗਿਆਨੀਆਂ ਦੀ ਗਾਈਡੈਂਸ ਲਈ ਜਾਵੇ ਜਿਹੜੇ ਇਸ ਸਫ਼ਰ ਤੇ ਚੱਲ ਕੇ ਮੰਜ਼ਿਲ ਤੇ ਪਹੁੰਚ ਚੁੱਕੇ ਨੇ, ਤਾਂ ਜੋ ਕੋਈ ਮੁਸ਼ਕਲ ਨਾ ਆਵੇ। ਕੋਈ ਸਮਾਂ ਬੜਾ ਕੀਮਤੀ ਹੈ, ਸਮਾਂ ਖਰਾਬ ਹੋਊ ਤੇ ਕਿਹਦਾ ਹੋਊ? ਸਾਡਾ। ਉਹ ਕਹਿੰਦੇ ਨੇ ਕਿ ਪਹਿਲੀ ਗੱਲ ਹੈ ਕਿ ਜਿੱਥੇ ਗਾਈਡਲਾਈਨ ਲੈ ਰਹੇ ਆ, ਸੋਲਿਡ ਗਾਈਡਲਾਈਨ ਤੇ, ਤਾਂ ਜੋ ਤੈਨੂੰ ਕੋਈ ਮੁਸ਼ਕਲ ਨਾ ਆਵੇ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗਾਈਡੈਂਸ ਲੈਂਦੇ ਆ, ਇਹਦਾ ਮਤਲਬ ਇਹ ਹੋ ਗਿਆ ਕਿ ਸਾਡਾ ਮਾਰਗ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਸਾਨੂੰ ਆਪਣੀ ਮੰਜ਼ਿਲ ਤੱਕ ਲੈ ਕੇ ਜਾਵੇਗਾ। ਸੋ ਇਸ ਲਈ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਆਪਣਾ ਗੁਰੂ ਸਮਝੋ, ਕਿਉਂਕਿ ਉਦਾਂ ਬੜਾ ਕੁਛ ਹੈਗਾ ਸੰਸਾਰ ਤੇ ਔਰ ਤੁਸੀਂ ਭਟਕ ਸਕਦੇ ਜੋ, ਔਰ ਲੋਕਾਂ ਨੇ ਤੁਹਾਡਾ ਨਜਾਇਜ਼ ਫਾਇਦਾ ਉਠਾ ਲੈਣਾ। ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ। ਔਰ ਗੁਰੂ ਗ੍ਰੰਥ ਸਾਹਿਬ ਦੇ ਹਾਂਜੀ ਵੀਰ ਜੀ। ਹਾਂਜੀ, ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ, ਵੀਰ ਜੀ ਨੇ ਵੀ ਇੱਕ ਵਾਰੀ ਦੱਸਿਆ ਸੀ, ਤੁਹਾਨੂੰ ਵੀ ਪਤਾ ਹੋਵੇਗਾ ਕਿ ਕੁਛ ਕੁ ਬੰਦਿਆਂ ਨੇ ਗੁਰੂ ਸਾਹਿਬ ਦੇ ਕੋਲੇ ਅਪਰੋਚ ਕੀਤੀ ਸੀਗੀ। ਉਹ ਕਹਿੰਦੇ ਸੀ ਵੀ ਸਾਡੀ ਬਾਣੀ ਵੀ ਅੰਕਿਤ ਕੀਤੀ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਗੁਰੂ ਜੀ ਨੇ ਮਨਾ ਕਰਤਾ ਸੀਗਾ। ਫੇਰ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਵੀੜ ਭੇਜੀ ਕਿਤੇ
ਉਹਨਾਂ ਜ਼ਮਾਨਿਆਂ ਦੇ ਵਿੱਚ ਕਹਿੰਦੇ ਹੁੰਦੇ ਸੀ ਜਿਲਦ ਬੰਨਣ ਨੂੰ, ਉਦੋਂ ਵੀ ਜਿਹੜੇ ਬੰਦੇ ਕੋਲੇ ਭੇਜੀ ਸੀ ਉਹਨੇ ਵੀ ਕੁਛ ਬਾਅਦ ਦੇ ਵਿੱਚ ਐਕਸਟਰਾ ਬਾਣੀ ਐਡ ਕਰਤੀ ਸੀ। ਉਹਨੂੰ ਬੰਨੋ ਦੀ ਬੀੜ ਕਹਿੰਦੇ ਆ, ਉਹ ਹਜੇ ਵੀ ਮੌਜੂਦ ਹੈ। ਜਦੋਂ ਗੁਰੂ ਸਾਹਿਬ ਦੇ ਕੋਲੇ ਲੈ ਕੇ ਆਏ ਤਾਂ ਉਹਨਾਂ ਨੇ ਕਿਹਾ ਵੀ ਇਹ ਖਾਰੀ ਬੀੜ ਆ, ਵੀ ਇਹਦੇ ਵਿੱਚ ਕੁਛ ਐਕਸਟਰਾ ਐਡ ਕਰ ਦਿੱਤਾ ਗਿਆ ਹੈ। ਇਸ ਕਰਕੇ ਉਹ ਕਈ ਹੋਰ ਵੀ ਬੀੜਾਂ ਨੇ ਜੀ। ਇਸ ਕਰਕੇ ਜਾਂ ਗੁਰੂ ਸਾਹਿਬ ਨੇ ਸੱਚੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕੀਤੀ ਹੈ ਜੀ। ਔਰ ਇਹਦੇ ਵਿੱਚ ਵੀ ਬ੍ਰਹਮ ਗਿਆਨੀ ਜਿਹੜੇ ਹੈਗੇ 36 ਬ੍ਰਹਮ ਗਿਆਨੀ ਹੈਗੇ ਭਾਈ, 1 2 ਨਹੀਂ 36 ਹੈਗੇ। ਔਰ ਸਾਰਿਆਂ ਦੀ ਰਾਏ ਇੱਕੋ ਹੀ ਹੈਗੀ ਆ, ਸਰਟੀਫਾਈਡ ਹੈਗਾ, ਹਰ ਪਾਸਿਓਂ ਮੁਕੰਮਲ ਹੈਗੀ ਇਹ ਜਿਹੜੀ ਹੈਗੀ ਬਾਣੀ। ਇਹ ਗਿਆਨ ਜਿਹੜਾ ਹੈਗਾ ਕਿਸੇ ਪਾਸਿਓਂ ਜਿਹੜਾ ਹੈਗਾ ਕੋਈ ਕਸਰ ਨਹੀਂ ਹੈਗੀ। ਤੇ ਜੇ ਨਹੀਂ ਆਪਾਂ ਜਿਹੜੇ ਬ੍ਰਹਮ ਗਿਆਨੀਆਂ ਦੀ ਗਾਈਡੈਂਸ ਲਵਾਂਗੇ, ਜਿਨ੍ਹਾਂ ਨੇ ਯਾਤਰਾ ਹੀ ਨਹੀਂ ਕੀਤੀ ਹੋਈ, ਤੇ ਫਿਰ ਭਾਈ ਮਹਾਰਾਜ ਕਹਿੰਦੇ ਆ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਕਹਿੰਦੇ ਉਹ ਕਹਿਣ ਵਾਲੇ ਵੀ ਕੱਚੇ ਆ, ਸੁਣਨ ਵਾਲੇ ਵੀ ਕੱਚੇ ਆ, ਤੇ ਆਖ ਕੇ ਵਖਾਣਨ ਵਾਲੇ ਜਿਹੜੇ ਹੈਗੇ ਉਹ ਵੀ ਕੱਚੇ ਆ ਭਾਈ। ਉਹਦੇ ਨਾਲ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ। ਕਹਿੰਦੇ ਜਿਹੜੇ ਹੈਗੇ ਨਿਤ ਜਿਹੜੇ ਹੈਗੇ ਆ ਉਹ ਭਗਤੀ ਕਰਦੇ ਆ, ਭਗਤੀ ਜ਼ਰੂਰ ਕਰਦੇ ਆ, ਸਮਾਂ ਵੀ ਲਗਾਉਂਦੇ ਆ, ਪਰ ਜਿਹੜਾ ਹੈਗਾ ਜੋ ਕਹਿ ਰਹੇ ਆ ਉਹ ਗਿਆਨ ਉਹਨੂੰ ਬੁੱਝਦੇ ਹੀ ਨਹੀਂ ਆ। ਕਹਿਆ ਕਛੂ ਨਾ ਜਾਣੀ, ਉਹਨੂੰ ਸਮਝਦੇ ਹੀ ਨਹੀਂ ਆ ਵੀ ਭਗਤੀ ਕਰਨੀ ਕਿਵੇਂ ਆ, ਕਿਸ ਤਰ੍ਹਾਂ ਕਰਨੀ ਆ, ਕੀ ਪਰਹੇਜ਼ ਹੈਗਾ। ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ। ਕਹਿੰਦੇ ਚਿੱਤ ਜਿਹੜਾ ਹੈਗਾ ਹਰ ਹਰ ਕਰ ਰਹੇ ਆ, ਪਰ ਜਿਹੜਾ ਹੈਗਾ ਪਤਾ ਹੀ ਨਹੀਂ। ਚਿੱਤ ਜਿਹੜਾ ਹੈਗਾ ਮੈਂ ਵੀ ਵਿਚਾਰ ਵੀ ਕੰਟਰੋਲ ਕਰਨੇ ਆ, ਮਨ ਨੂੰ ਵੀ ਕੰਟਰੋਲ ਕਰਨਾ ਹੈ, ਆਪਣੇ ਚਿੱਤ ਨੂੰ ਵੀ ਕੰਟਰੋਲ ਕਰਨਾ ਹੈ, ਆਪਣੇ ਫੁਰਨਿਆਂ ਨੂੰ ਵੀ ਦੇਖਣਾ ਹੈ। ਉਹ ਤਾਂ ਮਾਇਆ ਪੂਰੀ ਜਿਹੜੀ ਹੈਗੀ ਮਾਇਆ ਨੇ ਕੰਟਰੋਲ ਕੀਤਾ ਹੈ। ਚਿੱਤ ਕੰਟਰੋਲ ਕੀਤਾ ਮਾਇਆ ਨੇ, ਤੇ ਮਨ ਨੂੰ ਕੰਟਰੋਲ ਕਰ ਲਿਆ ਮਾਇਆ ਨੇ। ਭਗਤੀ ਕਰਨੀ ਮਨ ਨੇ ਸੀਗੀ, ਉਹ ਮਨ ਹੀ ਜਿਹੜਾ ਹੈਗਾ ਮਾਇਆ ਨੇ ਕੰਟਰੋਲ ਕਰ ਲਿਆ। ਫਿਰ ਕਾਹਦੀ ਭਗਤੀ ਪਾਈ, ਕਾਹਦੀ ਜਿਹੜੀ ਹੈਗੀ ਆ, ਕਾਹਦਾ ਜਿਹੜਾ ਹੈਗਾ ਇਹ ਧਰਮ, ਕਾਹਦਾ ਧਰਮ, ਕੀ ਰਹਿ ਗਿਆ ਧਰਮ। ਚਿੱਤ ਜਿਨਕਾ ਹਿਰ ਲਿਆ, ਮੁੱਢੋਂ ਹੀ ਗਲਤ ਹੋ ਗਏ। ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਭਗਤੀ ਕਰਨਾ ਚਾਹੁੰਦਾ ਹੈ ਹੇ ਇਨਸਾਨ, ਇਸ ਰਸਤੇ ਤੇ ਤੁਰਨਾ ਚਾਹੁੰਦਾ ਆ, ਤੇ ਪਿਆਰਿਆ ਇੱਕ ਚੀਜ਼ ਦੇਖ ਲਾ ਵੀ ਜਿਹੜਾ ਗੁਰੂ ਕਰ ਰਿਹਾ ਆ, ਜਿਹੜਾ ਗਿਆਨ ਲੈ ਰਿਹਾ ਆ, ਉਹ ਜਿਹੜਾ ਹੈਗਾ ਸਰਟੀਫਾਈਡ ਹੋਣਾ ਚਾਹੀਦਾ ਭਾਈ, ਬ੍ਰਹਮ ਗਿਆਨ ਹੋਣਾ ਚਾਹੀਦਾ ਹੈ। ਔਰ ਉਹ ਸਤਿਗੁਰੂ ਜਿਨ੍ਹਾਂ ਨੇ ਯਾਤਰਾ ਕੀਤੀ ਹੈ ਉਹਨਾਂ ਦਾ ਗਿਆਨ ਹੋਣਾ ਚਾਹੀਦਾ ਹੈ। ਉਹਨਾਂ ਤੋਂ ਇਲਾਵਾ ਜਿਹੜਾ ਹੈਗਾ ਬਾਕੀ ਸਾਰਾ ਕੱਚਾ ਹੈਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇਹਦੇ ਵਿੱਚ ਵੀ ਇੱਕ ਹੋਰ ਜੇ ਕੁੰਡਲੀ, ਕਈ ਲੋਕ ਆਪਣੀ ਨਲਾਇਕੀ ਨੂੰ ਛੁਪਾਉਣ ਦੇ ਲਈ ਕੀ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਾਹਮਣੇ ਰੱਖ ਲੈਂਦੇ ਨੇ। ਉੱਥੇ ਫਿਰ ਗੜਬੜ ਹੋ ਜਾਣੀ ਜੇ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ। ਉਹ ਮੱਝ ਨੂੰ ਵੀ ਜੋ ਪੱਠੇ ਪਾਉਂਦੇ ਅਸੀਂ, ਜਦੋਂ ਮੈਂ ਛੋਟਾ ਹੁੰਦਾ, ਗਾਂ ਪੱਠੇ ਨਹੀਂ ਖਾਂਦੀ, ਤੇ ਅਸੀਂ ਕਰਨਾ ਪੱਠਿਆਂ ਦੇ ਵਿੱਚ, ਉਹ ਪੱਠਿਆਂ ਦੇ ਵਿੱਚ ਕੁਝ ਦੂਜੇ ਪੱਠੇ ਪਾ ਦੇਣੇ ਜਿਹੜੇ ਨਹੀਂ ਖਾਣਾ ਚਾਹੁੰਦੀ, ਉਹ ਵੀ ਖਾਣੇ ਪੈਂਦੇ ਉਹਨੂੰ ਮਜਬੂਰੀ ਨਾਲ। ਕਈ ਵਾਰੀ ਉਹ ਮਸਾਲਾ ਵੀ ਪਾ ਦੇਣਾ ਜਿਹੜਾ ਨਹੀਂ ਖਾਣਾ ਚਾਹੁੰਦੀ, ਉਹਨੂੰ ਭੁੱਖ ਲੱਗੀ ਉਹਨੂੰ ਖਾਣਾ ਪੈਂਦਾ। ਇਸੇ ਹੀ ਤਰ੍ਹਾਂ ਕੀ ਕਰਦੇ ਲੋਕ, ਇਹ ਬਾਣੀ ਦੀਆਂ ਤੁਕਾਂ ਦੇ ਵਿੱਚ ਕੁਛ ਹੋਰ ਪਾਈ ਜਾਂਦੇ, ਬੰਦੇ ਨੂੰ ਗੁਲਾਮ ਬਣਾ ਦਿੰਦੇ। ਇਸੇ ਕਰਕੇ ਗੁਰੂਆਂ ਨੇ ਇਹ ਬਾਣੀ ਦਾ ਉਚਾਰਨ ਕੀਤਾ ਹੈ ਕਿ ਵੇਖੋ ਕੀ ਕਹਿੰਦੇ ਨੇ, ਕਹਿੰਦੇ ਕੱਚੇ, ਜਿਹੜੇ ਕਹਿ ਰਹੇ ਨੇ ਉਹ ਵੀ ਕੱਚੇ ਨੇ। ਕੱਚੇ ਦਾ ਮਤਲਬ ਪਤਾ ਹੁੰਦਾ, ਕੱਚਾ ਤੇ ਕੱਚਾ ਹੀ ਆ, ਪੱਕਿਆ ਹੀ ਨਹੀਂ। ਪੱਕੇ ਦਾ ਮਤਲਬ ਬ੍ਰਹਮ ਗਿਆਨੀ, ਕੱਚੇ ਦਾ ਮਤਲਬ ਉਹ ਕੇਵਲ ਮਨ ਦੇ ਬੇਸ ਤੇ ਬੋਲੀ ਜਾਂਦਾ, ਉਹਦਾ ਜੋ ਮਨ ਉਹਦਾ ਕਹੀ ਜਾਂਦਾ, ਔਰ ਉਹਦੇ ਮਨ ਚ ਕੀ ਬਹਿ ਗਿਆ ਕਿ ਮੈਂ ਬ੍ਰਹਮ ਗਿਆਨੀ ਆ। ਇੰਨਾ ਹੀ ਫਰਕ ਹੈ ਬ੍ਰਹਮ ਗਿਆਨੀ ਆ ਪਰ ਨਕਲੀ ਬ੍ਰਹਮ ਗਿਆਨੀ। ਉਹਦੇ ਅੰਦਰ ਇੱਕ ਭਾਵਨਾ ਪੈਦਾ ਹੋ ਜਾਂਦੀ। ਕਈ ਬੰਦੇ ਵੇਖੋ ਆਮ ਹੀ ਬੰਦੇ ਬੈਠਣਗੇ 10-12 ਸਾਲ ਕੇ ਧਾਰਮਿਕ ਸਥਾਨ ਤੇ ਧੱਕੇ ਖਾਂਦੇ ਹੋਣਗੇ, ਤੇ ਹਾਰ ਕੇ ਚੋਲਾ ਪਾ ਕੇ ਤੇ 2-4 ਲੰਡੂ ਜੇ ਨਾਲ ਉਹਦੇ ਇਕੱਠੇ ਹੋ ਜਾਣਗੇ, ਉਹ ਬਾਬਾ ਬਣ ਕੇ ਬਹਿ ਜਾਂਦਾ। ਬਾਹਰੀ ਪਹਿਰਾਵਾ ਵੀ ਜ਼ਰੂਰੀ ਆ, ਠੀਕ ਹੈ, ਅਗਲਾ ਬੰਦਾ ਸਾਦਗੀ ਚ ਆ ਗਿਆ, ਪਰ ਅਕਸਰ ਲੋਕ ਕੀ ਕਰਦੇ ਆ ਕਿ ਧਰਮ ਦੇ ਆੜ ਦੇ ਵਿੱਚ ਬੜੇ ਖਤਰਨਾਕ ਲੋਕ ਕਬਜ਼ਾ ਕਰ ਲੈਂਦੇ ਨੇ। ਖਾਸ ਕਰਕੇ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੇ ਹੈੱਡ ਬੈਠੇ ਹੁੰਦੇ ਨੇ, ਮਗਰਮੱਛ ਹੁੰਦੇ ਨੇ ਉਹ ਲੋਕ। ਉਹ ਕੀ ਕਰਦੇ ਆ, ਧਰਮ ਦੀ ਆੜ ਚ ਹੀ ਦੁਰਕਰਮ ਕਰਦੇ ਨੇ। ਔਰ ਨਹੀਂ ਯਕੀਨ, ਤੁਸੀਂ ਜਾ ਕੇ ਦੇਖ ਲਿਓ ਕਿੰਨੇ ਬੰਦੇ ਜੇਲ੍ਹਾਂ ਚ ਬੈਠੇ ਆ। ਇਹੋ ਹੀ ਕਾਰਨ ਹੈ, ਬੰਦਾ ਖਤਰਨਾਕ, ਪਰ ਉਹ ਧਰਮ ਦੀ ਆੜ ਦੇ ਵਿੱਚ ਉਹਨੇ ਕੀ ਕੀਤਾ, ਏਦਾਂ ਦਾ ਉਹਨੇ ਕਰਮ ਕੀਤੇ, ਬਾਅਦ ਦੇ ਵਿੱਚ ਕਸਾਮਾ ਆਇਆ, ਉਹ ਫੜਿਆ ਗਿਆ। ਸੋ ਏਦਾਂ ਦੇ ਲੋਕ ਹੁੰਦੇ ਨੇ ਹਰ ਜਗ੍ਹਾ ਤੇ, ਹਰ ਸਮੇਂ ਤੇ ਹੁੰਦੇ ਨੇ। ਸੋ ਤੁਸੀਂ ਸਿਆਣੇ ਬਣੋ ਤੇ
ਉਸ ਚੀਜ਼ ਨੂੰ ਉਸਦੇ ਰੂਪ 'ਚ ਦੇਖੀਏ। ਜਦੋਂ ਅਸੀਂ ਰਾਗ 'ਚ ਆ ਜਾਂਦੇ ਹਾਂ ਤੇ ਫਿਰ ਅਸੀਂ ਕੱਚੇ ਨੂੰ ਨਹੀਂ ਵੇਖ ਪਾਉਂਦੇ। ਇਹ ਪ੍ਰੋਬਲਮ ਹੈ। ਕੱਚੇ ਦਾ ਮਤਲਬ ਇਹ ਹੁੰਦਾ ਵਾ ਕਿ ਅਸੀਂ ਸੱਚ ਨੂੰ ਵੇਖਣ ਤੋਂ ਅਸਮਰੱਥ ਹੋ ਜਾਂਦੇ ਹਾਂ। ਅਸੀਂ ਕਰਦੇ ਹਾਂ, ਅਸੀਂ ਰਾਗ 'ਚ ਹੁੰਦੇ ਹਾਂ ਤੇ ਜਦੋਂ ਵੀ ਅਸੀਂ ਉਹਨੂੰ ਯਥਾਰਥ ਸੱਚ ਨੂੰ ਨਹੀਂ ਵੇਖਦੇ ਪਏ ਔਰ ਆਪਣੀ ਅੰਨੀ ਸ਼ਰਧਾ ਦੇ ਨਾਲ ਤੁਰੇ ਜਾਂਦੇ ਹਾਂ, ਔਰ ਇੱਕ ਸਮਾਂ ਆਊਗਾ ਫਿਰ ਬਾਣੀ ਕੀ ਕਹਿੰਦੀ ਆ, ਜਦੋਂ ਆਪਾਂ ਏਦਾਂ ਕਰਦੇ ਹਾਂ ਅੰਨੀ ਸ਼ਰਧਾ ਨਾਲ ਚੱਲਦੇ ਹਾਂ, ਫਿਰ ਅੱਗੇ ਬਾਣੀ ਬੋਲਦੀ ਹੈ, ਕਹਿੰਦੇ ਕੱਚੇ ਸੁਣਦੇ ਕੱਚੇ, ਜਿਹੜੇ ਕਹਿ ਰਹੇ ਉਹ ਵੀ ਕੱਚੇ ਤੇ ਜਿਹੜੇ ਸੁਣ ਰਹੇ ਉਹ ਵੀ ਕੱਚੇ ਆ। ਕੱਚੀ ਆਂਖ ਵਿਖਾਣੀ, ਇਹਦਾ ਮਤਲਬ ਕੀ ਆ? ਕੱਚਿਆਂ ਨੇ ਬਿੰਦੀ ਲੱਗੀ ਹੋਈ ਆ, ਕੱਚੀ ਆਂਖ ਵਿਖਾਣੀ। ਜਿਹੜੇ ਆਖ ਕੇ ਦੂਜਿਆਂ ਨੂੰ ਦੱਸ ਰਹੇ ਆ, ਕਹਿੰਦੇ ਉਹ ਵੀ ਕੱਚੇ ਹੀ ਹੈਗੇ। ਕੱਚੀ ਗੱਲ ਉਹਨਾਂ ਨੇ ਆਖ ਕੇ ਦੱਸੀ ਆ ਉਹਨਾਂ ਨੂੰ, ਉਹਨਾਂ ਦਾ ਵੀ ਭਲਾ ਨਹੀਂ ਹੋਣਾ। ਹਾਂ, ਭਲਾ ਨਹੀਂ ਹੋਣਾ। ਔਰ ਉਹਦਾ ਕਾਰਨ ਇਹੋ ਹੀ ਹੈ, 25-30 ਸਾਲ ਕੀ 50 ਸਾਲ ਉਹਨਾਂ ਕੋਲ ਰਹਿ ਕੇ ਵੇਖ ਲਿਓ, ਤੁਹਾਡੇ ਜੀਵਨ 'ਚ ਇੱਕ ਦੁੱਕੀ ਦਾ ਬਦਲਾਵ ਨਹੀਂ ਹੋਣਾ। ਜੇਕਰ ਆਪਨੇ ਸਹੀ ਸੰਗਤ ਕੀਤੀ ਹੈ, 1 ਮਹੀਨਾ ਸੰਗਤ ਕੀਤੀ ਬਸ, ਮੈਂ ਮਹੀਨੇ ਦੀ ਮਹੀਨਾ ਵੀ ਤੇ ਨਹੀਂ ਸਭ ਜਾਇਜ਼ ਆ, ਬਿਲਕੁਲ ਸਹੀ। ਜੀਵਨ 'ਚ ਬਦਲਾਅ ਨਹੀਂ ਆ ਰਿਹਾ ਤੇ ਸਮਝ ਲਓ ਤੇ ਜਾਂ ਤੇ ਤੁਹਾਡੇ 'ਚ ਗੜਬੜੇ ਤੇ ਜਾਂ ਜਿਹੜਾ ਸੁਣਾ ਲਿਆ ਉਹਦੇ 'ਚ ਗੜਬੜੇ। ਇੱਕ ਬੰਦਾ ਗਲਤ ਹੈਗਾ ਉੱਥੇ। ਹਾਂ, ਉਸ ਤੋਂ ਬਾਅਦ ਸਮਾਂ ਨਾ ਬਰਬਾਦ ਕਰੋ। ਬਿਲਕੁਲ ਪੱਕਾ। ਉਸ ਤੋਂ ਬਾਅਦ ਮਹਾਤਮਾ ਬੁੱਧ ਨੂੰ ਤੁਹਾਨੂੰ ਅੱਗੇ ਜਾਣਾ ਪੈਣਾ। ਹਾਂਜੀ ਸਰ, ਹਾਂਜੀ ਸਰ। ਗੋਰਖੀ ਸਾਹਿਬ, ਪੱਖਾ ਨਹੀਂ ਚੱਲ ਰਿਹਾ ਤੇ ਬਿਜਲੀ ਨਹੀਂ ਆ ਰਹੀ, ਸਮਝ ਲੈਣਾ ਚਾਹੀਦਾ ਭਾਈ। ਨਹੀਂ, ਇਹਦਾ ਮਤਲਬ ਤੇ ਇਹ ਆ ਕਿ ਮੈਨੂੰ ਪਸੀਨਾ ਆਉਂਦਿਆ ਅਗਲੇ ਨੇ ਪੱਖਾ ਮੇਰੇ ਲਾਗੇ ਰੱਖਿਆ ਤੇ ਕਮ ਸੇ ਕਮ ਮੇਰੀ ਵੀ ਬੁੱਧੀ ਦਾ ਇਸਤੇਮਾਲ ਮੈਂ ਕਰਾਂ। ਪਸੀਨਾ ਤੇ ਜਾਣ ਨਹੀਂ ਰਿਹਾ, ਫਿਰ ਪੱਖਾ ਇੱਜ਼ਤ ਪੱਖਾ ਖਰਾਬ ਤੇ ਜਾਂ ਮੈਂ ਬਹੁਤਾ ਦੂਰ ਬੈਠਾ ਵਾਂ ਤੇ ਜਾਂ ਨਕਲੀ ਪੱਖਾ ਵਾ। ਕੁਛ ਤੇ ਮੇਰੀ ਵੀ ਤਾਂ ਬੁੱਧੀ ਹੈਗੀ ਹੈ ਨਾ। ਬਿਲਕੁਲ। ਹਾਂਜੀ ਨੇਜਾ ਸਾਹਿਬ, ਅੱਗੇ ਚਲੀਏ। ਹਰ ਨਿਤ ਕਰਹਿ ਰਸਨਾ ਕਹਿ ਕਛੂ ਨਾ ਜਾਣੀ। ਪਰ ਔਰ ਆਪਾਂ ਜਿਹੜੇ ਹੈਗੇ ਨਹੀਂ ਹਟਦੇ, ਉਸੇ ਮਾਰਗ ਦੇ ਉੱਤੇ, ਉਸੇ ਲੀਹਾਂ ਦੇ ਉੱਤੇ, ਉਹਨਾਂ ਦੇ ਅਨੁਸਾਰ ਹੀ ਜਿਹੜਾ ਹੈਗਾ ਬਸ ਉਹੀ ਕੁਛ ਕਰੀ ਜਾ ਰਹੇ, ਨਿਤ ਕਰੀ ਜਾ ਰਹੇ ਆ। ਔਰ ਜੋ ਕਿਹਾ ਹੈਗਾ, ਜੋ ਬਾਣੀ ਕਹਿ ਰਹੀ ਆ, ਐਕਚੁਅਲੀ ਜੇ ਆਪਾਂ ਪੱਕੀ ਬਾਣੀ ਵੀ ਲੈ ਲਈ ਆ, ਮੰਨ ਲਈ ਗੋਰਖੀ ਸਾਹਿਬ, ਪੱਕੀ ਬਾਣੀ ਵੀ ਲੈ ਲਈ, ਚਲੋ ਆਪਾਂ ਨੂੰ ਬ੍ਰਹਮ ਬਾਣੀ ਵੀ ਆ ਗਈ, ਪਰ ਬ੍ਰਹਮ ਬਾਣੀ ਦੇ ਅਨੁਸਾਰ ਬ੍ਰਹਮ ਬਾਣੀ ਆਪਾਂ ਬੁੱਝੀ ਹੀ ਨਹੀਂ ਹੈ, ਔਰ ਬ੍ਰਹਮ ਬਾਣੀ ਦੇ ਅਨੁਸਾਰ ਆਪਾਂ ਕਾਰਵਾਈ ਨਹੀਂ ਕਰ ਰਹੇ, ਤੇ ਫਿਰ ਜਿਹੜਾ ਹੈਗਾ ਤਾਂ ਵੀ ਨਹੀਂ ਗੱਲ ਬਣਨੀ। ਹਰ ਨਿਤ ਕਰਹਿ ਰਸਨਾ ਕਹਿ ਕਛੂ ਨਾ ਜਾਣੀ। ਕਹਿੰਦੇ ਕਿਹਾ ਹੋਇਆ ਤਾਂ ਸਮਝਦੇ ਹੀ ਨਹੀਂ, ਜਾਣਦੇ ਨਹੀਂ, ਸਮਝਦੇ ਨਹੀਂ ਬੋਲ ਬਈ ਕੀ ਬਾਣੀ ਕਹਿ ਰਹੀ ਆ, ਕੀ ਕਾਰਵਾਈ ਕਰਨੀ ਚਾਹੀਦੀ ਆ। ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ। ਇੱਥੇ ਪ੍ਰੋਬਲਮ ਆ ਜਾਂਦੀ ਆ ਵੀ ਚਿੱਤ ਜਿਹੜਾ ਹੈਗਾ, ਮਨ ਜਿਹੜਾ ਹੈਗਾ, ਇਹਨੂੰ ਨਹੀਂ ਆਪਾਂ ਕੰਟਰੋਲ ਕਰਦੇ। ਚਿੱਤ ਜਿਨਕਾ ਹਿਰ ਲਿਆ ਮਾਇਆ। ਚਿੱਤ ਕਿਸੇ ਦੇ ਮਾਈਕ ਖੁੱਲ ਗਿਆ, ਮਾਈਕ ਬੰਦ ਕਰ ਦੇਣਾ ਜੀ, ਕਿਸੇ ਦਾ ਖੁੱਲਾ ਹੈ ਤੇ। ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਕਹਿੰਦੇ ਪੂਰੀ ਤੇਜ਼ੀ ਦੇ ਨਾਲ ਭਗਤੀ ਕਰਦੇ, ਰਾਮ ਰਾਮ ਬੋਲਦੇ ਆ, ਪਾਠ ਕਰਦੇ ਆ, ਪਰ ਚਿੱਤ ਨਹੀਂ ਫੜਦੇ। ਮਨ ਜਿਹੜਾ ਹੈਗਾ ਖੁੱਲਾ ਛੱਡਿਆ ਹੋਇਆ ਆ। ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰੂ ਤੋਂ ਬਗੈਰ ਜਿਹੜੀ ਹੈਗੀ ਕੋਈ ਵੀ ਇੰਸਟਰਕਸ਼ਨ ਜਿਹੜੀ ਹੈਗੀ ਆ ਉਹ ਕੱਚੀ ਹੈਗੀ ਭਾਈ। ਸਤਿਗੁਰੂ ਤੋਂ ਬਗੈਰ ਜਿਹੜੀ ਹੈਗੀ ਆ, ਜਿਨ੍ਹਾਂ ਨੇ ਬ੍ਰਹਮ ਗਿਆਨ ਤੋਂ ਬਗੈਰ ਜਿਹੜੀ ਹੈਗੀ ਗਾਈਡੈਂਸ, ਕੱਚੀ ਹੈਗੀ ਆ। ਹਾਂਜੀ ਬਾਬੂ ਜੀ, ਬਿਲਕੁਲ। ਹਾਂਜੀ ਬੋਲੋ ਜੀ। ਬਾਜੀ ਇੱਕ ਸਵੇਰੇ ਨਾ ਬਾਣੀ ਚੱਲ ਰਹੀ ਸੀ, ਸੁਣਦਾ ਹੈ, ਇਹ ਕਹਿੰਦੇ ਆਪੇ ਸਿੰਘੀ ਨਾਦ ਹੈ ਪਿਆਰਾ, ਧੁਨ ਆਪ ਵਜਾਏ ਆਪੇ, ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਜਪ ਜਾਪੈ, ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੇ ਪ੍ਰਭ ਆਪੇ। ਭਾਈ ਇਹ ਪਤਾ ਨਹੀਂ ਲੱਗਦਾ ਕਿ ਲਾਈਨ ਦਾ ਕਿ ਇਹ ਸਤਿਗੁਰ ਦੀ ਜਿਹੜੀ ਧੁਨ ਵੀ ਆਪ ਵਜਾ ਰਿਹਾ ਨਾ, ਉਹ ਧੁਨ ਮਾਲਕ ਪਰਮਾਤਮਾ ਜਿਹੜਾ ਹੈ। ਇਹ ਸਤਿਗੁਰ ਦੀ ਉਹ ਬਾਣੀ ਆ ਕਿ ਕੀ ਆ? ਮਤਲਬ ਕਿ ਜਿਹੜੀ ਆਪਾਂ ਬਾਣੀ ਕਹਿੰਦੇ ਸਤਿਗੁਰੂ ਬਿਨਾਂ ਜਿਹੜੀ ਪ੍ਰਕਾਸ਼ ਦੇ ਵਿੱਚੋਂ ਧੁਨ ਨਿਕਲ ਰਹੀ ਆ ਰਹੀ, ਉਹ ਅਨਹਦ ਚ ਬਾਣੀ ਆ ਉਹਦੀ, ਇਹ ਉਹੀ ਸੱਚੀ ਆ। ਮਤਲਬ ਬਾਕੀਆਂ ਤਾਂ ਸਾਰੀਆਂ ਕੋਈ ਝੂਠੀਆਂ ਹੀ ਆ। ਇਹ ਤਾਂ ਕਹਿ ਲੋ ਕਿ ਜਿਹੜੀ ਬਾਣੀ ਆ, ਇਹ ਤਾਂ ਕੀ ਕਹਿੰਦੇ ਇਹਨੂੰ, ਤੇ ਜਿਹੜੀ ਬਾਣੀ ਸਾਰੀ ਆ ਇਹ ਵਾਹਿਗੁਰੂ ਇਹ ਗਿਆਨ ਹੈਗਾ, ਇਹ ਗਿਆਨ ਹੈਗਾ ਤੋਂ ਰਹਿਤਾ, ਇਹ ਮਤਲਬ ਕਹਿ ਲੋ ਇਹ ਗਿਆਨ ਹੈਗਾ ਭਾਈ। ਇਸੇ ਗਿਆਨ ਦੇ ਦੁਆਰਾ ਹੀ ਉਸ ਤੱਕ ਪਹੁੰਚਣਾ ਹੈ ਆਪਾਂ ਨੇ। ਹਾਂਜੀ ਹਾਂ, ਇਹ ਗਿਆਨ ਜਿਹੜੀ ਬਾਣੀ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਮਤਲਬ ਮੇਰਾ ਕਹਿਣ ਦਾ ਮਤਲਬ ਜਿਹੜੀ ਉਹ ਸਤਿਗੁਰ ਦੀ ਬਾਣੀ ਆ, ਉਹ ਪ੍ਰਕਾਸ਼ ਦੇ ਵਿੱਚੋਂ ਧੁਨ ਨਿਕਲ ਰਹੀ ਆ, ਉਹ ਬਾਣੀ ਆ ਨਾ।
ਉਹ ਆਪਣਾ ਰਿਜ਼ਲਟ ਹੈਗਾ। ਨਹੀਂ ਉਹ ਉੱਥੇ ਨਹੀਂ ਤੱਕ ਵੀਰ ਜੀ, ਪਹੁੰਚਣਾ ਹੈ ਉਹ ਆਪਾਂ ਤੁਸੀਂ ਜਿਹੜੀ ਗੱਲ ਕਰਦੇ ਜੋ ਨਾ, ਉਹ ਵੇਖੋ ਕੱਚੀ ਬਾਣੀ ਦਾ ਮਤਲਬ ਇਹ ਹੁੰਦਾ ਵਾ, ਬਾਣੀ ਤੇ ਭਾਵੇਂ ਪੱਕੀ ਹੋਵੇ ਪਰ ਜੇ ਸੁਣਾਉਣ ਵਾਲਾ ਕੱਚਾ ਵਾ, ਉਹਨੇ ਤੇ ਉਹਦਾ ਭਾਵ ਹੀ ਚੇਂਜ ਕਰ ਦੇਣਾ ਨਾ। ਬਾਣੀ ਤੇ ਸ਼ਬਦ ਬ੍ਰਹਮੀ ਆ, ਬਾਣੀ ਕੋਈ ਹੋਰ ਵੱਖਰੀ ਬਾਣੀ ਕਿੱਥੋਂ ਹੋਣੀ ਆ? ਇਹ ਜਿਹੜੇ ਗ੍ਰੰਥ ਲਿਖੇ ਨੇ, ਇਹ ਗ੍ਰੰਥਾਂ ਨੂੰ ਹੀ ਪੜ੍ਹ ਕੇ ਆਪਾਂ ਅੱਗੇ ਚੱਲਣਾ ਹੈ। ਆਪਾਂ ਸ਼ਬਦ ਬ੍ਰਹਮ ਨੂੰ ਹੀ ਮੰਨਦੇ ਆ ਤੇ ਉਹਦੇ ਬੇਸ ਤੇ ਹੀ ਅਧਿਆਤਮਿਕ ਯਾਤਰਾ ਸ਼ੁਰੂ ਕਰਨੀ। ਉਹ ਬ੍ਰਹਮ ਗਿਆਨੀ ਤਾਂ ਆਪਣਾ ਸਫ਼ਰ ਕਰਕੇ ਚੱਲ ਗਏ, ਹੋਰ ਬਾਣੀ ਕਿੱਥੋਂ ਹੋਣੀ? ਹਾਂਜੀ, ਮਤਲਬ ਕਿ ਇਹ ਜਿਹੜੀ ਉਪਦੇਸ਼ ਕਰ ਰਹੀ ਕਿਸੇ ਚੀਜ਼ ਨੂੰ, ਇਹ ਬਾਣੀ ਜਿਹੜੀ ਹੈ ਨਾ ਕਿਸੇ ਚੀਜ਼ ਨੂੰ ਉਪਦੇਸ਼ ਕਰ ਰਹੀ ਹੈ ਭਾਈ, ਉਹ ਆ ਬਾਣੀ ਸੱਚੀ ਹੈ ਨਾ। ਉਹ ਅਨਹਦ ਬਾਣੀ ਜੀ, ਤੁਸੀਂ ਅਨਹਦ ਬਾਣੀ ਜਿਹੜੀ ਬਾਣੀ ਤੇ ਸੱਚੀ ਉਹ ਆ ਨਾ, ਜਿਹੜੀ ਇਹ ਬਾਣੀ ਆਪਾਂ ਨੂੰ ਕਹਿ ਰਹੀ ਹੈ ਭਾਈ, ਉਹਦੇ ਨਾਲ ਜੁੜੋ ਤੁਸੀਂ, ਉਹ ਸੱਚੀ ਬਾਣੀ ਆ, ਉਹ ਤੁਹਾਨੂੰ ਪਾਰ ਲਗਾ ਦੇਣਾ ਨਾ। ਸੱਚੀ ਤਾਂ ਇਹ ਵੀ ਬਾਣੀ ਹੈਗੀ ਭਾਈ। ਹਾਂਜੀ ਵਾਹਿਗੁਰੂ ਜੀ, ਸੱਚੀ ਤੇ ਇਹ ਵੀ ਆ, ਮੈਂ ਕਿਹੜਾ ਕਹਿੰਦਾ ਝੂਠ ਆ। ਇਹ ਮਤਲਬ ਕਹਿਣ ਦਾ ਕਿ ਇਹ ਉਸ ਨੂੰ ਦਰਸਾ ਰਹੀ ਹੈ ਬਾਣੀ, ਇਹ ਜਿਹੜੀ ਬਾਣੀ ਹੈ ਕਿਸੇ ਚੀਜ਼ ਦੀ ਗੱਲ ਕਰ ਰਹੀ ਹੈ। ਇਹ ਸਾਰੀ ਪ੍ਰੋਸੈਸ ਜਿਹੜੀ ਹੈਗੀ ਨਾ, ਪਰ ਮੈਨੂੰ ਇਹਦਾ ਜ਼ਿਆਦਾ ਨਹੀਂ ਪਤਾ ਹੈਗਾ ਬਾਈ ਜੀ, ਤੁਸੀਂ ਤਾਂ ਬਹੁਤ ਵੱਡੇ ਆ, ਮੈਨੂੰ ਮੇਰੀ ਤਾਂ ਬਾਤ ਬਹੁਤ ਥੋੜੀ ਜਿਹੀ ਕੋਸ਼ਿਸ਼ ਬੁੱਧੀ, ਮੈਂ ਸੁਣਦਾ ਹੀ ਸਵੇਰੇ ਨਾ ਤੇ ਮੇਰੇ ਦਿਮਾਗ 'ਚ ਚੱਲਦੀ ਸੀ ਤੁਕ। ਨਹੀਂ ਇਹ ਪ੍ਰੋਸੈਸ ਹੈਗੀ, ਕੁਦਰਤੀ ਆਹ ਗੱਲ ਚੱਲ ਤਾਂ ਬੋਲ ਪਏ। ਹੈਪੀ ਕੋਈ ਨਹੀਂ, ਬਾਅਦ ਚ ਕਰਾਂਗੇ ਆਪਾਂ ਇਸ ਗੱਲ ਤੇ ਡਿਸਕਸ, ਕੋਈ ਗੱਲ ਨਹੀਂ, ਹੁਣ ਆਪਾਂ ਕੰਟੀਨਿਊ ਕਰ ਲਈਏ। ਹਾਂਜੀ ਵੀਰ ਜੀ, ਸੌਰੀ ਬਾਈ ਜੀ ਡਿਸਟਰਬ ਕੀਤਾ ਤੈਨੂੰ। ਨਹੀਂ ਕੋਈ ਨਹੀਂ, ਹਾਂਜੀ ਕੋਈ ਨਹੀਂ ਹਾਂਜੀ ਨਿੱਜਰ ਸਾਹਿਬ ਆ ਜਾਓ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਜਿਹੜੀ ਹੈਗੀ ਆ, ਜੇ ਆਪਾਂ ਸਹੀ ਤਰੀਕੇ ਦੇ ਨਾਲ ਜਿਹੜੇ ਹੈਗੇ ਆ, ਜੇ ਮਨ ਨੂੰ ਕੰਟਰੋਲ ਨਹੀਂ ਕਰ ਰਹੇ, ਜੇ ਬਾਣੀ ਦੇ ਅਨੁਸਾਰ ਨਹੀਂ ਬਣ ਰਹੇ, ਜੋ ਗਿਆਨ ਕਹਿ ਰਿਹਾ ਆ ਉਸ ਅਨੁਸਾਰ ਜਿਹੜਾ ਹੈਗਾ ਆਪਾਂ ਤੇ ਇਹ ਪ੍ਰੇਮ ਭਗਤੀ ਨਹੀਂ ਕਰ ਰਹੇ, ਪ੍ਰੇਮ ਭਗਤੀ ਨਹੀਂ ਕਰ ਰਹੇ, ਮਨ ਕਿਉਂਕਿ ਬਾਣੀ ਤਾਂ ਕਹਿ ਰਹੀ ਹੈ ਕਿ ਮਨ ਨੂੰ ਕੰਟਰੋਲ ਕਰਨਾ ਹੈ। ਬਾਣੀ ਪੂਰੀ ਦੀ ਪੂਰੀ ਮਨ ਦੇ ਉੱਤੇ ਹੈ। ਯਾਤਰਾ ਹੀ ਜਿਹੜੀ ਹੈ ਸਪਿਰਿਚੁਅਲ ਜਿਹੜੀ ਹੈਗੀ, ਮਨ ਦੀ ਯਾਤਰਾ ਹੈਗੀ ਆ। ਤੇ ਜੇ ਮਨ ਹੀ ਜਿਹੜਾ ਆਪਾਂ ਨੇ ਖੁੱਲਾ ਛੱਡ ਦਿੱਤਾ ਤੇ ਭਾਵੇਂ ਜਿੰਨਾ ਮਰਜ਼ੀ ਜਿਹੜਾ ਹੈਗਾ ਆਪਾਂ ਧਿਆਨ ਸਿਮਰਨ ਕਰ ਲਈਏ ਤੇ ਜਿੰਨੀ ਵੀ ਤੇਜ਼ੀ ਨਾਲ ਕਰੀਏ, ਕਹਿੰਦੇ ਗੱਲ ਨਹੀਂ ਬਣਨੀ। ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਸਤਿਗੁਰੂ ਤੋਂ ਬਗੈਰ ਜਿਹੜੀ ਹੈਗੀ ਆ ਹੋਰ ਜਿਹੜੀ ਹੈਗੀ ਕੱਚੀ ਹੈਗੀ ਬਾਣੀ ਭਾਈ। ਹਾਂਜੀ ਠੀਕ ਹੈ ਜੀ। ਇੱਥੇ ਬਾਣੀ ਸਾਧ ਸੰਗਤ ਜੀ ਇਹ ਸਮਝਾਉਂਦੀ ਹੈ ਕਿ ਜਿਹੜਾ ਬੰਦਾ ਆਪ ਮਾਇਆ ਦੇ ਵਿੱਚ ਗ੍ਰਸਤ ਆ, ਜਿਹੜਾ ਬੰਦਾ ਆਪ ਖੂਹ ਦੇ ਵਿੱਚ ਡਿੱਗਿਆ, ਮਾਇਆ ਰੂਪੀ ਖੂਹ ਦੇ ਵਿੱਚ ਡਿੱਗਿਆ, ਜਿਹੜੇ ਬੰਦੇ ਦਾ ਆਪਣਾ ਦੀਪਕ ਬੁਝਿਆ, ਉਹ ਸਾਡੇ ਦੀਪਕ ਨੂੰ ਕਿੱਥੋਂ ਪ੍ਰਕਾਸ਼ਮਾਨ ਕਰ ਸਕਦਾ? ਮੇਰੇ ਕੋਲ ਬੱਤੀ ਆ, ਨਿੱਜਰ ਸਾਹਿਬ ਕੋਲ ਬੱਤੀ ਆ, ਤੇ ਫਿਰ ਤੇ ਸਾਨੂੰ ਇੱਕ ਦੂਜੇ ਦੀ ਹੈਲਪ ਕਰਾਂਗੇ। ਜਦੋਂ ਮੇਰੇ ਘਰ ਬੱਤੀ ਨਹੀਂ ਆਉਂਦੀ, ਮੈਂ ਨਿੱਜਰ ਸਾਹਿਬ ਨੂੰ ਬੱਤੀ ਕਿੱਥੋਂ ਦੇ ਦੂੰਗਾ? ਇੱਥੇ ਕੱਚੀ ਤੋਂ ਪੱਕੀ ਦਾ ਮਤਲਬ ਇਹ ਹੈ, ਇੱਕ ਤੇ ਗੁਰੂਆਂ ਨੇ ਅਵਸਥਾ ਨੂੰ ਪ੍ਰਾਪਤ ਕੀਤਾ ਹੈ, ਇੱਕ ਉਸ ਬੰਦੇ ਨੇ, ਕੋਈ ਵੀ ਕਹਿ ਲਓ, ਉਹ ਅਵਸਥਾ ਨੂੰ ਪ੍ਰਾਪਤ ਕਰਕੇ ਉਹ ਮਾਰਗ ਦਰਸ਼ਨ ਕਰੇ ਤੇ ਬੜੀ ਵਧੀਆ ਗੱਲ ਹੈ, ਉਹ ਤੇ ਬੰਦਾ ਅਗਲੀ ਮੰਜ਼ਿਲ ਤੇ ਪਹੁੰਚੂਗਾ ਵੀ। ਪਰ ਜੇ ਬੰਦੇ ਨੇ ਪ੍ਰਾਪਤ ਹੀ ਨਹੀਂ ਕੀਤਾ ਹੈ, ਕੇਵਲ ਕਿਤਾਬਾਂ ਤੇ ਗ੍ਰੰਥਾਂ ਚੋਂ ਪੜ੍ਹ ਲਿਆ ਔਰ ਫਿਰ ਲੋਕਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕਰਤਾ, ਔਰ ਇਹੀ ਤੇ ਪ੍ਰੋਬਲਮ ਹੈ। ਅੱਜ ਇੰਡੀਆ ਦੇ ਵਿੱਚ ਮੈਂ ਪਤਾ ਨਹੀਂ ਕਿੱਥੇ ਪੜ੍ਹਿਆ, ਉਹ ਕਹਿੰਦੇ ਆ ਕਿ ਹਰ 100 ਬੰਦੇ ਤੇ ਇੱਕ ਸੰਤ ਬਣ ਕੇ ਬੈਠਾ। ਨਿੱਜਰ ਸਾਹਿਬ ਤੇ ਵੇਖ ਲਓ ਕਿੰਨੇ ਕੁ ਬ੍ਰਹਮ ਗਿਆਨੀ ਹੈਗੇ, ਔਰ ਕਿੰਨੇ ਜਿਹੜੇ ਇਹ ਠੱਗ ਆ ਉਹ ਜੇਲ੍ਹਾਂ ਦੇ ਅੰਦਰ ਆ, ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ, ਔਰ ਕਿੰਨੇ ਠੱਗ ਨੇ ਏਦਾਂ ਹੀ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ। ਹੁਣ ਮੈਂ ਇੱਕ ਕੱਲ ਮੇਰੇ ਕੋਲ ਵੀਡੀਓ ਆਈ, ਉਹ ਜਨਾਨੀ ਨੂੰ ਕੁੱਟੀ ਜਾਂਦੇ ਆ, ਸਾਰਾ ਪਰਿਵਾਰ ਲੱਗੇ ਬੈਠਾ ਵਾ, ਉਹਨੇ ਕਿਲੋ ਲੱਕ ਤੇ ਸਵਾਹ ਮਲੀ ਤੇ ਉਹਦੇ ਭੂਤ ਕੱਢੀ ਜਾਂਦੇ ਨੇ। ਜਿਹੜਾ ਉਹ ਵਿਚਾਰੀ ਰੋਈ ਜਾਂਦੀ ਆ। ਇਹ ਤਾਂ ਮੇਰੇ ਡਾਂਗਾ ਫੇਰਦੇ ਆ, ਕਿਤੇ ਨੂੰ ਚੁੱਕੇੜਾ। ਮੇਰੇ ਗੁਆਂਢੀ ਸੀਗੇ ਜੀ, ਉੱਥੇ ਮੈਂ ਹੈਦਰਾਬਾਦ ਰਹਿੰਦਾ ਸੀਗਾ, ਮੇਰੇ ਗੁਆਂਢੀ ਸੀਗੇ, ਉਹ ਪਤਾ ਨਹੀਂ ਕਿਹੜਾ ਆ ਗਿਆ ਉਹਦੇ, ਉਹ ਕਹਿੰਦੇ ਜੀ ਮੇਰੇ ਗੁਆਂਢੀ ਪੋਸਟਲ ਡਿਪਾਰਟਮੈਂਟ ਪੋਸਟਮੈਨ ਸੀ, ਪਤਾ ਨਹੀਂ ਕੌਣ ਸੀਗਾ ਵਿਚਾਰਾ, ਉਹਦੇ ਸੁਪਰਵਾਈਜ਼ਰ ਸੀਗਾ। ਤੇ ਉਹ ਸਾਰੀ ਰਾਤ ਜਿਹੜੇ ਹੈਗੇ ਆ ਉਹਨਾਂ ਦੇ ਘਰ, ਪਤਾ ਨਹੀਂ ਕਹਿੰਦੇ ਕਥਾ ਹੈ, ਪ੍ਰੋਗਰਾਮ ਹੈ, ਪਤਾ ਨਹੀਂ, ਉਹਨੇ ਕੁੱਟ ਕੇ ਸਵੇਰੇ ਪਤਾ ਲੱਗਿਆ ਤੇ ਪੁਲਿਸ ਆਈ ਪਈ ਹੈ, ਕਹਿੰਦੇ ਉਹ ਘਰ ਵਾਲੀ ਨੂੰ ਮਾਰਤਾ ਉਹਨੇ, ਉਹ ਜਿਹੜਾ ਸੰਤ ਬੁਲਾਇਆ ਸੀਗਾ ਇਹਨਾਂ ਨੇ ਭੂਤ ਕੱਢਣ ਵਾਲਾ। ਤੇ ਮੈਂ ਗਰੁੱਪ ਮੈਂ ਵੀਡੀਓ ਪਾਉਣਾ ਗਰੁੱਪ 'ਚ, ਤੁਸੀਂ ਵੇਖ ਲਿਓ ਸਾਧ ਸੰਗਤ ਜੀ, ਦੁਨੀਆ ਕਿੱਡੀ ਖਤਰਨਾਕ ਤੇ ਕੀ ਕਰਦੇ ਫਿਰਦੇ ਲੋਕ। ਔਰ ਆਪਣੇ ਇਹਨਾਂ ਦਾ ਕੋਈ ਕਸੂਰ ਨਹੀਂ ਆ, ਕਸੂਰ ਸਾਡਾ ਜਿਹੜੇ ਅੰਨੇ ਭਗਤ। ਤੇ ਇਹ ਕਹਿੰਦੇ ਆ ਕਿ ਜਿਹੜੇ ਬੰਦੇ ਦਾ ਆਪਣਾ ਚਿੱਤ ਸ਼ਾਂਤ ਨਹੀਂ ਆ, ਜਿਹੜਾ ਆਪ ਮਾਇਆ ਦੇ ਵਿੱਚ ਗ੍ਰਸਤ ਆ, ਉਹਨੇ ਵਿਚਾਰੇ ਨੇ ਕੀ ਸਾਨੂੰ ਰਾਹ ਦਿਖਾਉਣਾ? ਉਹ ਤੇ ਆਪ ਡੁੱਬਿਆ ਪਿਆ, ਔਰ ਉਹ ਜਿੱਥੇ ਕਿਸ਼ਤੀ ਤੋਂ ਬੈਠਾ ਵਾ ਉੱਥੇ ਤੁਹਾਨੂੰ ਵੀ ਚਾੜ ਦੇਣਾ ਤੇ ਦੂਜਿਆਂ ਨੂੰ ਵੀ ਚਾੜਨ ਦੇ ਚੱਕਰਾਂ 'ਚ ਪਿਆ ਵਾ। ਉਸ ਕਿਸ਼ਤੀ ਤੇ ਨਹੀਂ ਚੜਨਾ ਜਾਂ ਚੜਨਾ
ਉਹਦਾ ਫੈਸਲਾ ਤੁਹਾਡੇ ਆਪਣੇ ਹੱਥ 'ਚ ਆ। ਜੀਵਨ ਸਾਡਾ ਗਰਕ ਹੋਣਾ, ਨਾ ਕਿ ਉਹਦਾ ਤੇ ਗਰਕ ਹੋ ਗਿਆ। ਉਹ ਚਾਹੁੰਦਾ ਕਿ ਪਤਾ ਕੀ ਹੁੰਦਾ ਵਾ, ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ। ਮੰਮੀ ਵੀ ਕਥਾ ਸੁਣਦੀ ਆ, 20-25 ਸਾਲ ਹੋ ਗਏ ਆ ਅਸੀਂ ਪੁਰਾਣੇ ਘਰ ਜਾਈਦੇ ਹਾਂ। ਮੁੰਡਾ ਬੜਾ ਸੋਹਣਾ ਤੇ ਉਹਦਾ ਪਿਓ ਪਤਾ ਨਹੀਂ ਯੂਨੀਵਰਸਿਟੀ 'ਚ ਲੱਗਾ, ਮਾਂ ਵੀ ਯੂਨੀਵਰਸਿਟੀ 'ਚ ਲੱਗੀ। ਚਲੋ ਮਾੜੀ ਸੰਗਤ 'ਚ ਵਿਆਹ। ਮੁੰਡਾ ਤੇ 16-17 ਸਾਲ ਦਾ ਮੁੰਡਾ ਹੋਊ। ਉਹ ਬਾਹਰ ਬੈਠਾ, ਮੈਂ ਆ ਭਰਾਵਾ ਅੰਦਰ ਸਾਡੇ ਲਾਗੇ ਬਹਿ ਜਾ, ਅਸੀਂ ਕੰਮ ਕਰਦੇ ਹੁੰਦੇ ਹਾਂ। ਕਹਿੰਦਾ ਨਹੀਂ ਵੀਰ ਜੀ ਮੈਂ ਨਹੀਂ ਆਉਣਾ। ਉਹਨੇ ਕਿਤੇ ਨਸ਼ਾ ਮਕਾਉਣਾ ਹੀ ਕਿਸੇ ਕੋ। ਚਲੋ ਨਸ਼ਾ ਆ ਗਿਆ, 2 ਘੰਟੇ ਬਾਅਦ ਉਹਨਾਂ ਚਿਰ ਤੱਕ ਮੁੰਡਾ ਸੜਕ ਤੇ ਖਲੋਤਾ ਰਿਹਾ। ਚਲੋ ਨਸ਼ਾ ਮਿਲ ਗਿਆ, ਉਹਨੇ ਪੀਤਾ ਪੂਤਾ, ਸਾਡੇ ਕੋਲ ਆ ਕੇ ਬਹਿ ਗਿਆ। ਤੇ ਮੈਂ ਬੱਚੇ ਤੂੰ ਆ, ਮੈਂ ਵੀਰਾ ਕੀ ਕਰਨਾ? ਉਹ ਇਹ ਹੈ ਉਹ ਹੈ ਤਾਂ ਜੇ। ਮੈਂ ਕਿਹਾ ਚਲੋ ਮੰਮੀ ਇੱਥੇ ਮੇਰੀ ਇੱਥੇ ਲੱਗੀ, ਡੈਡੀ ਉੱਥੇ ਲੱਗਾ। ਫਿਰ ਮੈਨੂੰ ਕਹਿੰਦਾ ਕਿ ਮੈਂ ਕੱਲਾ ਨਹੀਂ ਮਾਰਾਂਗਾ, ਮੈਂ ਪਿੰਡ 'ਚ 9 ਬੂਟੇ, ਨਿੱਜਰ ਸਾਹਿਬ ਕਹਿੰਦਾ ਹੋਰ ਲਾਏ 8-9 ਬੂਟੇ। ਵੇਖ ਲਓ, ਇਹ ਬੰਦੇ ਦੀ ਏਦਾਂ ਦੀ ਸੋਚ ਹੁੰਦੀ। ਜਦੋਂ ਬੰਦਾ ਇੱਕ ਡੁੱਬਦਾ ਨਾ, ਉਹ ਕੀ ਕਹਿੰਦਾ ਮੈਂ ਕੱਲਾ ਕੋ ਡੁੱਬਾਂ, ਨਾਲ ਦੂਜੇ ਨੂੰ ਵੀ ਡੋਬ ਦੋ। ਔਰ ਫਿਰ ਪੂਰਾਂ ਦੇ ਪੂਰ ਬਾਣੀ ਕਹਿੰਦੀ ਲੈ ਕੇ ਚੱਲ ਜਾਂਦੇ ਨੇ ਆਪਣੇ ਨਾਲ, ਕਿਉਂਕਿ ਬੰਦਾ ਬੜਾ ਖਤਰਨਾਕ ਹੈ। ਉਹ ਕੱਲਾ ਰਹਿੰਦਾ ਨਾ, ਤੈਨੂੰ ਡਰ ਲੱਗਦਾ। ਹੁਣ ਮੇਰੀ ਕੱਲੇ ਦੀ ਬੱਤੀ ਗਈ ਹੈ ਨਾ, ਤੇ ਮੈਨੂੰ ਮਤਲਬ ਮੇਰੇ ਨਾਲ ਪਿੰਡ ਦੀ ਵੀ ਗਈ ਤੇ ਕੋਈ ਪ੍ਰੋਬਲਮ ਨਹੀਂ, ਪਰ ਮੇਰੀ ਕੱਲੇ ਦੀ ਗਈ ਹੈ ਨਾ, ਫਿਰ ਮੈਨੂੰ ਬੜੀ ਪ੍ਰੋਬਲਮ ਹੋਈ। ਮੇਰੇ ਗੁਆਂਢੀਆਂ ਘਰ ਬੱਤੀ ਕਿਉਂ ਜਗਦੀ? ਔਰ ਇਹ ਲੋਕ ਏਦਾਂ ਦੇ ਹੀ ਨੇ, ਆਪ ਵੀ ਡੁੱਬਦੇ ਤੇ ਦੂਜਿਆਂ ਨੂੰ ਡੋਬ ਦਿੰਦੇ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਕਹਿੰਦੇ ਭਾਈ ਇਹ ਸੱਚੀ ਬਾਣੀ, ਗੁਰੂ ਦਾ ਸ਼ਬਦ ਜਿਹੜਾ ਹੈਗਾ ਇਹ ਰਤਨ ਹੈਗਾ, ਰਤਨ ਕੀਮਤੀ ਰਤਨ ਹੈਗਾ, ਅਨਮੋਲ। ਹੀਰੇ ਜਿੱਤ ਜੜਾਓ। ਇਹਦੇ ਵਿੱਚ ਜਿਹੜੇ ਹੈਗੇ ਇੰਨੇ ਗੁਣ ਹੈਗੇ ਆ ਗੁਰੂ ਦੇ ਸ਼ਬਦ ਦੇ, ਗੁਰੂ ਦੇ ਗਿਆਨ ਦੇ ਵਿੱਚ। ਇਹ ਬ੍ਰਹਮ ਬਾਣੀ ਦੇ ਵਿੱਚ ਹੀਰਿਆਂ ਦਾ ਜੜਾ ਹੈ, ਹੀਰਿਆਂ ਵਾਂਗੂ ਜੜੇ ਹੋਏ ਆ। ਇੰਨੇ ਗੁਣ ਹੈਗੇ ਇਹਦੇ ਅੰਦਰ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਜੇ ਕਿਸੇ ਦਾ ਵੀ ਮਨ ਇਸ ਸ਼ਬਦ ਰਤਨ ਦੇ ਵਿੱਚ ਲੱਗ ਗਿਆ, ਮਨ ਲੱਗਣਾ ਹੈ ਭਾਈ। ਸ਼ਬਦ ਰਤਨ ਜਿਤ ਮਨ ਲਾਗਾ, ਜੇ ਮਨ ਲੱਗ ਗਿਆ ਕਿਸੇ ਦਾ, ਤੇ ਇਹ ਹੋਆ ਸਮਾਓ। ਕਹਿੰਦੇ ਆ ਸਮਾਈ ਹੋ ਗਈ, ਆ ਜੁੜ ਗਿਆ, ਇਹ ਲੀਨ ਹੋ ਗਿਆ ਉਹਦੇ ਅੰਦਰ। ਜਿਹੜਾ ਹੈਗਾ ਉਹ ਜਿਹੜੀ ਅਨਹਦ ਬਾਣੀ ਦੀ ਗੱਲ ਕਰ ਰਹੇ ਆ, ਉਹ ਸ਼ਬਦ ਉਹਦੇ ਅੰਦਰ ਚੱਲ ਪਏਗਾ ਭਾਈ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਸ਼ਬਦ ਸੇਤੀ, ਸ਼ਬਦ ਦੇ ਨਾਲ ਮਨ ਮਿਲ ਗਿਆ ਭਾਈ, ਔਰ ਸੱਚੇ ਮਾਲਕ ਪਰਮਾਤਮਾ ਨੇ ਮਿਹਰ ਕਰ ਦਿੱਤੀ। ਮਾਲਕ ਦੇ ਨਾਲ ਜਿਹੜਾ ਹੈਗਾ ਪਿਆਰ ਪੈ ਗਿਆ। ਇਸ ਤਰ੍ਹਾਂ ਸੱਚ ਹੋ ਜਾਂਦਾ, ਸੱਚ ਦਾ ਰੂਪ ਹੀ ਹੋ ਜਾਂਦਾ, ਸੱਚੇ ਦਾ ਰੂਪ ਹੋ ਜਾਂਦਾ ਹੈ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਉਹ ਮਾਲਕ ਪਰਮਾਤਮਾ ਆਪ ਹੀ ਹੀਰਾ ਹੈਗਾ, ਰਤਨ, ਹੀਰਾ ਰਤਨ ਆਪ ਹੀ ਮਾਲਕ ਪਰਮਾਤਮਾ ਹੈਗਾ। ਔਰ ਜਿਹਨੂੰ ਵੀ ਬੁਝਾਈ ਦਿੰਦਾ ਹੈ, ਗੁਰੂ ਦੇ ਦੁਆਰਾ ਬੁਝਾ ਦਿੰਦਾ ਹੈ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ। ਕਹਿੰਦੇ ਪਰਮੇਸ਼ਰ, ਇਹ ਗੁਰੂ ਦਾ, ਬ੍ਰਹਮ ਗਿਆਨੀਆਂ ਦਾ ਸ਼ਬਦ ਜਿਹੜਾ ਹੈਗਾ, ਇਹ ਬਾਣੀ ਜਿਹੜੀ ਹੈਗੀ, ਇਹ ਰਤਨ ਹੈਗੀ ਸ਼ਬਦ। ਕਹਿੰਦੇ ਇਹਦੇ ਵਿੱਚ ਅਨੇਕਾਂ ਜਿਹੜੇ ਹੈਗੇ ਗੁਣ ਹੈਗੇ ਆ, ਹੀਰੇ ਜੜੇ ਹੋਏ ਆ ਇਹਦੇ ਵਿੱਚ। ਇਸ ਸ਼ਬਦ ਅਭਿਆਸ ਦੇ ਵਿੱਚ, ਧਿਆਨ ਸਿਮਰਨ ਦੇ ਵਿੱਚ ਇਹਨੂੰ ਜਿਹੜਾ ਹੈਗਾ, ਇਹਦੇ ਨਾਲ ਜਿਹੜਾ ਹੈਗਾ, ਜਿਸ ਨੂੰ ਵੀ ਜਿਹਨੇ ਵੀ ਇਹਦੇ ਨਾਲ ਚਿੱਤ ਲਗਾ ਲਿਆ, ਜਿਹਦਾ ਵੀ ਮਨ ਇਹਦੇ ਨਾਲ ਮਿਲ ਗਿਆ, ਤੇ ਉਹਦੇ ਅੰਦਰ ਇਹ ਗੁਣ ਆਪਣੇ ਆਪ ਆ ਜਾਣਗੇ। ਹੀਰਾ ਜਿੱਤ ਜੜਾਓ, ਹੀਰੇ ਵਾਂਗੂ ਜਿਹੜੇ ਹੈਗੇ ਉਹਦੇ ਅੰਦਰ ਜਿਹੜੇ ਹੈਗੇ ਉਹ ਗੁਣਾਂ ਦਾ ਧਾਰਨੀ ਹੋ ਜਾਏ। ਗੁਰ ਕਾ ਸ਼ਬਦ ਰਤਨ ਹੈ। ਠੀਕ ਹੈ। ਹਾਂਜੀ ਹੀਰੇ ਜਿੱਤ ਜੜਾਓ, ਹੀਰੇ ਜਿੱਤ ਜੜਾਓ। ਕਹਿੰਦੇ ਇਹਦੇ ਵਿੱਚ ਜਿਹੜੇ ਆ ਹੀਰਿਆਂ ਦੇ, ਪਰਮੇਸ਼ਰ ਦੇ ਗੁਣ ਜੜੇ ਹੋਏ ਆ ਭਾਈ। ਗੁਰੂ ਦੇ ਸ਼ਬਦ ਜਿਹੜੇ ਹੈਗੇ, ਇਹ ਬਾਣੀ ਜਿਹੜੀ ਸੱਚੀ ਬਾਣੀ ਹੈ, ਉਹਦੀ ਬਾਰੇ ਗੱਲ ਕਰ ਰਹੇ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਕਹਿੰਦੇ ਕਿ ਗੁਰੂ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਕਹਿੰਦੇ ਕਿ ਜਿਹੜੇ ਗੁਰਮੁਖ ਹੁੰਦੇ, ਉਹਨਾਂ ਦੇ ਸ਼ਬਦ, ਗੁਰੂਆਂ ਦੇ ਸ਼ਬਦ ਜਿਹੜੇ ਹੁੰਦੇ ਨੇ, ਜੋ ਨਿਰਦੇਸ਼ ਹੁੰਦੇ ਨੇ, ਜੋ ਸਾਨੂੰ ਐਡਵਾਈਸ ਕਰਦੇ ਨੇ, ਉਹ ਰਤਨ ਆ। ਐਸਾ ਰਤਨ ਆ, ਹੀਰੇ ਜਿੱਤ ਜੜਾਓ, ਜਿਹਦੇ ਵਿੱਚ ਉਹ ਹੀਰੇ ਜੜੇ ਹੋਏ ਨੇ। ਜਿੱਦਾਂ ਜੇਕਰ ਅਸੀਂ ਉਸ ਤਰੀਕੇ ਨਾਲ ਆਪਣਾ ਜੀਵਨ ਢਾਲਦੇ ਆ, ਉਹ ਤੇ ਕਹਿੰਦੇ ਭਗਤੀ ਕਰੋ, ਨਾਮ ਅਭਿਆਸ ਕਰੋ, ਜੀਵਨ ਨੂੰ ਉੱਚਾ ਕਰੋ, ਇਮਾਨਦਾਰ ਬਣੋ, ਵਫਾਦਾਰ ਬਣੋ, ਤੇ ਫਿਰ ਕੀ ਹੁੰਦੇ ਕਿ ਹੀਰੇ ਜਿੱਤ ਜੜਾਓ। ਫਿਰ ਉਹ ਕਹਿੰਦੇ ਕਿ ਉਹਨਾਂ ਦੇ ਲਫ਼ਜ਼ ਜਦੋਂ ਆਪਾਂ ਸੁਣਦੇ ਹਾਂ ਤੇ ਆਪਣੇ ਜੀਵਨ 'ਚ ਇੰਪਲੀਮੈਂਟ ਕਰਦੇ ਹਾਂ, ਕਹਿਣ ਤੋਂ ਭਾਵ ਗੱਲਾਂ ਨੂੰ ਲਾਗੂ ਕਰਦੇ ਹਾਂ, ਤੇ ਸਾਡੇ ਜੀਵਨ ਦੇ ਵਿੱਚ ਜਿੱਦਾਂ
ਜਿੱਦਾਂ ਖੂਬਸੂਰਤੀ ਆਉਂਦੀ ਹੈ, ਹੀਰੇ ਦਾ ਮਤਲਬ ਚੰਗੇ ਗੁਣ ਪੈਦਾ ਹੋਣ ਲੱਗ ਪੈਂਦੇ ਨੇ। ਜੀ ਸਾਹਿਬ ਬਿਲਕੁਲ ਸਹੀ ਗੱਲ ਹੈ। ਸਾਡੇ ਜੀਵਨ 'ਚ ਤੇ ਗੁਣ ਆਉਣੇ, ਹੋਰ ਉਹ ਗੁਣੀ ਤੇ ਹੀਰੇ ਨੇ, ਹੋਰ ਹੀਰੇ ਕਾਹਦੇ ਆ? ਉਹ ਗੁਣੀ ਦੀ ਗੱਲ ਨਹੀਂ ਹੁੰਦੀ, ਗੁਣੀ ਦੀ ਤਾਰੀਫ ਨਹੀਂ ਕੀਤੀ ਜਾਂਦੀ ਤੇ ਗੁਣਾਂ ਦੀ ਤਾਰੀਫ ਕੀਤੀ ਜਾਂਦੀ ਆ। ਉਹ ਬੰਦਾ ਬੜਾ ਇਮਾਨਦਾਰ ਆ, ਉਹ ਫਿਰ ਉਹ ਹੀਰਿਆਂ ਵਾਂਗੂ ਉਹਦੇ ਜੀਵਨ 'ਚ ਏਦਾਂ ਦੇ ਰਤਨ ਜੜੇ ਜਾਂਦੇ ਆ। ਇਹ ਹੀਰੀ ਹੈ, ਹੋਰ ਗੁਣ ਕਿੱਥੋਂ ਆਉਣੇ ਆ? ਬਿਲਕੁਲ। ਜਿਹੜਾ ਬੰਦਾ ਕੋਈ ਗੁਣ ਹੀ ਨਹੀਂ ਹੈਗਾ, ਉਹਦੀ ਕਾਹਦੀ ਕੀਮਤ? ਉਹ ਤਾਂ ਬੰਦਾ ਕਿਸੇ ਕੰਮ ਦਾ ਨਹੀਂ ਹੈਗਾ, ਤਾਂ ਉਹ ਤੇ ਖੱਦਰ ਹੈਗਾ। ਖੱਦਰ ਵੀ ਚੰਗਾ ਤੋਂ, ਪਰ ਜੇ ਕਿਸੇ ਗੁਣ ਹੈਗੇ ਆ, ਇਹਦਾ ਮਤਲਬ ਕਿ ਉਹਨੂੰ ਗੁਣ ਤੇ ਮਿਲਿਆ ਕਿਦੋਂ? ਉਹ ਹੀਰੇ ਹੀ ਆ ਗੁਣ। ਇਹ ਵੀ ਜਿੰਨੇ ਸਾਡੇ 'ਚ ਗੁਣ ਆਈ ਜਾਣਗੇ, ਉਹਨੇ ਸਾਡੇ 'ਚ ਹੀਰੇ ਰਤਨ ਸਾਡੇ ਨਾਲ ਚਿਪਕਦੇ ਜਾਂਦੇ, ਸਾਡਾ ਜੀਵਨ ਉੱਚਾ ਹੀ ਜਾਂਦਾ। ਹਾਂਜੀ ਨਿੱਜਰ ਸਾਹਿਬ। ਸ਼ਬਦ ਰਤਨ ਜਿਤ ਮਨ ਲਾਗਾ, ਸ਼ਬਦ ਰਤਨ ਹੈਗਾ ਭਾਈ। ਇਹ ਰਤਨ ਤਾਂ ਹੀ ਮਿਲਣਾ ਹੈ ਜੇ ਮਨ ਲੱਗੂਗਾ। ਜਿਹਦਾ ਮਨ ਲੱਗ ਗਿਆ ਉਹਦੇ ਅੰਦਰ ਇਹ ਸ਼ਬਦ ਰਤਨ ਆ ਜਾਣਾ ਹੈ। ਇਹ ਹੋਆ ਸਮਾਓ, ਇਹ ਉਹਦਾ ਸਮਾਈ ਹੋ ਗਈ, ਉਹਦੇ ਵਿੱਚ ਸ਼ਬਦ ਦੇ ਵਿੱਚ ਲੀਨ ਹੋ ਗਿਆ, ਵਿਚਾਰ ਬੰਦ ਹੋ ਗਏ। ਹਾਂਜੀ ਗੋਰਖ ਸਾਹਿਬ। आप एक बंदे शब्द का कहते शब्द गुरु का शब्द रत्न है। हीरे जित जड़ाओ शब्द रत्न जित मन लागा ये हुआ समाओ। मन लागा मतलब कि रेडियो की एडजस्टमेंट कर ली, वो गल्लां सुन लियां, चैनल कुछ होर सी पर वो चैनल छड्ड के चंगे बिल्कुल शब्द चल रहे ने जिथे सानू डायरेक्शन दे रहे ने। असीं ते तेरी गल सुनो, ऐसा संगत जी ये माया एक जंगल है, माया के जंगल च बैठे हैं। आप एक जस्ट सोचो, माया एक जंगल है, यह जंगल ही है, यह संसार ये प्रपंच है, पर ये फाइन बड़ा जंगल है, दिखता नहीं है। बंदा फसिया जंगल की है। ये जंगल च बाहर निकलना, धर्म अर्थ काम ते मोक्ष, ये पहले 3 पड़ावां च फसे हैं। ये तिन्हां दी बैलेंसिंग जिहड़ी गुरु दा शब्द ही कराउंदा है। जिहड़े गुरु जिहड़े इस गेम तो बाहर निकल गए, जिन्ना गेम पास कर ली, और साडा ते इम्तिहान चल रहा ना, असीं ते आपां ते मिडल च हैगे ना, आपां पास ते नहीं ना होए। आपां जदों ब्रह्म ज्ञानी बन जांगे ते असीं पास हो जांगे। हुण असीं ऑन दा वे हैं प्रोसैस दे विच। वो रतन जिहड़ा है वो कहंदे आ कि वो जिहड़े रतन रूपी शब्द ने, जो ज्ञान सानूं मिलदा है, वो मन जिन्ना चਿਰ तक साडा मन दा नहीं लगाओ, मन लगाओ, मन लागा, मन लगूगा नहीं तो गल बननी नहीं है। क्योंकि ਅਸੀਂ ਆਪਣਾ ਚੈਨਲ ਚਾਲੂ ਕਰੀਏ, ਬਾਣੀ ਸਾਨੂੰ ਕੁਝ ਹੋਰ ਕਵੇ ਤੇ ਨਿੱਜਰ ਸਾਹਿਬ ਫਿਰ ਮਨ ਤੇ ਨਹੀਂ ਲੱਗਿਆ ਹੋਇਆ। ਇਹਦਾ ਮਤਲਬ ਅਸੀਂ ਆਪਣਾ ਰੇਡੀਓ ਚਾਲੂ ਕੀਤਾ, ਉਧਰੋਂ ਦੂਜਾ ਰੇਡੀਓ ਚੱਲੀ ਜਾਂਦਾ ਤੇ ਫਿਰ ਸਿਗਨਲ ਥੋੜੀ ਮਿਲਣਾ। ਜੇ ਅਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਹੜੇ ਗੁਰੂਆਂ ਦਾ ਸ਼ਬਦ ਸਾਨੂੰ ਮੈਸੇਜ ਕਹਿ ਰਿਹਾ, ਸੁਣਾ ਦੇ ਰਿਹਾ, ਤੇ ਉਹਨੂੰ ਅਸੀਂ ਸੁਣਾਂਗੇ, ਮਨ ਲਾ ਕੇ ਉਹਦੇ ਚ ਚਿੱਤ ਲਾਉਣੇ ਆ, ਤੇ ਫਿਰ ਹੀ ਤੇ ਸਾਡੇ ਜੀਵਨ ਚ ਉਚਾਈ ਆਊਗੀ ਨਾ। ਉਹਨਾਂ ਦੀ ਡਾਇਰੈਕਸ਼ਨ ਲਵਾਂਗੇ ਤੇ ਤਾਂ ਹੀ ਤੇ ਉਚਾਈ ਆਉਣੀ ਹੈ ਨਾ। ਡਾਇਰੈਕਸ਼ਨ ਵੀ ਉਹਨਾਂ ਦੀ ਲੈਣੀ ਹੈ ਜਿਹੜੇ ਗੇਮ ਚੋਂ ਪਾਸ ਹੋ ਗਏ ਨੇ। ਕੱਚਿਆਂ ਦੀ ਨਹੀਂ, ਪੱਕਿਆਂ ਦੀ ਗੱਲ ਕਰ ਰਹੇ ਹਾਂ। ਅੱਜ ਨਾ ਜਗ੍ਹਾ ਅੱਗੇ ਚੱਲੀ। ਸ਼ਬਦ ਸੇਤੀ ਮਨ ਮਿਲਿਆ, ਕਹਿੰਦੇ ਸ਼ਬਦ ਦੇ ਨਾਲ ਮਨ ਮਿਲ ਗਿਆ। ਹੀਰੇ ਦੇ ਨਾਲ ਮਨ ਜਿਹੜਾ ਹੈਗਾ ਹੀਰੇ ਦੇ ਨਾਲ ਮਿਲ ਗਿਆ। ਸੱਚੇ ਲਾਇਆ ਭਾਓ, ਉਹ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਭਾਈ। ਸ਼ਬਦ ਨੇ ਇਹੀ ਕੰਮ ਕਰਨਾ ਹੈ, ਮਾਲਕ ਦੇ ਨਾਲ ਪਿਆਰ ਪਾ ਦੇਣਾ ਹੈ। आपे हीरा रतन आपे जिसनू दे बुझाए, कहते मालक परमात्मा पाए। ये नाम दा दाता मालक परमात्मा है, आप ही हीरा हैगा, रतन आप ही रतन है मालक परमात्मा। जिसनू दे बुझाए, बस मालक दी मर्जी आ पाए। गुरु दे द्वारा जिहड़ा है रतन देना है, जिन्हों भी ये बुझाई दे दी, जिन्हों भी ये ज्ञान दे दिता कि कह नानक शब्द रतन है, हीरा जित जड़ाओ। बई शब्द रतन है भाई, हीरा ये रतन नू अपने हिरदे दे विच जड़ ला पाई। तेरे अंदर जिहड़ा हैगा ये रतन जिहड़ा है ब्रह्म ज्ञान, और तेरे अंदर जिहड़े हैगे नाम प्रगट हो जाएगा, और तेरे अंदर जिहड़े हैगे गुण आ जाणगे पाई। हाँ जी वीर जी, बिल्कुल ठीक है जी। कहते आपे हीरा आपे हीरा रतन आपे जिसनू दे बुझाए। उधरी तो बोलते ने जैसा शब्द छेती मन मिलिया, सच्चे लाया पाओ। शब्द छेती मन मिलिया, जब शब्द दे नाल मन मिल गया पाए ते समझ लो आ गया रतन। शब्द ही तो रतन हैगा। शब्द छेती मन मिलिया, सच्चे लाया पाओ।
ਜਿਹੜਾ ਹੈਗਾ, ਜਦ ਆਪਾਂ ਗੁਰੂ ਦੀ ਬਾਣੀ, ਗੁਰੂ ਦੀ ਮੱਤ ਦੇ ਨਾਲ ਆਪਣਾ ਮਨ ਜਿਹੜਾ ਹੈਗਾ ਚੱਲ ਪਿਆ ਉਸ ਦੇ ਉੱਤੇ, ਤੇ ਉਹ ਰਤਨ ਆਪਣੇ ਅੰਦਰ ਆ ਜਾਣਾ ਹੈ ਔਰ ਪਿਆਰ ਪੈ ਜਾਣਾ ਹੈ। ਸੱਚੇ ਲਾਇਆ ਪਾਓ ਉਸ ਮਾਲਕ ਪਰਮਾਤਮਾ ਦੇ ਨਾਲ ਪਿਆਰ ਲਾਤਾ। ਬਾਣੀ ਨੇ ਕੀ ਕਰਨਾ ਹੈ? ਗੁਰੂ ਦੀ ਬਾਣੀ ਨੇ, ਗੁਰੂ ਦੀ ਮੱਤ ਨੇ, ਇਹਨੇ ਪਿਆਰ ਪਾਉਣਾ ਹੈ ਸਿਰਫ ਆਪਣਾ ਪਰਮੇਸ਼ਰ ਦੇ ਨਾਲ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਆਪੇ ਮਾਲਕ ਪਰਮਾਤਮਾ ਹੀ ਹੀਰਾ ਹੈਗਾ ਤੇ ਰਤਨ ਇਹਦਾ ਦਾਤਾ। ਇਹ ਬ੍ਰਹਮ ਗਿਆਨੀ ਬਣਾਉਣ ਵਾਲਾ ਵੀ ਮਾਲਕ ਹੀ ਆ, ਬ੍ਰਹਮ ਗਿਆਨ ਦੇਣ ਵਾਲਾ ਵੀ ਮਾਲਕ ਆ, ਨਾਮ ਰੂਪੀ ਰਤਨ ਦਾ ਮਾਲਕ ਵੀ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ, ਔਰ ਬੁਝਾਈ ਦੇਣ ਵਾਲਾ ਵੀ ਉਹ ਮਾਲਕ ਪਰਮਾਤਮਾ ਹੀ ਹੈਗਾ, ਔਰ ਜਿਹਨੂੰ ਬੁਝਾਈ ਦਿੰਦਾ ਹੈ ਉਹ ਵੀ ਮਾਲਕ ਪਰਮਾਤਮਾ ਦਾ ਹੀ ਰੂਪ ਹੈਗਾ, ਉਹ ਵੀ ਮਾਲਕ ਪਰਮਾਤਮਾ ਦਾ ਹੀ ਅੰਸ਼ ਹੈਗਾ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ। ਹੀਰਾ ਜਿੱਤ ਜਿਹੜਾ ਉਹ ਕਹਿੰਦੇ ਸ਼ਬਦ ਰਤਨ ਆ ਪਾਏ, ਸ਼ਬਦ ਹੀ ਰਤਨ ਹੈ। ਹੀਰੇ ਵਾਂਗੂ ਇਹਨੂੰ ਜੜ ਲਓ ਆਪਣੇ ਮਨ ਦੇ ਵਿੱਚ, ਹਿਰਦੇ ਦੇ ਵਿੱਚ। ਹਾਂਜੀ ਬੇਟਾ ਠੀਕ ਹੈ ਜੀ। ਕਹਿੰਦੇ ਕਿ ਜੋ ਸ਼ਬਦ ਹੈ, ਜੋ ਸਾਨੂੰ ਇੰਸਟਰਕਸ਼ਨ ਮਿਲਦੀ ਆ, ਉਹ ਹੀਰੇ ਸਮਝ ਕੇ ਆਪਣੇ ਜੀਵਨ 'ਚ ਆਪਾਂ ਨੂੰ ਜੜ ਲਈਏ। ਹਾਂ, ਜਿੱਦਾਂ ਇੱਕ ਹੀਰੇ ਦਾ ਹਾਰ ਹੁੰਦਾ, ਉਹ ਹਾਰ ਦੇ ਵਿੱਚ ਇੱਕ ਹੀਰਾ ਲਾਉਂਦਾ ਹੈ ਜੋਹਰੀ, ਜਿਹੜਾ ਨਗਾਂ ਨੂੰ ਫਿੱਟ ਕਰਦਾ ਨਾ। ਜਿਵੇਂ ਜਿਵੇਂ ਨਗ ਫਿੱਟ ਕਰੀ ਜਾਂਦਾ, ਤਿਵੇਂ ਜਿਹੜਾ ਹਾਰ ਉਹ ਕੰਪਲੀਟ ਹੋਈ ਜਾਂਦਾ। ਇਸੇ ਤਰ੍ਹਾਂ ਹੀ ਜਿਹੜੇ ਗੁਰੂਆਂ ਦੇ ਜਿਹੜੇ ਨਿਰਦੇਸ਼ ਨੇ, ਉਹ ਤੇ ਕਹਿੰਦੇ ਨੇ ਕਿ ਧਰਮ ਨੂੰ ਜੀਵਨ 'ਚ ਲੈ ਕੇ ਆ। ਧਰਮ ਦਾ ਮਤਲਬ ਕੀ? ਟ੍ਰੈਫਿਕ ਲਾਈਟ ਦਾ ਮਤਲਬ ਕੀ? ਸੰਜਮ ਲਿਆਉਣਾ ਜੀਵਨ 'ਚ ਨਿਯਮ ਲੈ ਕੇ ਆ। ਐਵੇਂ ਨਾ ਗੱਡੀ ਭਜਾਈ ਜਾ। ਟ੍ਰੈਫਿਕ ਦਾ ਮਤਲਬ ਕਿ ਕਈ ਵਾਰੀ ਆਪਣੀ ਗੱਡੀ ਨੂੰ ਰੋਕ, ਇਹ ਨਾ ਹੋਵੇ ਕਿ ਧੱਕਾ ਕਰੀ ਜਾ ਕਿਸੇ ਨਾਲ। ਇਹਨੂੰ ਵਿਚਾਰ ਕਰਨ ਦੀ ਲੋੜ ਹੈ ਤੇ 2-4 ਮਿੰਟ ਖਿਲਾਰਦੇ ਅਗਲੇ ਟ੍ਰੈਫਿਕ ਦੇ ਸਿਗਨਲ ਤੇ। ਕੇਵਲ ਸਾਨੂੰ ਮੌਕਾ ਦਿੰਦੇ ਨੇ ਕਿ ਦੂਜਿਆਂ ਨੇ ਵੀ ਲੰਘਣਾ ਹੈ। ਤੂੰ ਧੱਕੇ ਨਾਲ ਘਰ 'ਚ ਨੱਪੀ ਜਾ ਕਿ ਮੈਂ ਹੈਡ ਆ, ਮੈਂ ਬੜਾ ਸੁਪਰਮੈਨ ਆ, ਤੇ ਦੂਜੇ ਸਾਰੇ ਅਲੀ ਖੱਲੀ। ਟ੍ਰੈਫਿਕ ਲਾਈਟ ਦਾ ਮਤਲਬ ਥੋੜਾ ਸਬਰ ਨਾਲ ਗੱਡੀ ਚਲਾ, ਗੱਡੀ ਨੂੰ ਰੋਕ। ਅਗਲਾ ਵੀ ਬੋਲ ਰਿਹਾ ਤਾਂ ਉਹਨੂੰ ਬੋਲਣ ਦੇ, ਉਹਨੂੰ ਜ਼ਬਰਦਸਤੀ ਉਹਨੂੰ ਚੁੱਪ ਨਾ ਕਰਾ। ਜੇ ਤੂੰ ਚੁੱਪ ਕਰਾ ਰਿਹਾ ਤੇ ਗੜਬੜ ਆ। ਹਰ ਇੱਕ ਨੂੰ ਜੀਵਨ ਦਾ ਹੱਕ ਹੈ, ਔਰ ਜੀਵਨ ਜਿਹੜਾ ਸਾਡਾ ਉੱਚਾ ਹੈ, ਬਾਣੀ ਤੇ ਉਹ ਕਹਿੰਦੀ ਆ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਜਦੋਂ ਅਸੀਂ ਸੋਚਦੇ ਹਾਂ ਅਸੀਂ ਚੰਗੇ ਆ ਤੇ ਸਾਰੀ ਦੁਨੀਆ ਬੁਰੀ ਆ, ਇਹਦਾ ਮਤਲਬ ਸਾਡੇ 'ਚ ਜ਼ਰੂਰ ਕੋਈ ਪ੍ਰੋਬਲਮ ਹੈਗੀ ਆ। ਤੇ ਜਦੋਂ ਅਸੀਂ ਸੋਚਦੇ ਹਾਂ ਕਿ ਲੋਕੀ ਚੰਗੇ ਨੇ ਔਰ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ 'ਚ ਔਗਣ ਵੀ ਹੈਗੇ ਆ, ਮੰਨਣਾ ਮੈਂ ਔਗਣ ਹੈਗੇ ਆ, ਪਰ ਪਿਆਰ ਕੋਈ ਬਿਜ਼ਨਸ ਥੋੜੀ ਹੈਗਾ। ਤੱਕੜੀਆਂ 'ਚ ਪਾ ਕੇ ਪਿਆਰ ਨਹੀਂ ਤੋਖਿਆ ਜਾਂਦਾ। ਪਿਆਰ ਤੇ ਇਹੋ ਹੀ ਹੈ ਕਿ ਅਗਲੇ ਨੂੰ ਉਹਦੇ ਔਗਣਾਂ ਦੇ ਨਾਲ ਸਵੀਕਾਰ ਕਰਨਾ। ਉਹ ਭਾਵੇਂ ਜੋ ਮਰਜ਼ੀ ਹੈ, ਜੇ ਪਿਆਰ ਹੈ ਤੇ ਜੇ ਉਹਨੂੰ ਸਾਨੂੰ ਉਹਦੇ ਔਗਣ ਹੀ ਦਿਖ ਰਹੇ ਆ। ਮਾਂ ਕਹੀ ਜਾਂਦੀ ਆ ਕਿ ਤੁਹਾਡਾ ਪਿਓ ਬੜਾ ਮਾੜਾ ਵਾ, ਸ਼ਰਾਬੀ ਆ, ਕਬਾਬੀ ਆ, ਜਾਂ ਮਾਂ ਪਿਓ ਕਹੀ ਜਾਂਦਾ ਕਿ ਤੁਹਾਡੀ ਮਾਂ ਬੜੀ ਮਾੜੀ ਆ, ਬੱਚਿਆਂ ਦੇ ਕੰਨਾਂ 'ਚ ਜ਼ਹਿਰ ਭਰੀ ਜਾਂਦੇ ਆ, ਫਿਰ ਉਹ ਪਿਆਰ ਤੇ ਨਹੀਂ ਹੈਗਾ, ਉਹ ਤੇ ਕੁਛ ਹੋਰ ਹੀ ਹੈ। ਨਾਲੇ ਪਿਆਰ ਦਾ ਤਾਂ ਮਤਲਬ ਹੈ ਕਿ ਹਾਂਜੀ ਨਿੱਜਰ ਸਾਹਿਬ, ਮੈਂ ਕਿਹਾ ਗੋਰਖ ਸਾਹਿਬ ਆਪਾਂ ਕਿਹੜੇ ਦੁੱਧ ਦੇ ਧੋਤੇ ਹੋਏ ਹੈਗੇ। ਹਾਂ, ਤੇ ਪਿਆਰ ਤੇ ਹੋਈ ਹੈ ਕਿ ਉਹਨੂੰ ਸਵੀਕਾਰ ਕਰੋ। ਦੇਖੋ ਕਈ ਵਾਰੀ ਨਾ ਮੈਂ ਵੇਖਣਾ ਘਰਾਂ ਦੇ ਬੱਚੇ ਨਸ਼ਾ ਕਰਦੇ ਨੇ, ਤੇ ਉਹ ਬਸ ਇਹੋ ਹੀ ਆ ਕਿ ਉਹ ਆਪਣੇ ਮਾਰਗ ਤੋਂ ਥੋੜੇ ਭਟਕ ਗਏ ਆ। ਤੇ ਜੇ ਆਪਾਂ ਉਹਦੀ ਥੋੜੀ ਮਦਦ ਕਰੀਏ, ਉਹਨੂੰ ਸਪੋਰਟ ਕਰੀਏ, ਤੇ ਹੋ ਸਕਦਾ ਉਹ ਵਾਪਸ ਆ ਜਾਏ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕਈ ਹੁੰਦੇ ਨੇ ਔਰ ਉਹ ਬੰਦੇ ਭਟਕ ਵੀ ਜਾਂਦੇ ਨੇ, ਤੇ ਜੇ ਆਪਾਂ ਹੀ ਉਹ ਤੋਂ ਮੂੰਹ ਮੋੜ ਲਾਂਗੇ ਤੇ ਫਿਰ ਤੇ ਪਿਆਰ ਨਾ ਹੋਇਆ, ਫਿਰ ਤੇ ਉਹ ਕੁਛ ਹੋਰ ਹੀ ਸੀ। ਬਸ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਦਾ ਕਮਿਊਨੀਕੇਟ ਨਹੀਂ ਕਰਦੇ, ਅਗਲੀ ਨੂੰ ਪੁੱਛਦੇ ਨਹੀਂ ਬਈ ਤੂੰ ਏਦਾਂ ਕਿਉਂ ਪੀਂਦੇ ਆ, ਜਾਂ ਘਰ 'ਚ ਲੜਾਈ ਕਿਉਂ ਹੁੰਦੀ ਆ। ਆਪਾਂ ਕਿਉਂ ਨਾ ਤੁਸੀਂ ਮੈਨੂੰ ਦੱਸੋ ਕਿ ਜਾਂ ਮੈਂ ਪਤੀ ਵੀ ਪੁੱਛ ਸਕਦਾ, ਪਤਨੀ ਵੀ ਪੁੱਛ ਸਕਦੀ ਹੈ, ਕਿ ਥੋੜਾ ਆਪਾਂ ਕਮਿਊਨੀਕੇਟ ਕਰੀਏ, ਗੱਲਬਾਤ ਕਰੀਏ ਕਿ ਜਿਹੜੀ ਬਾਰ-ਬਾਰ ਆਪਣੀ ਲੜਾਈ ਹੋ ਰਹੀ ਆ। 4-5 ਲੜਾਈਆਂ ਦਾ ਪਹਿਲਾਂ ਐਨਾਲਾਈਜ਼ ਕਰ ਲਓ, ਵੇਖ ਲਓ, ਸਰਵੇਖਣ ਕਰ ਲਓ। ਤੇ ਤਾਂ ਵੀ ਸਾਡੇ ਨਾ ਜਹਾਜ਼ ਤੇ ਨਿੱਜਰ ਸਾਹਿਬ ਕੋਈ ਐਕਸੀਡੈਂਟ ਹੋ ਜਾਏ ਨਾ, ਹਾਂਜੀ ਹਾਂਜੀ, ਤੇ ਉਹ ਕਹਿੰਦੇ ਸਾਨੂੰ ਰਿਪੋਰਟ ਦਿਓ। ਅਸੀਂ ਫਿਰ ਕਰਨਾ, ਇੱਕ ਰਿਪੋਰਟ ਬਣਾਉਣੀ ਆ, ਉੱਥੇ 3-4 ਬੰਦਿਆਂ ਇੱਕ ਜਿਹਦੇ ਸਾਹਮਣੇ ਉਹ ਰਿਪੋਰਟ ਦੇਣੀ ਆ। ਫਿਰ ਉਹਨਾਂ ਇਨਵੈਸਟੀਗੇਸ਼ਨ ਕਰਨੀ ਆ। ਉਹਨਾਂ ਨੇ ਫਿਰ ਇੱਕ HSC ਡਿਪਾਰਟਮੈਂਟ ਹੁੰਦਾ, ਹੈਲਥ ਐਂਡ ਸੇਫਟੀ, ਉਹ ਇੱਕ ਰਿਪੋਰਟ ਭੇਜਦਾ ਹੈ। ਇੱਕ ਇੱਥੇ ਆਉਣ ਦਾ ਬੰਦਾ ਆਊਗਾ, ਦੱਸਦਾ ਇਹ ਐਕਸੀਡੈਂਟ ਕਿਉਂ ਹੋਇਆ। ਸਜ਼ਾ ਨਹੀਂ ਦਿੰਦੇ ਕਿਸੇ ਨੂੰ, ਬਸ ਦੱਸਦੇ ਆ ਕਿ ਇਹਦਾ ਕਾਰਨ ਆ ਵਾ, ਤੇ ਗਾਂ ਤੋਂ ਤੁਸੀਂ ਅਵੇਅਰ ਹੋਣਾ ਹੈ, ਇਹ ਕੰਮ ਨਹੀਂ ਕਰਨਾ, ਇਹਦੇ ਕਰਕੇ ਆ ਗੜਬੜ ਹੋਈ। ਤੇ ਜੀਵਨ ਦੇ ਵਿੱਚ ਵੀ ਐਕਸੀਡੈਂਟ ਹੋਣੇ ਆ। ਦੇਖੋ
औरत ते मर्द दो शक्तियां ने, ऑपोजिट शक्तियां ने, और इन्हां ने माड़ा मोटा कॉन्फ्लिक्ट होना है। जेकर आपां घरे सुखी बैठे हैं ना, चंगे साडे जीवन दे विच बेशक सुख सहूलतां नहीं आ, पर जेकर असीं प्यार नाल रह रहे हैं तो वो घर स्वर्ग है। ते जे असीं साडे विचार नहीं मिलते और ना ही कोशिश की एक दूजे नूं अंडरस्टैंड करन दी, जे कहणों जाणदे आ, वो जीवन काफी औखा है। वो जीवन च इंजॉय नहीं हैगी, वो ते कुछ भी नहीं मिलना उत्थों। इट डजंट मैटर तुसीं 70 साल तो एक दूजे नाल रह रहे जो, अज भी टाइम हैगा। अज तां अज जीवन नूं चंगी तरह देखो, उहनूं उसदे रूप च स्वीकार करो, क्योंकि परमात्मा ने कहना वा कि तेनू टास्क पाई सी, बच्चे तू असफल होया ही, भज जाओ, की करोगे? मैं पता की कहना निचर साहब, मेरी जिंदगी दे कुछ असूल है। मम्मी मेरी सुनती थी कथा, डैड मेरा मामा भी सुनता। अगला जिन्ना मर्जी मेरे तो भज्या है, पर मैं अपने फर्ज तो निचर साहब किते पिछे नहीं भज्या। जे मैं ओदे वांगू उदां ही कीता ते मेरे ते निचर साहब ओदे च की फर्क होया? बंदा अगला भज जे निचर साहब, बिल्कुल ओदी मर्जी, ਉਹਨੇ ਜੋ ਕੀਤਾ, ਪਰ ਕਮ ਸੇ ਕਮ ਮੈਂ ਤੇ ਨਾ ਭੱਜਾਂ। ਕੀ ਕਹਿੰਦੇ ਨੇ ਜੀ ਸਾਹਿਬ? ਬਿਲਕੁਲ ਠੀਕ ਹੈ, ਬਿਲਕੁਲ। ਮੈਂ ਤੇ ਬੈਠਾ ਨਾ, ਉਹ ਮੈਂ ਕਿਤੇ ਫਿਲਮ ਵੇਖਣ ਦਿਆ ਸੀ ਤੇ ਕੁੜੀ ਕਹਿੰਦੀ ਮੈਂ ਤੂੰ ਕੰਮ ਤੇ ਜਾਣਾ ਵਿਚਾਰੇ ਨੇ, ਕਹਿੰਦੀ ਤੂੰ ਹੁਣ ਚਲਾ ਗਿਆ ਨਾ ਤੇ ਵਾਪਸ ਨਾ ਆਈ। ਤੋ ਉਹ ਕੋ ਕਹਿੰਦਾ ਮੈਂ ਵਾਪਸ ਨਹੀਂ ਆਉਂਗਾ, ਪਰ ਇੱਕ ਗੱਲ ਯਾਦ ਰੱਖੀ, ਇਹ ਜਿਹੜਾ ਨਾ ਆਉਣ ਦਾ ਫੈਸਲੇ ਦੀ ਜ਼ਿੰਮੇਵਾਰ ਤੂੰ ਆ, ਮੈਂ ਨਹੀਂ। ਜੀ ਸਾਹਿਬ ਮੈਂ ਤੇ ਘਰ ਨੂੰ ਚਲਾਉਣਾ ਚਾਹੁੰਦਾ, ਮੇਰੀ ਨੌਕਰੀ ਏਦਾਂ ਦੀ, ਮੈਨੂੰ ਜਾਣਾ ਪੈਣਾ ਆਰਮੀ ਦੇ ਵਿੱਚ, ਪਰ ਤੂੰ ਕਹਿੰਦੀ ਵਾਪਸ ਨਾ ਆਈ, ਤੇ ਇਹਦਾ ਇਹ ਜਿਹੜਾ ਡਿਵੋਰਸ ਹੋਊ, ਤਲਾਕ ਹੋਊ, ਜੋ ਵੀ ਹੋਊ, ਇਹਦੀ ਜ਼ਿੰਮੇਵਾਰ ਤੂੰ ਆ, ਮੈਂ ਨਹੀਂ ਹੈਗਾ। ਸੋ ਕਈ ਵਾਰੀ ਆਪਾਂ ਚੀਜ਼ਾਂ ਨੂੰ ਸਮਝਦੇ ਤੇ ਹੈਗੇ ਆ, ਆਪਾਂ ਚਾਹੁੰਦੇ ਆ ਕਿ ਬੰਦਾ ਜਿਹੜਾ ਨਾ ਉਹ ਬਣ ਜੇ ਬੰਦਾ ਦੇਵ ਪੁਰਸ਼, ਸਾਡੀਆਂ ਹਰ ਇੱਕ ਚੀਜ਼ਾਂ ਪੂਰੀਆਂ ਹੋਣ, ਉਹ ਤੇ ਕਾਫੀ ਔਖਾ ਕੰਮ ਹੈ। ਤੋ ਕੋਸ਼ਿਸ਼ ਕਰਿਆ ਕਰੋ, ਐਡਜਸਟਮੈਂਟ ਕਰੋ। ਔਰ ਇਹ ਘਰਾਂ ਦੀ ਬੜੀ ਸਮੱਸਿਆ ਵਾ, ਜੇ ਤੁਹਾਡੀ ਨੌਂ ਖੁਸ਼ ਨਹੀਂ ਆ, ਤੁਹਾਡੀ ਸੱਸ ਖੁਸ਼ ਨਹੀਂ, ਤੁਹਾਡਾ ਪਿਓ ਖੁਸ਼ ਨਹੀਂ, ਤੁਹਾਡਾ ਹਸਬੈਂਡ ਖੁਸ਼ ਨਹੀਂ, ਤੁਹਾਡੇ ਬੱਚੇ ਖੁਸ਼ ਨਹੀਂ, ਉਹ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਆ ਜਾਣੀ ਹੈ ਔਰ ਉਹਨੇ ਤੁਹਾਨੂੰ ਡਿਸਟਰਬ ਕਰ। ਕੋਸ਼ਿਸ਼ ਕਰਿਆ ਕਰੋ ਔਰ ਇਹਨਾਂ ਚੀਜ਼ਾਂ 'ਤੇ ਧਿਆਨ ਦਿਆ ਕਰੋ। ਹਾਂਜੀ ਨਿਜਰ ਸਾਹਿਬ, ਇੱਕ ਹੋਰ ਲੈਣਾ ਹੈ ਫਿਰ शिव शक्त वाला ਜਿਹੜਾ ਹੈ, शिव शक्त। हाँ ले लो। शिव शक्त आप उपाय गए, करता आपे हुक्म वरताए। ਕਹਿੰਦੇ शिव ਹੈਗਾ ਉਹ ਮਾਲਕ ਪਰਮਾਤਮਾ, ਉਹਨੇ ਆਪਣੀ ਸ਼ਕਤੀ ਜਿਹੜੀ ਹੈਗੀ ਆ, ਮਾਇਆ ਜਿਹੜੀ ਹੈਗੀ ਆ, ਮਾਲਕ ਪਰਮਾਤਮਾ ਨੇ ਆਪ ਪੈਦਾ ਕੀਤੀ ਆ। ਇਹ ਸੰਸਾਰ ਸ੍ਰਿਸ਼ਟੀ ਜਿਹੜੀ ਰਚੀ ਆ, ਇਹ शिव ਜਿਹੜਾ ਮਾਲਕ ਪਰਮਾਤਮਾ ਨੇ ਆਪ ਮਾਇਆ ਪੈਦਾ ਕੀਤੀ ਆ ਭਾਈ ਆਪਣੇ ਚੋਂ। शिव शक्त आप उपाय के मतलब पैदा करके, करता आपे हुक्म वरताए। वो करता मालक परमात्मा अपने हुक्म दे नाल ये सृष्टि चला रहा है, आप पैदा करके अपने हुक्म दे नाल चला रहा है। हुक्म वरताए आप वेखे, गुरमुख किसे बुझाए। कहंदे हुक्म जिहड़ा हैगा वरता रहा है और आप खेड नूं देख रहा है, ਉਹਦੇ हुक्म दे नाल सृष्टि चल रही है। और जिहड़ा हैगा किसे विरले टावे बंदे नूं गुरुआं दे राही, ब्रह्म ज्ञान दे राही जिहड़ा हैगा गुरमुख गुरु दे मुख तों किसे नूं जिहड़ा हैगा ये हुक्म जिहड़ा हैगा ये बुझा दिंदा है, ਇਹਦਾ ज्ञान दे दिंदा है भी कादे लई सृष्टि बनाई है, की काम करना है। तोड़े बंधन होवे मुक्त, शब्द मन वसाए। कहंदे ਉਹ फिर बंधन तोड़ लैंदा है, माया दे बंधन जो मालक ने शिव और शक्ति का इत्थे जिहड़ा हैगा संजोग कीता है। कहंदे तोड़े बंधन, ये माया दे बंधन तोड़ लैंदा है, मोह दे बंधन होवे मुक्त, मुक्त हो जाता है। शब्द मन वसाए, शब्द मन दे विच वसा के मुक्त हुंदा है। शब्द रतन जिहड़ा हैगा मन दे विच वसा लैंदा है। गुरमुख जिसनों आप करे सो होवे एक अस्यों लिव लाए। वो मालक परमात्मा ने जिहड़ा हैगा गुरमुख गुरु 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 वाला जिहड़ा हैगा ये गुरमुख सिस्टम, गुरु का ज्ञान, ब्रह्म ज्ञान मालक ने आप देना है, आप करना है। मालक परमात्मा ने संजोग आप बनाना है मालक ने, और जिहड़ा हैगा ओनू बनाना है जिहड़ा चाहुंदा है निकलना। गुरमुख जिसनों आप करे सो होवे एक अस्यों लिलाए। वो एक मालक परमात्मा दे नाल लिव लगा लैंदा है। कहे नानक आप करता आपे हुक्म बुझाए। महाराज कह रहे हैं भाई कि वो मालक परमात्मा करता हैगा और उन्हें आप जिहड़ा हैगा अपने माया बनाई है और माया बना के
ਆਪਣਾ ਹੁਕਮ ਜਿਹੜਾ ਹੈਗਾ ਮਾਲਕ ਪਰਮਾਤਮਾ ਚਲਾ ਰਿਹਾ ਹੁਕਮ ਦੇ ਨਾਲ, ਔਰ ਹੁਕਮ ਜਿਹੜਾ ਹੈਗਾ ਕਿਸੇ ਟਾਵੇਂ ਨੂੰ ਜਿਹੜਾ ਹੈਗਾ ਬੁਝਾ ਦਿੰਦਾ ਹੈ। ਕਹੇ ਨਾਨਕ ਆਪ ਕਰਤਾ ਕਰਤਾ ਮਾਲਕ ਪਰਮਾਤਮਾ ਹੈ, ਆਪੇ ਹੁਕਮ ਬੁਝਾਏ, ਆਪ ਹੀ ਜਿਹੜਾ ਹੈਗਾ ਉਹ ਹੁਕਮ ਨੂੰ ਜਿਹੜਾ ਬੁਝਾ ਦਿੰਦਾ ਹੈ। ਭਾਈ ਕੀ ਕੰਮ ਹੈਗਾ, ਕਾਹਦੇ ਵਾਸਤੇ ਆਏ ਆ, ਕੀ ਰੂਲਸ ਹੈਗੇ ਆ, ਇਹ ਟ੍ਰੈਫਿਕ ਜਿਹੜਾ ਕਿਵੇਂ ਚੱਲਣਾ ਹੈਗਾ, ਇੱਥੇ ਜਿਹੜਾ ਹੈਗਾ ਕਿਵੇਂ ਸੰਸਾਰ ਦੇ ਵਿੱਚ ਆਏ ਆ ਤੇ ਕਿਸ ਤਰੀਕੇ ਦੇ ਨਾਲ ਆਪਾਂ ਨੇ ਜਿਹੜਾ ਹੈਗਾ ਇਸ ਖੇਡ ਚੋਂ ਨਿਕਲਣਾ ਹੈਗਾ। ਹਾਂਜੀ ਵੀਰ ਜੀ। ਹਾਂਜੀ ਜੀ ਸਭ ਪਹਿਲੀ ਤੁਕ ਬੋਲ ਦੋ। शिव शक्त आप उपाय के करता आपे हुक्म वर्ताए। शिव ते हाँ, हाँ जी ਦੇਖ ਲਓ हाँ जी ਸ਼ਿਵ ਤੇ ਸ਼ਕਤੀ ਦੋ ਚੀਜ਼ਾਂ ਨੇ, ਪ੍ਰਕਿਰਤੀ ਸ਼ਕਤੀ ਹੈ ਤੇ ਸ਼ਿਵ ਜਿਹੜਾ ਹੈਗਾ ਪੁਰਸ਼ ਪਰਮਾਤਮਾ। ਦੇਖੋ ਬਾਣੀ ਕੀ ਕਹਿ ਰਹੀ ਹੈ, ਕਹਿੰਦੇ ਆਪ ਉਪਾਏ ਕਹਿ ਕਰਤਾ ਆਪ ਹੁਕਮ ਵਰਤਾਵੇ। ਆਪ ਉਪਾਏ ਮਤਲਬ ਨੇ ਖੁਦ ਹੀ ਤੇ ਪੈਦਾ ਕੀਤਾ ਹੈ ਸਭ ਕੁਝ। हाँ ਇਹ ਤੇ ਸਾਡੀ ਗੇਮ ਆ, ਇਮਤਿਹਾਨ ਸਾਡਾ ਵਾ, ਇਹ ਅਸੀਂ ਭੱਜ ਥੋੜੀ ਸਕਦੇ ਇਹ ਚੋਂ। ਜਦੋਂ ਪੇਪਰ ਆ, ਪੇਪਰ ਤੁਸੀਂ 1 ਸਾਲ ਪੜਿਆ ਤੇ ਮੁੜ ਕੇ ਪੇਪਰ ਦੇ ਕੇ ਪੇਪਰ ਦੇਣ ਹੀ ਨਹੀਂ ਗਏ, ਨੁਕਸਾਨ ਕਿਹਦਾ? ਸਾਡਾ ਜਿਹੜਾ ਇਮਤਿਹਾਨ ਤੋਂ ਭੱਜ ਆਇਆ। ਉਹ ਟੀਚਰਾਂ ਦਾ ਕੋਈ ਨੁਕਸਾਨ ਨਹੀਂ, ਉੱਥੇ ਤੇ ਕਈ ਬੱਚੇ ਹੈਗੇ। ਇਹ ਕੁਦਰਤ ਨੇ ਇੱਕ ਐਸਾ ਸਿਸਟਮ ਅਰੇਂਜ ਕੀਤਾ ਹੈ, ਔਰ ਸਾਡਾ ਇੱਕ ਇਮਤਿਹਾਨ ਹੈ, ਔਰ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਕਾਫੀ ਪੁਰਾਣੇ ਆ, ਔਰ ਇਹ ਬਾਰ-ਬਾਰ ਇਹ ਇਮਤਿਹਾਨ ਦੇ ਵਿੱਚ ਪਾ ਰਹੀ ਹੈ ਕੁਦਰਤ। ਉਹਦਾ ਮਤਲਬ ਕਿ ਅਸੀਂ ਉਸ ਤਰੀਕੇ ਨਾਲ ਉਹ ਆਪਣੀ ਕਾਬਲੀਅਤ ਨੂੰ ਨਹੀਂ ਸਾਬਤ ਕਰ ਪਾ ਰਹੇ, ਤੇ ਤਾਈਓ ਤਾਂ ਬਾਰ-ਬਾਰ ਸਾਡਾ ਐਗਜ਼ਾਮੀਨੇਸ਼ਨ ਹੋ ਰਿਹਾ। ਹੋਰ ਕੀ ਹੋ ਰਿਹਾ? ਇਹ ਚੀਜ਼ ਨੂੰ ਸਮਝੋ। ਇਸ ਜੋ ਵੀ ਦਿਖਦਾ ਹੈ ਨਾ, ਤਾਂ ਪ੍ਰਪੰਚ ਹੈ, ਮਾਇਆ ਹੈ, ਔਰ ਸਾਡਾ ਇੱਕ ਕਿਰਦਾਰ ਹੈ, ਚਾਹੇ ਮਾਂ ਦੇ ਰੂਪ ਚਾਹੇ ਪਿਓ ਦੇ ਰੂਪ ਚ। ਬੇਸ਼ੱਕ ਅਸੀਂ ਆਪਣੇ ਪਤੀ ਨੂੰ ਧੋਖਾ ਦੇ ਰਹੇ ਹਾਂ, ਜਾਂ ਆਪਣੀ ਪਤਨੀ ਨੂੰ ਧੋਖਾ ਦੇ ਰਹੇ ਹਾਂ, ਜਾਂ ਆਪਣੇ ਮਾਂ-ਬਾਪ ਨੂੰ ਧੋਖਾ ਦੇ ਰਹੇ ਹਾਂ, ਜਾਂ ਆਪਣੇ ਬੱਚਿਆਂ ਨੂੰ ਧੋਖਾ ਦੇ ਰਹੇ ਹਾਂ, ਉਹ ਸ਼ਕਤੀ ਸਾਨੂੰ ਦੇਖ ਰਹੀ ਆ। ਔਰ ਇਹ ਸੱਚ ਹੈਗਾ ਜੀ, ਬਿਲਕੁਲ ਸੱਚ। ਇਹ ਜਿਹੜੀ ਚੀਜ਼ ਹੈ ਨਾ, ਘਰ ਦੇ ਵਿੱਚ ਦੁੱਖ ਤੇ ਕਸ਼ਟ ਹੀ ਲੈ ਕੇ ਆਊਗਾ, ਕੋਈ ਚੰਗੀ ਚੀਜ਼ ਨਹੀਂ ਲੈ ਕੇ, ਕਿਉਂਕਿ ਸ਼ਕਤੀ ਉਹਦੇ ਬੇਟੀ शिव शक्ति। हाँ जी अगली तक बोलो। शिव शक्त आप पाए के करता आपे हुक्म वर्ताए, हुक्म वर्ताए आप वेखे गुरमुख किसे बुझाए। कहते हुक्म वर्ता रहा और आप देख रहा पूरी खेड ਨੂੰ देख रहा ਵੀ ਕਿਹੜੀ ਗੋਟੀ ਜਿਹੜੀ ਹੈਗੀ ਆ ਉਹ ਕਿਹੜੀ ਚਾਲ ਚੱਲਣਾ ਚਾਹੁੰਦੀ ਹੈ, ਕਿਹੜੇ ਪਾਸੇ ਨੂੰ ਜਾਣਾ ਚਾਹੁੰਦੀ ਹੈ, ਕਿ ਮੇਰੇ ਵੱਲ ਆਉਣਾ ਚਾਹੁੰਦਾ ਹੈ ਜਾਂ ਕੀ ਹੈ ਮਾਇਆ ਦੇ ਵਿੱਚ ਖੇਡਣਾ ਚਾਹੁੰਦਾ ਹੈ। ਪੂਰੀ ਤਰ੍ਹਾਂ ਦੇਖ ਰਿਹਾ ਆ। ਹੁਕਮ ਵਰਤਾਏ ਆਪ ਵੇਖੇ ਗੁਰਮੁਖੇ ਕਿਸੇ ਬੁਝਾਏ। ਜਿਹੜੀ ਮੇਰੇ ਵੱਲ ਆਉਣਾ ਚਾਹੁੰਦੀ, ਮਾਲਕ ਵੱਲ ਜਾਣਾ ਚਾਹੁੰਦਾ ਹੈ, ਉਹਨੂੰ ਗੁਰੂ ਦੇ ਰਾਹੀਂ, ਗਿਆਨ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ ਬੁਝਾ ਦਿੰਦਾ ਹੈ। ਭਾਈ ਇਸ ਤਰੀਕੇ ਨਾਲ ਤੂੰ ਮੇਰੇ ਪਾਸ ਆ ਸਕਦਾ ਹੈ। ਹਾਂਜੀ ਵੀਰ ਜੀ। ਆ ਦੇਖੋ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ। ਕਿਸੇ ਦਾ ਮਤਲਬ ਕਿ ਟਾਵੇਂ ਨੂੰ ਟਾਵਾਂ ਇਹ ਗੱਲ ਨੂੰ ਬੁਝਦਾ। ਬਿਲਕੁਲ। ਔਰ ਜਿਹੜਾ ਬੁਝਦਾ ਜੇ ਉਹੀ ਉਹਦਾ ਤੇ ਕੰਮ ਰੋਕ ਹੁੰਦਾ, ਬਾਕੀ ਤੇ ਰਗੜੇ ਜਾਂਦੇ ਸਾਰੇ। ਹਾਂ ਦੇਖ ਲਓ ਅਗਲੀ ਲਾਈਨ ਚ ਗੋਰਕੀ ਸਾਹਿਬ ਕਹਿ ਰਹੇ ਜਿਹੜਾ ਬੁਝਦਾ ਹੈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਹਾਂ ਲੋ ਅਗਲੀ ਨਾਲ ਦੀ ਨਾਲ ਦੱਸ ਦਿੰਦੇ ਜਿਹੜਾ ਬੁਝਦਾ ਤੇ ਉਹਦੇ ਅੰਦਰ ਆ ਹੋਣਾ ਚਾਹੀਦਾ ਭਾਈ। ਹਾਂ ਤੇ ਨਿੱਜਰ ਸਾਹਿਬ ਇਹ ਤੇ ਮਤਲਬ ਇਹੋ ਹੀ ਆ, ਜੀਵਨ ਨੂੰ ਸੱਚੇ ਤਰੀਕੇ ਨਾਲ ਬਤੀਤ ਕਰੀਏ, ਧੱਕਾ ਨਾ ਕਰੀਏ ਕਿਸੇ ਨਾਲ। ਇਹਦਾ ਮਤਲਬ ਨਹੀਂ ਅਗਲਾ ਵਿਚਾਰਾ ਮਜਬੂਰ ਆ, ਉਹ ਬੋਲ ਨਹੀਂ ਰਿਹਾ, ਤੇ ਰੱਬ ਵੇਖਣ ਦੇ ਜੋ ਸਾਨੂੰ। ਇਹ ਗੱਲ ਯਾਦ ਰੱਖੋ ਬਸ, ਚਾਹੇ ਉਹ ਕਰਦੀ ਹੈ ਜਾਂ ਕਰਦਾ ਹੈ। ਇਹ ਜੀਵਨ ਨੂੰ ਬੜੇ ਚੰਗੇ ਤਰੀਕੇ ਨਾਲ ਬਤੀਤ ਕਰਨਾ। ਧਰਮ ਬੜਾ ਜ਼ਰੂਰੀ ਹੈ, ਟ੍ਰੈਫਿਕ ਲਾਈਟ ਬਹੁਤ ਜ਼ਰੂਰੀ ਹੈ। ਨਹੀਂ ਤੇ ਜੇ ਇਹ ਦੇਖੋ ਤੁਸੀਂ ਇੱਕ ਵਾਰੀ ਜਸਟ ਗੱਲ ਸੁਣੋ, ਜੇ ਆਪਾਂ ਨਜਾਇਜ਼ ਰਿਸ਼ਤੇ ਬਣਾ ਕੇ ਸੰਸਾਰ 'ਚ ਜੀਵਨ ਬਤੀਤ ਕਰਦੇ ਹਾਂ ਤੇ ਨਿੱਜਰ ਸਾਹਿਬ ਕਿੱਡਾ ਗੰਦਾ ਸਮਾਜ ਹੋਊਗਾ। ਗਾਂਧੀ ਪੈ ਜਾਊ ਤੇ ਸਭ ਉਲਟ ਪੁਲਟ ਹੋ ਜਾਊ। ਇਸੇ ਲਈ ਤੇ ਇੱਕ ਨਿਯਮ ਬਣਾਇਆ, ਇੱਕ ਪਤੀ ਪਤਨੀ ਦਾ ਰਿਸ਼ਤਾ ਨਿਭਾਉਣਾ ਔਰ ਉਹਦੇ ਵਿੱਚ ਜੀਵਨ ਬਤੀਤ ਕਰਨਾ। ਔਰ ਕੀ ਖੂਬਸੂਰਤੀ ਹੈ ਜੇ ਹਰ ਕੋਈ ਏਦਾਂ ਕਰੀ ਜਾਵੇ ਤੇ ਉਹ ਮਾਂ ਪਿਓ ਦਾ ਫਰਜ਼ ਨਾ ਨਿਭਾਵੇ, ਕੋਈ ਧੀ ਪੁੱਤ ਦਾ ਆਪਣਾ ਫਰਜ਼ ਨਾ ਨਿਭਾਵੇ, ਪਿਓ ਆਪਣੇ ਮਤਲਬ ਆਪਣੇ ਬੱਚਿਆਂ ਲਈ ਪੂਰਾ ਫਰਜ਼ ਨਾ ਨਿਭਾਵੇ, ਪਤੀ ਆਪਣੀ ਪਤਨੀ ਦਾ ਫਰਜ਼ ਨਾ ਨਿਭਾਵੇ, ਪਤਨੀ ਆਪਣੇ ਪਤੀ ਦਾ ਫਰਜ਼ ਨਾ ਨਿਭਾਵੇ, ਮਾਂ ਪਿਓ ਵੀ ਆਪਣਾ ਪੂਰਾ ਫਰਜ਼ ਨਾ ਨਿਭਾਉਣ। ਇਹ ਤੇ ਗੰਦ ਮੱਚ ਜੇ ਧਰਤੀ ਤੇ। ਬਿਲਕੁਲ। ਤੇ ਸੋ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੈਗੀਆਂ ਨੇ, ਇਹਨਾਂ ਨੂੰ ਇਹ ਬਾਣੀ ਪੱਕੀ ਤਾਂ ਹੀ ਹੋ ਕੇ ਗਈ ਆ ਕਿ
ਬਾਣੀ ਚ ਇਹੋ ਦੱਸਦੇ ਆ, ਬਾਣੀ ਚ ਸਾਨੂੰ ਜੀਵਨ ਉੱਚਾ ਕਰਨ ਨੂੰ ਕਹਿ ਰਹੇ ਨੇ ਉਹ। ਇਹਦੇ ਵਿੱਚ ਕੋਈ ਮਾਫੀ ਨਹੀਂ ਆ। ਭਗਤੀ ਭੁਗਤੀ ਕੱਲੀ ਵੀ ਨਹੀਂ ਚਾਹੀਦੀ ਉਹਨਾਂ ਨੂੰ। ਕੱਲੀ ਭਗਤੀ ਕਰੀ ਜਾਓ ਤੇ ਘਰੇ ਰਾਤ ਨੂੰ ਘਰ ਦੀ ਨੂੰ ਕੁੱਟੀ ਜਾਓ, ਚਪੇੜਾ ਮਾਰੀ ਜਾਓ, ਜਾਂ ਘਰ ਦੀ ਫਾਲਤੂ ਬੋਲੀ ਜਾਵੇ, ਘਰਦਿਆਂ ਨਾਲ ਬਦਤਮੀਜ਼ੀ ਕਰੀ ਜਾਵੇ, ਜਾਂ ਬਾਹਰ ਉੱਧਰ ਉੱਧਰ ਤੁਰੀ ਫਿਰੇ, ਜਾਂ ਬਾਹਰ ਉਹ ਤੁਰਿਆ ਫਿਰੇ, ਜਾਂ ਬੱਚੇ ਉਲਟਾ ਪੁਲਟਾ ਕੰਮ ਕਰਨ, ਜਾਂ ਮਾਂ, ਮਤਲਬ ਇੰਨੀ ਕਿ ਕੱਲੀ ਭਗਤੀ ਆ। ਨਹੀਂ ਭਗਤੀ ਤਾਂ ਹੈ ਨਹੀਂ ਜੀ ਗੋਰਖੀ ਸਾਹਿਬ। ਜੀਵਨ ਹਾਂ ਉੱਥੇ ਭਗਤੀ ਕਿੱਥੇ ਹੋਈ ਜੀ ਗੋਰਖੀ ਸਾਹਿਬ? ਜੇ ਚੇਂਜ ਹੀ ਨਹੀਂ ਹੋਇਆ ਬੰਦੇ ਦੇ ਅੰਦਰ ਨਿਮਰਤਾ ਹੀ ਨਹੀਂ ਆਈ, ਬੰਦੇ ਦੇ ਅੰਦਰ ਜਿਹੜਾ ਹੈਗਾ ਦੂਸਰੇ ਨੂੰ ਜਿਹੜਾ ਹੈਗਾ ਬੰਦਾ ਜਿਹੜਾ ਹੈਗਾ ਸਮਝ ਹੀ ਨਹੀਂ ਪਾ ਰਿਹਾ, ਦੂਸਰੇ ਦੀ ਗੱਲ ਨੂੰ ਸਮਝ ਨਹੀਂ ਰਿਹਾ, ਦੁਨੀਆ ਤੇ ਜਾਂਚ ਹੀ ਨਹੀਂ ਆਈ, ਉਹਨੇ ਤਾਂ ਭਗਤੀ ਕੀਤੀ, ਭਗਤੀ ਤਾਂ ਹੋਈ ਨਹੀਂ ਉਹਦੀ। ਉਹ ਤਾਂ ਟਾਈਮ ਵੇਸਟ ਕੀਤਾ। ਭਾਰੀ ਧਾਰਮਿਕ ਸਥਾਨਾਂ ਤੇ ਜਾ ਕੇ ਤੇ ਲੋਕ ਤੇ ਇਹੋ ਕੁਝ ਕਰਨ ਦੇ। ਉੱਥੇ ਮੱਥਾ ਵੀ ਟੇਕ ਆਉਂਦੇ ਤੇ ਉੱਥੇ ਦੁਰਾਚਾਰ ਵੀ ਕਰੀ ਜਾਂਦੀ ਦੁਨੀਆ। ਆਪਣੀ ਡਿਊਟੀ ਵੀ ਨਹੀਂ, ਰਿਸ਼ਵਤ ਚੁੱਕੀ ਆਉਂਦੇ ਆ, ਬੰਦਾ ਕਿਸੇ ਦੀ ਪੈਲੀ ਵੀ ਖੋਹ ਲੈਂਦਾ, ਹੱਕ ਮਾਰ ਲੈਂਦਾ ਲੋਕਾਂ ਦਾ। ਤੇ ਉਹ ਧਾਰਮਿਕ ਸਥਾਨਾਂ ਤੇ ਜਾਣ ਦਾ ਕਿੰਨਾ ਕੁ ਸਾਡਾ ਮਨਜ਼ੂਰ ਹੋਊਗਾ, ਸਾਨੂੰ ਸੋਚਣਾ ਚਾਹੀਦਾ। ਬਾਣੀ ਤੋਂ ਉਹ ਕਹਿੰਦੀ ਅੱਜ ਨੇ ਜਦ ਅੱਗੇ ਚਲੀਏ। ਥੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਸ਼ਬਦ ਮਨ ਚ ਵਸਾ ਲਿਆ ਉਹਨੇ ਤਾਂ ਬੰਧਨ ਟੁੱਟਣੇ ਆ ਭਾਈ, ਮੁਕਤ ਹੋਣਾ ਹੈ ਉਹਨੇ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲੁਲਾਏ। ਜਿਹਨੂੰ ਵੀ ਮਾਲਕ ਪਰਮਾਤਮਾ ਦੇਖਦਾ ਹੈ ਭਾਈ, ਕਸੌਟੀ ਉਹਦੀ ਹੈਗੀ ਆ। ਜਿਹਨੂੰ ਵੀ ਉਹਨੇ ਗੁਰੂ ਦੇ ਰਾਹੀਂ ਗਿਆਨ ਦੇ ਦੇਣਾ ਆ, ਗੁਰਮੁਖ ਜਿਸਨੂੰ ਆਪ ਕਰੇ ਉਹਨੂੰ ਕੀ ਹੋਣਾ ਹੈ? ਸੋ ਹੋਵੇ ਏਕਸਿਉ ਲੁਲਾਏ। ਉਹਦੀ ਇੱਕ ਮਾਲਕ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਆ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਉਹ ਕਰਤਾ ਹੈਗਾ ਭਾਈ, ਮਾਲਕ ਹੈਗਾ ਉਹਨੇ ਜਿਹੜਾ ਹੈਗਾ ਹੁਕਮ ਉਹਨੇ ਬੁਝਾਉਣਾ ਹੈ ਭਾਈ। ਬ੍ਰਹਮ ਗਿਆਨੀ ਉਹਨੇ ਮਿਲਾਉਣਾ ਹੈਗਾ, ਬ੍ਰਹਮ ਗਿਆਨ ਉਹਨੇ ਦੇਣਾ ਹੈ ਮਾਲਕ ਪਰਮਾਤਮਾ ਨੇ। ਔਰ ਦੇਣਾ ਉਹਨੂੰ ਹੈ ਜਿਹੜਾ ਬੁੱਝਣਾ ਚਾਹੁੰਦਾ ਹੈ, ਜਿਹੜਾ ਨਿਕਲਣਾ ਚਾਹੁੰਦਾ ਹੈ। ਆਹੀ ਖੇਡ ਚੱਲ ਰਹੀ ਹੈ ਮਾਲਕ ਪਰਮਾਤਮਾ। ਦੇਖ ਲਓ ਇੱਕ ਬੰਦਾ ਮਾਲਕ ਦੀ ਨਿਗਰਾਨੀ ਦੇ ਵਿੱਚ ਹੈਗਾ। ਕੀ ਚਾਹੁੰਦਾ ਹੈ, ਕੀ ਕਰ ਰਿਹਾ ਹੈ, ਸਾਰਾ ਕੁਝ ਮਾਲਕ ਦੇਖ ਰਿਹਾ ਹੈ। ਹਾਂਜੀ ਵੀਰ ਬਿਲਕੁਲ ਠੀਕ ਹੈ। ਸਾਧ ਸੰਗਤ ਜੀ, ਸਾਰੀ ਸਾਧਨਾ ਦਾ ਆਪਾਂ ਸਾਰ ਕੱਢ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਚੰਗੇ ਕਰਮ ਪ੍ਰਮਾਤਮਾ ਨੂੰ ਪਸੰਦ ਆਉਂਦੇ ਨੇ। ਸਾਡੇ ਚੰਗੇ ਗੁਣ ਪ੍ਰਮਾਤਮਾ, ਫਿਰ ਉਹਦਨ ਵੀ ਬਾਣੀ ਚ ਆਇਆ ਸੀ ਕਿ ਉਹ ਕੀ ਕਹਿੰਦੇ ਆ ਕਿ ਜੇ ਸਾਡੇ ਜਿੱਦਾਂ ਮੈਂ ਉਹਦੇ ਲਾਗੇ ਘੁੰਮ ਰਿਹਾ ਵਾਂ ਤੇ ਮੇਰੇ ਚ ਚੰਗੇ ਗੁਣ ਹੋਵੇ ਤੇ ਆਪੇ ਬੁਲਾਏ ਤੇ ਆਵਾਂ। ਤੋਖਾ ਕੀ ਨਾ ਜੈ ਸਾਹਿਬ? ਬਿਲਕੁਲ ਆਵਣ ਦੇ ਤਾਂ ਆਵਾਂ। ਹਾਂ ਮੇਰੇ ਚੰਗੇ, ਹਾਂ ਉਹਦਾ ਆਉਣ ਦੇਣ ਦਾ ਮਤਲਬ ਇਹ ਹੋਈ ਕਿ ਮੇਰੇ ਚੰਗੇ ਗੁਣ ਆ ਗਏ ਨੇ। ਤੇ ਉਹ ਜੇ ਮੇਰੇ ਪਤੀ ਪਰਮੇਸ਼ਰ ਨੂੰ ਪਸੰਦ ਆ ਜਾਣ ਤੇ ਫਿਰ ਉਹਨੇ ਕਹਿੰਦਾ ਤੂੰ ਆ ਜਾ ਬਈ, ਤੂੰ ਹੱਕਦਾਰ ਹੈ ਅੰਦਰ ਆਉਣ ਦਾ। ਉਦਾਂ ਨਹੀਂ ਆਉਣ ਦਿੰਦਾ ਹਨਾ। ਬਿਲਕੁਲ। ਤੇ ਚੰਗੇ ਗੁਣ ਦਾ ਮਤਲਬ ਇਹੋ ਹੀ ਆ ਕਿ ਆਪਣੀ ਡਿਊਟੀ ਨਿਭਾਈਏ, ਆਪਾਂ ਆਪਣਾ ਫਰਜ਼। ਹਾਂ ਜੀਵਨ ਸਾਥੀ ਹੈ, ਜੇ ਤੇ ਉਹ ਨਹੀਂ ਸੈੱਟ ਹੋ ਰਿਹਾ ਫਿਰ ਤੇ ਛੱਡੋ ਖੜਾ ਤੇ ਗੱਲ ਖਤਮ ਹੋ ਗਈ। ਪਰ ਜੇ ਆਪਾਂ ਇਸ ਪੋਜੀਸ਼ਨ 'ਚ ਨਹੀਂ ਹੈਗੇ ਤੇ ਫਿਰ ਉਹਦੀ ਕੰਪਲੇਂਟ ਨਾ ਕਰੀਏ, ਆਪਾਂ ਨੂੰ ਪਿਆਰ ਕਰੀਏ ਔਰ ਕੋਸ਼ਿਸ਼ ਕਰੀਏ ਉਹਨਾਂ ਚੀਜ਼ਾਂ ਨੂੰ ਜਾਣਨ ਦੀ ਜਿੰਨਾ ਚੀਜ਼ਾਂ ਕਰਕੇ ਇੰਨਾ ਗੜਬੜ ਹੋ ਰਹੀ ਹੈ। ਔਰ ਮੈਂ ਵੇਖਦਾ ਕਿ ਇੱਕ ਬੰਦਾ ਇੱਕ ਔਰਤ ਰਹਿੰਦੇ ਜੀਵਨ ਭਰ ਛੱਤ ਦੇ ਥੱਲੇ ਨੇ, ਰਹਿੰਦੇ ਨੇ, ਬੱਚੇ ਪੈਦਾ ਹੋ ਗਏ, ਬੱਚਿਆਂ ਦੇ ਵਿਆਹ ਹੋ ਗਏ, ਪਰ ਕਿਤੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਮਿਊਨੀਕੇਸ਼ਨ ਦਾ ਮਤਲਬ ਇਹ ਹੁੰਦਾ ਇੱਕ ਦੂਜੇ ਤੋਂ ਪੁੱਛਣਾ, ਉਹ ਮਤਲਬ ਕਿ ਕਿਹੜੀ ਚੀਜ਼ ਨੂੰ ਬੌਦਰ ਕਰਦੀ ਹੈ ਔਰ ਤਾਂ ਜੋ ਉਸ ਚੀਜ਼ ਨੂੰ ਆਪਾਂ ਫਿਕਸ ਕਰ ਲਈਏ। ਇਹਨਾਂ ਤੇ ਕੰਮ ਹੈਗਾ। ਹੋ ਸਕਦਾ ਕਿ ਕੋਈ ਚੀਜ਼ਾਂ ਜਿੱਦਾਂ ਸਾਨੂੰ ਦੂਜੇ ਤੇ ਨਾਲ ਕੰਪਲੇਂਟਾਂ ਹੋਣ, ਅਸਲ ਤੇ ਅਸੀਂ ਸੋਚਦੇ ਨੇ ਕਿ ਅਸੀਂ ਬੜੇ ਦੁਖੀ ਹਾਂ। ਜਦੋਂ ਅਗਲੇ ਨੂੰ ਪੁੱਛੀਏ ਤੇ ਅਗਲੇ ਕੋਲ 50 ਕੰਪਲੇਂਟਾਂ ਸਾਡੇ ਪ੍ਰਤੀ ਵੀ ਹੁੰਦੀਆਂ ਨੇ। ਤਾਲੀ ਇੱਕ ਹੱਥ ਨਹੀਂ ਵੱਜਦੀ। ਇਸੇ ਤਰ੍ਹਾਂ ਸ਼ਿਵ ਸ਼ਕਤੀ ਹੈ। ਸ਼ਿਵ ਸ਼ਕਤੀ ਜਿਹੜੀ ਇੱਕ ਪ੍ਰਮਾਤਮਾ ਨੇ ਟਾਸਕ ਪਾਈ ਹੈ ਔਰ ਇਹ ਇਮਤਿਹਾਨ ਹੈ। ਇੰਨੀ ਦੁਨੀਆ ਤੁਸੀਂ ਵੇਖੋ, ਨਜ਼ਰ ਮਾਰੋ, ਜੇ ਉਹ ਬੰਦੇ ਨਾਲ ਸਾਡਾ ਵਿਆਹ ਹੋਇਆ ਜਾਂ ਔਰਤ ਨਾਲ ਸਾਡਾ ਵਿਆਹ ਹੋਇਆ ਤੇ ਉਹਦੇ ਪਿੱਛੇ ਕਾਰਨ ਹੈ ਕੋਈ, ਐਵੇਂ ਨਹੀਂ ਕੋਈ ਆ ਜਾਂਦਾ ਨਜ਼ਰ ਸਾਹਿਬ। ਬਿਲਕੁਲ ਉਹਦੇ ਪਿੱਛੇ ਹਿਸਟਰੀ ਆ, ਉਹਦਾ ਕੋਈ ਲੈਣਾ ਦੇਣਾ ਸਾਡਾ। ਉਹ ਸਵਾਲ ਸਾਡਾ ਹੈ ਤੇ ਉਹਨੂੰ ਹੱਲ ਸਾਨੂੰ ਹੀ ਕਰਨਾ ਪੈਣਾ। ਭੱਜ ਜਾਓਗੇ, ਕੀ ਕਰੋਗੇ? ਕਿੱਥੇ ਭੱਜ ਜਾਓਗੇ? ਬੜਾ ਮੁੱਖਾ ਕੰਮ ਜੇ। ਸੋ ਕੋਸ਼ਿਸ਼ ਕਰਿਆ ਕਰੋ ਸੇ ਗੇਮ ਨੂੰ ਸਮਝੀਏ ਤੇ ਉਹਨੂੰ ਚੰਗੇ ਤਰੀਕੇ ਨਾਲ ਪਲੇ ਕਰੀਏ। ਬਸ ਬਾਣੀ ਤੇ ਉਹ ਕਹਿੰਦੀ ਹੈ ਕਿ ਜਦੋਂ ਉਹ ਕਿਰਪਾ ਕਰਦਾ ਹੈ ਤੇ ਪ੍ਰਮਾਤਮਾ ਉਹ ਸੰਗਤ ਮਿਲਾਉਂਦਾ ਹੈ, ਬੰਦੇ ਨੂੰ ਪੁੱਜੀ ਆ ਜਾਂਦੀ। ਔਰ ਆਪਣਾ ਜੀਵਨ ਉੱਚਾ ਕਰੋ ਪਲੀਜ਼। ਬਸ ਜੋ ਵੀ ਜਿੱਥੇ ਲੀਕੇਜ ਹੋ ਰਹੀ ਹੈ ਨਾ, ਵਾਟਰ ਦੀ ਲੀਕੇਜ ਉਹਨੂੰ ਬੰਦ ਕਰ ਦਿਓ ਤਾਂ ਜੋ ਸਹੀ ਦਿਸ਼ਾ ਵੱਲ ਚੱਲਿਆ ਜਾਵੇ ਔਰ ਜੀਵਨ ਆਪੇ ਉੱਚਾ ਹੋ ਜਾਣਾ। ਕੋਈ ਔਖਾ ਕੰਮ ਨਹੀਂ ਹੈਗਾ। ਥੋੜੀ ਬਹੁਤੀ ਮਿਹਨਤ ਤੇ ਕਰਨੀ ਪੈਂਦੀ ਹੈ। ਹੁਣ ਘਰ ਜਦੋਂ ਆਪਾਂ ਵੇਖਦੇ ਹਾਂ ਗੰਦ ਮੱਚਿਆ ਹੋਵੇ, 10-20 ਸਾਲ ਸਫਾਈ ਨਾ ਕੀਤੀ ਹੋਵੇ, 2-4 ਦਿਨ ਤਾਂ ਜ਼ੋਰ ਲਾਉਣਾ ਹੀ ਪੈਣਾ।
ਬਸ ਇੰਨਾ ਕਿਤੇ ਕੰਮ ਠੀਕ ਹੈ, ਬਾਕੀ ਕੁਦਰਤ ਆਪੇ ਕਰ ਦਿੰਦੀ ਹੈ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀਏ ਨੇ ਜੱਸਾ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਜੀ। ਇੱਕ ਓੰਕਾਰ